ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਦੋਸਤੋ, ਅੱਜ ਅਸੀਂ ਸਾਡੇ ਵੈਨਕੂਵਰ ਸਟੂਡੀਓ ਦੇ ਵਿੱਚੋਂ ਪ੍ਰੋਗਰਾਮ ਪੇਸ਼ ਨਹੀਂ ਕਰ ਰਹੇ। ਅਸੀਂ ਅੱਜ ਬਹੁਤ ਹੀ ਖੂਬਸੂਰਤ ਰਮਣੀਕ ਸਥਾਨ ਹੈ ਜਿੱਥੇ ਕੋਈ ਵੀ ਕੈਨੇਡਾ ਦੇ ਵਿੱਚ ਆਵੇ ਜਾਂ ਕੈਨੇਡੀਅਨ ਹੋਵੇ, ਉਸ ਦਾ ਦਿਲ ਕਰਦਾ ਹੁੰਦਾ ਹੈ ਕਿ ਅਸੀਂ ਇਸ ਖੂਬਸੂਰਤ ਸਥਾਨ ਨੂੰ ਜਾ ਕੇ ਖੁਦ ਵੇਖੀਏ, ਤੱਕੀਏ, ਕਿਉਂਕਿ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਰੰਗ ਤਮਾਸ਼ੇ ਇਨਸਾਨ ਵੇਖਣਾ ਚਾਹੁੰਦਾ, ਲੋਚਦਾ, ਪਰ ਸਭਨਾਂ ਦੇ ਹਿੱਸੇ ਨਹੀਂ ਆਉਂਦੇ। ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਸਾਰੇ ਦਰਸ਼ਕ ਤਾਂ ਹੋਣਗੇ ਜਿਹੜੇ ਇਸ ਸਥਾਨ ਨੂੰ ਆ ਕੇ ਵੇਖ ਚੁੱਕੇ ਹੋਣਗੇ, ਕਈਆਂ ਨੇ ਵੇਖ ਵੀ ਲੈਣਾ, ਪਰ ਕਈ ਹੋਣਗੇ ਜਿਹੜੇ ਕਿਸੇ ਨਾ ਕਿਸੇ ਕਾਰਨਵਸ਼ ਇੱਥੇ ਆ ਨਹੀਂ ਸਕਦੇ। ਅੱਜ ਨਾਲੇ ਤਾਂ ਉਹਨਾਂ ਦੀ ਇਹ ਘਰ ਬੈਠਿਆਂ ਦੀ ਸੈਰ ਹੋ ਜਾਣੀ ਹੈ ਅਤੇ ਨਾਲੇ ਅਸੀਂ ਕੁਝ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਹੀ ਕਰਨੀਆਂ ਨੇ ਜਿਹੜੀਆਂ ਕੁਦਰਤ ਦੇ ਆਲੇ ਦੁਆਲੇ ਘੁੰਮਣ ਗਈਆਂ, ਤੁਹਾਡੇ ਬਚਪਨ ਦੀਆਂ ਯਾਦਾਂ ਵਿੱਚ ਤੁਹਾਨੂੰ ਲੈ ਜਾਣਗੀਆਂ। ਆਓ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਸ਼ਾਮਲ ਕਰੀਏ ਪਰਮਵੀਰ ਬਾਠ ਸਾਹਿਬ ਨੂੰ। ਬਾਠ ਸਾਹਿਬ, ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ, ਧੰਨਵਾਦ। ਅੱਜ ਚੰਗਾ ਕੀਤਾ। ਖੜੋਤ ਟੁੱਟਣੀ ਬਹੁਤ ਜ਼ਰੂਰੀ ਹੈ ਜੀ। ਬੰਦਾ ਰੋਜ਼ ਸਕੂਲੇ ਵੀ ਜਾਂਦਾ ਹੋਵੇ, ਕੰਮ ਤੇ ਵੀ ਜਾਂਦਾ ਹੋਵੇ, ਫੈਕਟਰੀ ਵੀ ਜਾਂਦਾ ਹੋਵੇ, ਸ਼ੂਟਿੰਗ ਤੇ ਵੀ ਕਿਉਂ ਨਾ ਜਾਂਦਾ ਹੋਵੇ ਜੀ, ਬੰਦਾ ਤਬਦੀਲੀ ਚਾਹੁੰਦਾ। ਬਿਲਕੁਲ। ਨਿੱਕੇ ਨਿਆਣੇ ਸਕੂਲ ਜਾਂਦੇ ਹੁਣ ਤਾਂ ਐਤਵਾਰ ਉਡੀਕਦੇ ਆ ਜੀ। ਬੰਦਾ ਫੈਕਟਰੀ ਜਾਂਦਾ ਹੋਵੇ ਤਾਂ ਛੁੱਟੀ ਵਾਲਾ ਦਿਨ ਉਡੀਕਦਾ। ਆਪਾਂ ਰੋਜ਼ 7 ਦਿਨ ਹਫ਼ਤੇ ਦੇ 12 ਮਹੀਨੇ ਰੂਬਰੂ ਹੁੰਨੇ ਆ ਪ੍ਰਾਈਮ ਏਸ਼ੀਆ ਟੀਵੀ ਦੇ ਆਪਣੇ ਬਹੁਤ ਪਿਆਰੇ ਦਰਸ਼ਕਾਂ ਦੇ, ਜੀ, ਪਰਿਵਾਰ ਦੇ। ਪਰ ਉਹਦੇ ਵਿੱਚ ਕੁਝ ਤਬਦੀਲੀ ਆਉਣੀ ਬਹੁਤ ਜ਼ਰੂਰੀ ਸੀ, ਕਿਉਂਕਿ ਉਹੀ ਟੈਕਨੀਕ ਆ, ਉਹੀ ਲੈਪਟਾਪ ਨੇ, ਉਹੀ ਕੰਪਿਊਟਰ ਨੇ, ਉਹੀ ਕੈਮਰੇ ਨੇ, ਅਤੇ ਜਿੱਦਾਂ ਦੇ ਹੁਣ ਦਿਨ ਚੱਲ ਰਹੇ ਆ, ਜਿੱਦਾਂ ਦੀ ਲੋਕਾਂ ਦੇ ਮਨ ਦੇ ਉੱਤੇ ਤਣਾਅ ਅਤੇ ਦਬਾਅ ਵਾਲੀ ਸਥਿਤੀ ਹੈ, ਜੀ, ਬਾਹਰ ਆਉਣਾ ਬਹੁਤ ਜ਼ਰੂਰੀ ਸੀ। ਪਿਛਲੇ ਦਿਨਾਂ ਦੇ ਵਿੱਚ ਗੱਲਾਂ ਬਾਤਾਂ ਕਈ ਕੀਤੀਆਂ, ਕਦੇ ਪਟਵਾਰੀ ਸਾਹਿਬ ਨਾਲ, ਕਦੇ ਕਿਸੇ ਪਾਸੇ ਜਾ ਕੇ ਦਰਸ਼ਕਾਂ ਨੇ ਪਸੰਦ ਕੀਤੀਆਂ, ਤਾਂ ਉਹਨਾਂ ਨੂੰ ਲੱਗਦਾ ਵੀ ਸੀ ਕਿ ਤਬਦੀਲੀ ਭਾਈ ਥੋੜ੍ਹੀ ਜਿਹੀ ਜ਼ਰੂਰੀ ਹੈ। ਅਤੇ ਹੁਣ ਜਿਹੜੀ ਥਾਂ ਦੇ ਉੱਤੇ ਅੱਜ ਆਪਾਂ ਦਰਸ਼ਕਾਂ ਨੂੰ ਲੈ ਕੇ ਆਏ, ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਆਏ ਹਾਂ, ਇੰਨੀ ਗੱਲ ਪੱਕੀ ਹੈ ਕਿ ਖੁਸ਼ ਹੋਣਗੇ, ਕਿਉਂਕਿ ਇਸ ਗੱਲ ਦਾ ਵੀ ਤਕਰੀਬਨ ਦਾਅਵਾ ਕਰਨਾ ਚਾਹੀਦਾ ਕਿ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਿਹੜੇ ਵੀ ਆਪਣੇ ਟੱਬਰ ਦੇ ਮੈਂਬਰ ਦੇਖ ਰਹੇ ਨੇ, ਜੀ, ਭਾਵੇਂ ਕੋਈ ਹਵੇਲੀ ਦੇ ਵਿੱਚ ਪੱਠੇ ਪਾਉਂਦਾ ਟੋਕਰਾ ਹੱਥ ਦੇ ਵਿੱਚ ਫੜ ਕੇ ਸੁਣ ਰਿਹਾ, ਦੇਖ ਰਿਹਾ, ਭਾਵੇਂ ਕੋਈ ਬੀਬੀ ਜਿਹੜੀ ਆ ਇਸ ਵੇਲੇ ਰਸੋਈ 'ਚ ਕੰਮ ਕਰਦੀ ਦੇਖ ਰਹੀ ਹੈ ਪ੍ਰੋਗਰਾਮ, ਭਾਵੇਂ ਕੋਈ ਬੰਦਾ ਫੈਕਟਰੀ 'ਚ ਹੈ, ਕਿਤੇ ਵੀ ਹੈ, ਜੀ, ਇਹ ਗੱਲ ਪੱਕੀ ਹੈ ਕਿ ਆਪਣੇ ਦਰਸ਼ਕਾਂ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਥਾਂ 'ਤੇ ਨਹੀਂ ਆਇਆ ਹੋਣਾ, ਜੀ, ਅਤੇ ਸਾਰਿਆਂ ਨੂੰ ਮੌਕਾ ਮਿਲਦਾ ਵੀ ਨਹੀਂ ਹੁੰਦਾ। ਜੀ। ਦੁਨੀਆ 'ਚ ਖੂਬਸੂਰਤ ਤੋਂ ਖੂਬਸੂਰਤ ਥਾਵਾਂ, ਹਰ ਇੱਕ ਥਾਂ ਦੇ ਉੱਤੇ ਜਾਣਾ ਤਾਂ ਮੁਨਾਸਬ ਨਹੀਂ ਹੁੰਦਾ, ਜੀ, ਪਰ ਅੱਜ ਜਿਹੜੀ ਥਾਂ ਦੇ ਉੱਤੇ ਆਪਾਂ ਆਏ ਹਾਂ, ਜੀ, ਹੁਣ ਨਾਲੇ ਪੁੰਨ ਅਤੇ ਨਾਲੇ ਫਲੀਆਂ, ਇੱਕ ਤਾਂ ਥਾਂ ਦੇਖ ਲਈ, ਜੀ, ਇਸੇ ਥਾਂ 'ਤੇ ਬੈਠ ਕੇ ਪ੍ਰੋਗਰਾਮ ਕਰ ਲਿਆ, ਅਤੇ ਇਸ ਗੱਲ ਦਾ ਝੋਰਾ ਵੀ ਸਾਡੇ ਮਨ ਦੇ ਵਿੱਚ ਨਹੀਂ ਰਿਹਾ ਕਿ ਭਾਈ ਆਪਣਾ ਟੱਬਰ ਦੇ ਸਾਰੇ ਮੈਂਬਰਾਂ ਨੂੰ ਨਾਲ ਨਹੀਂ ਲੈ ਕੇ ਆਏ। ਹੁਣ ਦ੍ਰਿਸ਼ ਤਾਂ ਵਿਖਦਾ ਹੀ ਹੋਣਾ ਅਤੇ ਸਾਰੇ ਮਨਮੋਹਕ ਦ੍ਰਿਸ਼ ਨੂੰ ਦੇਖ ਕੇ ਖੁਸ਼ ਵੀ ਹੋਣੇ ਆ। ਬਿਲਕੁਲ। ਤੁਸੀਂ ਹੁਣੀ ਜ਼ਿਕਰ ਕਰ ਰਹੇ ਸੀ ਕਿ ਤਬਦੀਲੀ, ਅਸਲ ਦੇ ਵਿੱਚ ਜਿਹੜੀ ਤਬਦੀਲੀ ਹੈ ਨਾ, ਇਹ ਕੁਦਰਤ ਦਾ ਨਿਯਮ ਹੈ, ਲਾ ਆਫ ਨੇਚਰ ਹੈ ਜੀ। ਸੋ ਉਸ ਲਾ ਦਾ ਜਿਹੜਾ ਕੁਦਰਤ ਦਾ ਨੇਚਰ ਦਾ, ਉਹਦੇ ਵਿੱਚ ਹੀ ਆਪਾਂ ਸਾਰੇ ਹਾਂ। ਤੁਸੀਂ ਵੇਖਿਆ ਹੋਣਾ ਕਿ ਇਨਸਾਨ ਭਾਵੇਂ ਰੋਜ਼ਾਨਾ ਕੋਈ ਚੰਗੀ ਦਾਲ ਸਬਜ਼ੀ ਖਾਂਦਾ ਹੋਵੇ, ਉਹਦਾ ਦਿਲ ਕਰਦਾ ਕਿ ਬਦਲਵੀਂ ਖਾਈਏ। ਜੀ। ਜਿਸ ਦਿਨ ਤੁਸੀਂ ਇਹ ਜੈਕਟ ਖਰੀਦੀ ਹੋਣੀ ਹੈ, ਤੁਹਾਡਾ ਦਿਲ ਕਰਦਾ ਹੋਣਾ ਕਿ ਯਾਰ ਅੱਜ ਹੀ ਪਾਈ ਜਾਵੇ। ਹੁਣ ਰੋਜ਼-ਰੋਜ਼ ਪਾ ਕੇ ਕਈ ਵਾਰੀ ਸੋਚਦਾ ਨਹੀਂ ਯਾਰ ਬਦਲ ਕੇ ਪਾਈਏ। ਜੀ। ਹੁਣ ਸਟੂਡੀਓ ਬਹੁਤ ਖੂਬਸੂਰਤ ਹੈ ਆਪਣਾ। ਆਪਣੇ ਦਰਸ਼ਕਾਂ ਨੂੰ ਵੀ ਪਤਾ ਹੋਣਾ ਕਿ ਉਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ, ਜਦੋਂ ਲਾਈਵ ਪਲੇਟ ਚੱਲਦੀ ਹੈ ਅਤੇ ਪਿੱਛੇ ਪਤਾ ਹੁੰਦਾ ਕਿ ਪ੍ਰਾਈਮ ਫੋਕਸ ਦਾ ਸਟੂਡੀਓ ਕੀ ਹੈ, ਸੈੱਟ ਸਾਡਾ ਕਿਹੋ ਜਿਹਾ। ਪਰ ਅੱਜ ਜਿਹੜਾ ਕੁਦਰਤੀ ਸੈੱਟ ਹੈ, ਹੁਣ ਦੇਖੋ ਚਾਰ ਚੁਫੇਰੇ ਜਿੱਥੇ ਵੀ ਆਪਾਂ ਨਜ਼ਰ ਮਾਰਦੇ ਹਾਂ, ਪਿੱਛੇ ਕੁਦਰਤ ਨੇ ਚਿੱਟੀ ਚਾਦਰ ਬਰਫ਼ ਦੀ ਵਿਛਾਈ ਹੋਈ ਹੈ। ਜੀ। ਸੋ ਇਸ ਸਥਾਨ ਨੂੰ ਲੇਕ ਲੂਇਸ ਜਿਹੜੀ ਅਲਬਰਟਾ ਦੇ ਵਿੱਚ ਆ, ਜਿਵੇਂ ਇਹ ਕਹਿ ਦਿਆਂ ਕਿ ਕੈਨੇਡਾ ਦੀਆਂ ਉਹ 15 ਥਾਵਾਂ ਨੇ, 15 ਸਥਾਨ ਨੇ ਕੈਨੇਡਾ ਦੇ ਵਿੱਚ ਪਹਿਲੇ ਜਿਹੜੇ ਜਿਨ੍ਹਾਂ ਨੂੰ ਗਿਣਤੀ ਕੀਤੀ ਜਾਵੇ। ਜੇਕਰ ਆਪਾਂ ਆਖੀਏ ਕਿ ਕੋਈ ਕੈਨੇਡਾ ਦੇ ਵਿੱਚ ਟੂਰਿਸਟ ਆਇਆ, ਸੈਰ ਸਪਾਟੇ ਵਾਸਤੇ ਆਇਆ, ਉਹ ਇੱਥੇ ਜ਼ਰੂਰ ਆਉਣਾ ਚਾਹੁੰਦਾ। ਜੇ ਉਹ ontario ਵਿੱਚ ਆ, ਉਹਦਾ ਵੀ ਦਿਲ ਕਰਦਾ ਹੁੰਦਾ ਕਿ ਮੈਂ ਅਲਬਰਟਾ ਦੇ ਇਸ ਸਥਾਨ 'ਤੇ ਆਵਾਂ। ਜੇ ਉਹ BC ਵਿੱਚ, ਜਿਹਨੂੰ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਕਹਿੰਦੇ, ਜਿਸ ਤਰ੍ਹਾਂ ਆਪਾਂ ਉੱਥੋਂ ਚੱਲ ਕੇ ਆਏ ਹਾਂ, ਜੀ, ਉਹਦਾ ਵੀ ਦਿਲ ਕਰਦਾ ਹੁੰਦਾ ਕਿ ਮੈਂ ਲੇਕ ਲੂਇਸ ਦੇਖਾਂ, ਮੈਂ ਬੈਂਫ ਦੇਖਾਂ, ਮੈਂ ਹੋਰ ਥਾਵਾਂ ਦੇਖਾਂ। ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਅਸੀਂ ਤੁਹਾਡੇ ਨਾਲ ਅੱਜ ਪ੍ਰਾਈਮ ਫੋਕਸ ਦੇ ਵਿੱਚੋਂ ਗੱਲਾਂ ਬਾਤਾਂ ਕਰਨੀਆਂ ਨੇ, ਉਸ ਦੇ ਨਾਲ ਆਪਾਂ ਇਸ ਸਥਾਨ ਦੇ ਬਾਰੇ ਵੀ ਗੱਲਾਂ ਬਾਤਾਂ ਕਰੀ ਜਾਣੀਆਂ ਨੇ, ਨਾਲ ਕੁਦਰਤ ਦੀਆਂ ਗੱਲਾਂ ਬਾਤਾਂ ਵੀ ਕਰੀ ਜਾਣੀਆਂ ਨੇ। ਹੁਣ ਜਿਹੜੀ ਚਿੱਟੀ ਚਾਦਰ ਆਪਣੇ ਪਿੱਛੇ ਵਿਛੀ ਹੋਈ ਹੈ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਆਮ ਤੌਰ 'ਤੇ ਇਸ ਤਰੀਕੇ ਬੈਠ ਕੇ ਇੱਥੇ ਪ੍ਰੋਗਰਾਮ ਕੀਤਾ ਨਹੀਂ ਸੀ ਜਾ ਸਕਦਾ। ਜੀ। ਕਿਉਂਕਿ ਇੱਥੇ ਬਹੁਤ ਭੀੜ ਭੜੱਕਾ ਹੁੰਦਾ, ਖਾਸ ਕਰਕੇ ਹਾਈ ਸੀਜ਼ਨ ਹੈ। ਜੀ। ਇਹਨਾਂ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਲੋਕ ਜਿਹੜੇ ਘੁੰਮਣ ਫਿਰਨ ਦੇ ਸ਼ੌਕੀਨ ਨੇ, ਉਹ ਇੱਥੇ ਪਹੁੰਚੇ ਹੁੰਦੇ ਨੇ। ਪਰ ਜਿਹੜੀ ਆ ਕੋਵਿਡ ਹੈ, COVID-19 ਦੇ ਕਾਰਨ ਇੱਥੇ ਆਮਦ ਬਹੁਤ ਘੱਟ ਹੈ ਲੋਕਾਂ ਦੀ। ਆਪਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਦਰਅਸਲ ਕੀਤੇ ਨੇ, ਇੱਕ ਪੰਥ ਤੇ ਦੋ ਕਾਜ ਨੇ। ਉਹਦਾ ਕਾਰਨ ਹੈ, ਸ਼ਾਇਦ ਦਰਸ਼ਕ ਸੋਚਣ ਯਾਰ ਇਹ ਇਹਨਾਂ ਦਿਨਾਂ ਵਿੱਚ ਕਿਉਂ ਉੱਠ ਕੇ ਤੁਰ ਪਏ, ਕਿ ਇਹਨਾਂ ਦਿਨਾਂ 'ਚ ਇਹਨਾਂ ਨੇ ਦੇਖਣਾ ਸੀ। ਦਰਅਸਲ
ਅਸੀਂ ਕੈਲਗਰੀ ਸਟੂਡੀਓ ਆਪਣਾ ਬਿਲਕੁਲ ਨਵਾਂ ਸਥਾਪਿਤ ਕੀਤਾ, ਨਵਾਂ ਬਣਾਇਆ। ਕੈਲਗਰੀ ਦੇ ਲਗਭਗ ਪੌਣੇ 200 ਕਿਲੋਮੀਟਰ ਇਹ ਪਿੱਛੇ ਸਥਾਨ ਹੈ। ਅਸੀਂ ਜਦੋਂ ਕੈਲਗਰੀ ਵੱਲ ਨੂੰ ਜਾ ਰਹੇ ਸੀ, ਜਦੋਂ ਅਸੀਂ ਕਿਹਾ ਵੀ ਇਹ ਖੁਦ ਥਾਂ ਅਸੀਂ ਦੇਖਣੀ ਹੈ, ਇਹ ਤੇ ਫਿਰ ਬੇਇਨਸਾਫੀ ਹੋਏਗੀ ਜੀ ਕਿ ਆਪਾਂ ਥਾਂ ਵੀ ਦੇਖ ਲਈ। ਆਪਾਂ ਦਰਸ਼ਕਾਂ ਦੇ ਨਾਲ ਰੋਜ਼ਾਨਾ ਗੱਲਾਂ ਵੀ ਕਰਦੇ ਹਾਂ ਤੇ ਪਰਿਵਾਰ ਵੀ ਕਹਿੰਦੇ ਆ, ਤੇ ਇਹਨਾਂ ਨੂੰ ਇਸ ਚੀਜ਼ ਦੇ ਕਿਉਂ ਨਾ ਦੀਦਾਰ ਕਰਵਾਏ ਜਾਣ, ਦਰਸ਼ਨ ਕਿਉਂ ਨਾ ਕਰਵਾਏ ਜਾਣ। ਜਿਸ ਤਰ੍ਹਾਂ ਤੁਸੀਂ ਬਿਲਕੁਲ ਸਹੀ ਆਖਿਆ ਕਿ ਹੋ ਸਕਦਾ ਕੈਨੇਡਾ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਉਣਾ ਚਾਹੁੰਦੇ ਹੋਣਗੇ, ਪਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਸ਼ਾਇਦ ਨਹੀਂ ਆ ਸਕਣਗੇ ਜੀ। ਪਰ ਇਹ ਵੀ ਹੈ ਨਹੀਂ ਕਿ ਸਾਰਿਆਂ ਕੋਲੇ ਕੈਨੇਡਾ ਦਾ ਵੀਜ਼ਾ ਹੋਵੇ, ਕਦੇ ਉਹ ਘੁੰਮਣ ਆਉਣ। ਪਰ ਜਿਹੜੇ ਇਸ ਵਕਤ ਦੁਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਬੈਠੇ ਨੇ, ਖਾਸ ਕਰਕੇ ਪੰਜਾਬ ਦੇ ਵਿੱਚ ਆਪਾਂ ਨੂੰ ਬੈਠੇ ਦੇਖ ਰਹੇ ਨੇ, ਹੋ ਸਕਦਾ ਉਹਨਾਂ ਦਾ ਕੋਈ ਪੁੱਤ ਕੋਈ ਧੀ ਆਇਆ ਹੋਵੇ, ਉਹਨਾਂ ਨੇ ਗੱਲਾਂ ਕੀਤੀਆਂ ਹੁਣ ਅਸੀਂ ਲੇਕ ਲੂਈਸ ਗਏ ਸੀ, ਉਹ ਸੋਚਦੇ ਹੋਣਗੇ ਕਿਉਂਕਿ ਫੋਟੋਆਂ ਦੇ ਵਿੱਚ ਉਹ ਚੀਜ਼ ਨਜ਼ਰ ਨਹੀਂ ਆਉਂਦੀ ਜੀ। ਜਾਂ ਜਿਹੜੇ ਇਹਨਾਂ ਦਿਨਾਂ ਦੀਆਂ ਜਿਨ੍ਹਾਂ ਨੇ ਫੋਟੋਆਂ ਦੇਖੀਆਂ ਨਹੀਂ ਹੋਣੀਆਂ, ਆਮ ਤੌਰ ਤੇ ਜਿਹੜਾ ਪਿੱਛੇ ਪਾਣੀ ਹੁੰਦਾ ਫੋਟੋਆਂ ਦੇ ਵਿੱਚ ਨੀਲਾ ਪਾਣੀ ਨਜ਼ਰ ਆ ਰਿਹਾ ਹੁੰਦਾ, ਪਿੱਛੇ ਕੁਝ ਦਰਖਤ ਨਜ਼ਰ ਆ ਰਹੇ ਹੁੰਦੇ ਨੇ, ਉਹ ਐਨ ਵਿਚਕਾਰ ਸਿਰਫ ਥੋੜੀ ਬਹੁਤ ਬਰਫ਼ ਨਜ਼ਰ ਆ ਰਹੀ ਹੁੰਦੀ ਹੈ ਜੀ। ਪਰ ਅੱਜ ਇਸ ਦਾ ਨਜ਼ਾਰਾ ਦੇਖਣ ਵਾਲਾ ਬਿਲਕੁਲ ਵਿਲੱਖਣ ਹੈ, ਜਿਹਦੀ ਆਪਾਂ ਇਸ ਵਕਤ ਗੱਲ ਕਰ ਰਹੇ ਹਾਂ, ਤੇ ਨਾਲ ਨਾਲ ਠੰਡ ਵੀ ਮਹਿਸੂਸ ਹੋ ਰਹੀ ਹੈ। ਬੈਨੀਪਾਲ ਸਾਹਿਬ ਦੇਖੋ, ਠੰਡ ਤਾਂ ਹੈਗੀ ਹੈ। ਬਾਕੀ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਕਿ ਕੈਨੇਡਾ ਦੇ ਵਿੱਚ, USA ਦੇ ਵਿੱਚ ਬਹੁਤ ਸਾਰੇ ਪੰਜਾਬੀ ਭਾਰਤੀ ਵਿਦਿਆਰਥੀ ਆਏ ਆ ਜੀ। ਆਪਾਂ ਨੂੰ ਸੁਣਦੇ ਵੀ ਆ, ਦੇਖਦੇ ਵੀ ਆ। ਹੋ ਸਕਦਾ ਤੁਹਾਨੂੰ ਅਜੇ ਮੌਕਾ ਨਾ ਮਿਲਿਆ ਹੋਵੇ, ਪਰ ਘਬਰਾਇਓ ਨਾ। ਤੁਸੀਂ ਪਹਿਲਾਂ ਆਪਣਾ ਹਿਸਾਬ ਕਿਤਾਬ ਜਿਹੜਾ ਉਹ ਸੂਤ ਕਰਕੇ ਰੱਖਿਓ, ਆਪਣੀ ਪੜ੍ਹਾਈ ਜਿਹੜੀ ਹੈ ਉਹ ਮੁਕੰਮਲ ਕਰ ਲਿਓ। ਉਹਦੇ ਤੋਂ ਬਾਅਦ ਆਪਣੇ ਵਰਕ ਪਰਮਿਟ ਦਾ, TR PR ਜੋ ਵੀ ਜਿੰਨੀਆਂ ਵੀ ਆਰਾਂ ਹੈਗੀਆਂ ਉਹ ਸਾਰੀਆਂ ਮੁਕੰਮਲ ਕਰ ਲਿਓ। ਉਹਦੇ ਤੋਂ ਬਾਅਦ ਫਿਰ ਤੁਹਾਡੇ ਕੋਲੇ ਬਹੁਤ ਮੌਕੇ ਹੋਣੇ ਆ। ਆਪਾਂ ਤਾਂ ਸਿਰਫ ਤੁਹਾਨੂੰ ਇੱਕ ਝਲਕ ਦਿਖਾਈ ਹੈ, ਟ੍ਰੇਲਰ ਦਿਖਾਇਆ, ਫਿਲਮ ਤੁਸੀਂ ਆਪ ਆ ਕੇ ਵੀ ਵੇਖਣੀ ਹੈ। ਦੂਸਰੀ ਗੱਲ ਬੈਨੀਪਾਲ ਸਾਹਿਬ, ਇਹ ਗੱਲ ਪੱਕੀ ਹੈ ਕਿ ਮਸਲਾ ਇਕੱਲਾ ਲੇਕ ਲੂਈਸ ਦਾ ਨਹੀਂ ਜੀ। ਇਹ ਜਿਹੜਾ ਪਿੱਛੇ ਨਜ਼ਾਰਾ ਦੇਖ ਰਹੇ ਨੇ ਸਾਡੇ ਪਰਿਵਾਰ ਦੇ ਮੈਂਬਰ, ਇੱਥੇ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਮੰਜ਼ਿਲ ਹੈ ਜੀ ਇੱਕ। ਭਾਵੇਂ ਵੈਨਕੂਵਰ ਤੋਂ ਆਓ, ਸਰੀ ਤੋਂ ਆਓ, ਹੋਪ ਤੋਂ ਆਓ, ਭਾਵੇਂ ਇਧਰਲੇ ਪਾਸਿਓਂ ਤੁਸੀਂ ਕੈਲਗਰੀ ਵਾਲੇ ਪਾਸਿਓਂ ਆ ਜਾਓ, ਰਸਤਾ ਜਿਹੜਾ ਨਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਮੰਜ਼ਿਲ ਹੈ। ਉੱਥੇ ਆਲੇ ਦੁਆਲੇ ਪਹਾੜੀਆਂ ਨੇ, ਬਰਫ਼ ਦੇ ਨਾਲ ਲੱਦੀਆਂ ਨੇ, ਨਾਲ ਦੀ ਨਾਲ ਪਾਣੀ ਜਾਂਦਾ, ਦਰਿਆ ਵਗੀ ਜਾਂਦਾ ਹੈ। ਹਰੇਕ ਚੂਰ ਦਰਖਤਾਂ ਦਾ ਅੰਤ ਕੋਈ ਨਹੀਂ। ਹੁਣ ਉਹ ਹਰੇਕ ਚੂਰ ਦਰਖਤ ਜਿਹੜੇ ਨੇ, ਦਰਖਤਾਂ ਦੇ ਨਾਲ ਨਾਲ ਜੋ ਹਿਸਾਬ ਕਿਤਾਬ ਹੈ, ਸਭ ਤੋਂ ਵੱਡੀ ਗੱਲ ਕਿ ਬਹੁਤ ਸਾਰੀਆਂ ਝੀਲਾਂ ਨੇ, ਲੇਕ ਜਿਹੜੀ ਹੈ, ਤੇ ਝੀਲ ਦੇ ਵਿੱਚ ਤੁਸੀਂ ਦੇਖੋਗੇ 100 ਬੰਦਾ ਆਲੇ ਦੁਆਲੇ ਖੜਾ ਹੋ ਕੇ ਤੱਕ ਰਿਹਾ ਹੋਊਗਾ, ਲਿਫਾਫਾ ਵਿੱਚ ਇੱਕ ਵੀ ਨਹੀਂ। 100 ਬੰਦਾ ਆਲੇ ਦੁਆਲੇ ਖੜਾ ਹੋ ਕੇ ਉਹਦਾ ਨਜ਼ਾਰੇ ਦਾ ਆਨੰਦ ਮਾਣਦਾ ਹੋਊਗਾ, ਪਰ ਉਹਦੇ ਆਲੇ ਦੁਆਲੇ ਕੋਈ ਬੋਤਲ, ਕੋਈ ਕੱਪ, ਕੋਈ ਗਲਾਸ, ਕੋਈ ਗੰਦਗੀ ਜਿਹੜੀ ਹੈ ਉਹ ਨਹੀਂ ਹੋਏਗੀ। ਹੁਣ ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਅੱਜ ਕੱਲ੍ਹ ਜਿਹੜੇ ਤੀਸਰੀ ਦੁਨੀਆ ਦੇ ਮੁਲਕ ਨੇ ਭਾਰਤ ਵਰਗੇ, ਉੱਥੇ ਬੜੀ ਚਰਚਾ ਚੱਲਦੀ ਹੈ ਕਿ ਭਾਈ ਸਾਡੇ ਜਿਹੜੇ ਕੁਦਰਤੀ ਸਰੋਤ ਆ ਨਾ ਉਹ ਠੀਕ ਹੋਣੇ ਚਾਹੀਦੇ ਆ। ਬੈਨੀਪਾਲ ਸਾਹਿਬ, ਮੈਨੂੰ ਪੰਜਾਬ ਦੇ ਪਿੰਡਾਂ ਦੇ ਛੱਪੜ ਚੇਤੇ ਆ ਰਹੇ ਆ। ਗੱਲ ਛੱਪੜਾਂ ਦੀ ਕਰਨੀ ਵੀ ਬਣਦੀ ਹੈ, ਜ਼ਰੂਰੀ ਹੈ। ਛੱਪੜ ਕਿਉਂ ਚੇਤੇ ਆ ਰਿਹਾ? ਕਿਉਂਕਿ ਅੱਜ ਛੱਪੜ ਦੇ ਕੋਲ ਦੀ ਅਸੀਂ ਲੰਘਦੇ ਹਾਂ ਤਾਂ ਬੀਬੀਆਂ ਮੂੰਹ ਦੇ ਉੱਤੇ, ਨੱਕ ਦੇ ਉੱਤੇ ਚੁੰਨੀ ਲੈ ਦਿੰਦੀਆਂ। ਕਿਉਂ ਲੈਂਦੀਆਂ? ਕਿ ਸੜਿਆਂ ਦਾ ਆਉਂਦੀ ਆ ਜੀ, ਇੱਥੋਂ ਦੀ ਠੀਕ ਤਰੀਕੇ ਦੀ ਖੁਸ਼ਬੂ ਨਹੀਂ ਹੋਣ ਆਉਂਦੀ। ਹੁਣ ਆਮ ਬੰਦਾ ਵੀ ਕਹੇਗਾ ਯਾਰ ਛੱਪੜ ਵਾਲੇ ਪਾਸੇ ਦੀ ਕੀ ਜਾਣਾ, ਦੂਸਰੇ ਪਾਸਿਓਂ ਦੀ ਚੱਲਦੇ ਆ। ਜੇ ਕੋਈ ਪ੍ਰਾਹੁਣਾ ਵੀ ਪਿੰਡ ਦੇ ਵਿੱਚ ਕਿਸੇ ਦੇ ਘਰੇ ਆਵੇ, ਜੇ ਉਹ ਕਿਤੇ ਛੱਪੜ ਵਾਲੇ ਪਾਸਿਓਂ ਦੀ ਹੋ ਕੇ ਆ ਜਾਵੇ ਤਾਂ ਕਹੂਗਾ ਯਾਰ ਤੁਹਾਡੇ ਛੱਪੜ ਦਾ ਬੜਾ ਬੁਰਾ ਹਾਲ ਹੈ, ਬੂਟੀ ਜੰਮੀਓ ਆ। ਰੌਲੇ ਵੀ ਬੜੇ ਪੈਂਦੇ ਆ ਜੀ। ਹੁਣ ਰੌਲਾ ਕੀ ਪੈਂਦਾ? ਗਰਾਂਟ ਆਈ ਸੀ ਜੀ ਛੱਪੜ ਦੀ ਸਫਾਈ ਦੀ, ਪਤਾ ਨਹੀਂ ਕੌਣ ਖਾ ਗਿਆ ਛੱਪੜ ਦੇ ਵਿੱਚ, ਬੂਟੀ ਤਾਂ ਉੱਦਾਂ ਦੀ ਉੱਦਾਂ ਹੀ ਆ, ਮਾੜੀ ਜੀ ਸਫਾਈ ਕਰਾਈ ਆ, ਮੁੜ ਕੇ ਉੱਦਾਂ ਕਾਗਜ਼ਾਂ ਦੇ ਵਿੱਚ 10 ਲੱਖ ਰੁਪਈਆ, 5 ਲੱਖ ਰੁਪਈਆ, 4 ਲੱਖ ਆਇਆ। ਇੱਥੋਂ ਤੱਕ ਕਿ ਸਾਡੀ ਸਰਕਾਰ ਨੇ ਵੀ ਕਿਹਾ ਸੀ ਕਿ ਅਸੀਂ ਛੱਪੜ ਸਾਰੇ ਸਾਫ਼ ਕਰਾਤੇ, ਪਰ ਜਿਨ੍ਹਾਂ ਪਿੰਡਾਂ ਦੇ ਵਿੱਚ ਛੱਪੜਾਂ ਦੀ ਕੀ ਹਾਲਤ ਹੈ, ਮੈਂ ਕਹਿੰਦਾ ਆਪਾਂ ਦਰਸ਼ਕਾਂ ਤੋਂ ਵੀ ਪੁੱਛ ਲੈਣੇ ਕਿ ਤੁਸੀਂ ਵੀ ਲਿਖ ਦਿਓ ਕਿ ਪਿੰਡ ਦੇ ਵਿੱਚ ਪਾਣੀ ਦਾ ਇੱਕ ਸਰੋਤ ਹੁੰਦਾ ਸੀ ਕਦੇ ਛੱਪੜ। ਕੀ ਤੁਹਾਡੇ ਪਿੰਡ ਦਾ ਛੱਪੜ ਸਾਫ਼ ਹੈ? ਕੀ ਛੱਪੜ ਦਾ ਪਾਣੀ ਜਿਹੜਾ ਉਹਦੇ ਕੋਲੇ ਤੁਸੀਂ ਬਹਿ ਸਕਦੇ ਹੋ? ਕਿੰਨੇ ਕੁ ਪਿੰਡਾਂ ਦੇ ਵਿੱਚ ਛੱਪੜ ਸਾਫ਼ ਹੋ ਗਿਆ? ਤੇ ਜੇ ਸਾਫ਼ ਨਹੀਂ ਹੋਏ, ਉਹਦੇ ਵਿੱਚ ਗੰਦਗੀ ਦਾ ਕਾਰਨ ਕੀ ਆ ਭਾਈ? ਅਸੀਂ ਆ, ਤੁਸੀਂ ਆ, ਸਰਕਾਰ ਆ। ਕਿਉਂਕਿ ਮੰਤਰੀ ਦੇ ਘਰ ਦਾ ਪਾਣੀ ਤਾਂ ਉੱਥੇ ਆਉਂਦਾ ਨਹੀਂ ਜੀ, ਕਿਸੇ MLA ਦੇ ਘਰ ਦਾ ਪਾਣੀ ਤਾਂ ਉੱਥੇ ਆਉਂਦਾ ਨਹੀਂ। ਪਾਣੀ ਆਉਂਦਾ ਤਾਂ ਸਾਡੇ ਤੁਹਾਡੇ ਘਰਾਂ ਦਾ ਪਾਣੀ ਉੱਥੇ ਆਉਂਦਾ, ਤੇ ਉਹ ਗੰਦਗੀ ਉੱਥੇ ਕਿਵੇਂ ਆਈ? ਲਿਫਾਫਿਆਂ ਦੇ ਢੇਰ ਲੱਗੇ ਹੋਏ ਨੇ। ਇੱਕ ਤਾਂ ਤੁਸੀਂ ਇਹ ਲਿਖ ਦਿਓ ਕਿ ਤੁਹਾਡੇ ਪਿੰਡ ਦੇ ਛੱਪੜ ਦੀ ਸਥਿਤੀ ਕੀ ਆ। ਦੂਸਰਾ, ਬੈਨੀਪਾਲ ਸਾਹਿਬ, ਪੁਰਾਣੇ ਬਜ਼ੁਰਗ ਜਿਹੜੇ ਆਪਣੇ ਜੀ, ਉਹ ਕਹਿੰਦੇ ਹੁੰਦੇ ਸੀ ਨਲਕੇ ਕਿੱਥੇ ਹੁੰਦੇ ਸੀ ਮੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੁੱਸਾ ਬਾਵਾ ਤਕੜਾ ਨਾ, ਇਹ ਆਪਾਂ ਨਾਲੇ ਬਜ਼ੁਰਗਾਂ ਦੀ ਗੱਲ ਕਰ ਰਹੇ ਜੀ, ਉਹ ਦੱਸਦੇ ਸੀਗੇ। ਹੁਣ ਉਹ ਦੱਸਦੇ ਇਹ ਹੁੰਦੇ ਸੀ ਕਿ ਛੱਪੜ ਦੇ ਵਿੱਚ ਹੀ ਬੀਬੀਆਂ ਨੇ ਜਾ ਕੇ ਕੱਪੜੇ ਧੋਣੇ, ਬਿਲਕੁਲ ਛੱਪੜ ਦੇ ਵਿੱਚ ਹੀ ਡੰਗਰ ਬੱਛਾ ਨਹਾਉਣਾ, ਬਿਲਕੁਲ, ਤੇ ਛੱਪੜ ਦੇ ਵਿੱਚ ਹੀ ਕਈ ਵਾਰੀ ਆਪ ਵੀ ਨਹਾਉਣਾ। ਹੁਣ ਜਦੋਂ ਸਾਰਾ ਕੁਝ ਛੱਪੜ 'ਚ ਚੱਲਦਾ ਸੀ, ਇਹਦਾ ਮਤਲਬ ਕਿ ਛੱਪੜ ਦਾ ਪਾਣੀ ਸਾਫ਼ ਸੀ। ਉਹਦੇ ਤੋਂ ਬਾਅਦ ਉਹ ਪਾਣੀ ਗੰਦਾ ਕਿਵੇਂ ਹੋ ਗਿਆ? ਅੱਜ ਜੇ ਆਪਾਂ ਸਿੱਧੇ ਤੌਰ ਦੇ ਉੱਤੇ ਤੁਲਨਾ ਕਰਨ ਲੱਗ ਜਾਈਏ ਕਿ ਭਾਈ ਦੇਖੋ ਵਿਦੇਸ਼ਾਂ ਦੇ ਵਿੱਚ ਸਾਰਾ ਕੁਝ ਬਹੁਤ ਸਾਫ਼ ਹੈ, ਝੀਲਾਂ ਵੀ ਸਾਫ਼ ਆ, ਦਰਿਆ ਵੀ ਸਾਫ਼ ਆ, ਨਹਿਰਾਂ ਵੀ ਸਾਫ਼ ਆ, ਚੋ ਵੀ ਸਾਫ਼ ਆ, ਇਹ ਗੱਲ ਠੀਕ ਆ ਕਿ ਇੱਥੇ ਸਾਫ਼ ਆ,
ਪਰ ਕਦੇ ਪੰਜਾਬ ਵਾਲੇ ਵੀ ਸਾਫ਼ ਹੁੰਦੇ ਸੀ। ਅੱਜ ਮਸਲਾ ਤੁਲਨਾ ਕਰਕੇ ਕਿਸੇ ਨੂੰ ਉੱਪਰ ਜਾਂ ਥੱਲੇ ਲਾਉਣ ਦਾ ਨਹੀਂ, ਮਸਲਾ ਇਹ ਹੈ ਕਿ ਜੇ ਅਸੀਂ ਹੱਥੀਂ ਚੀਜ਼ ਗੰਦੀ ਕਰ ਸਕਦੇ ਹਾਂ, ਹੱਥੀਂ ਸਾਫ਼ ਵੀ ਕਰ ਸਕਦੇ ਹਾਂ। ਹੁਣ ਜਿਸ ਥਾਂ ਤੇ ਆਪਾਂ ਬੈਠੇ ਆ ਜੀ। ਇੱਥੋਂ ਦੀ ਹਵਾ, ਕੁਦਰਤੀ ਹਵਾ, ਉਹਨੂੰ ਸਿਲੰਡਰਾਂ ਦੇ ਵਿੱਚ ਭਰ ਕੇ ਚੀਨ ਵਰਗੇ ਮੁਲਕਾਂ ਦੇ ਵਿੱਚ ਉਹ ਤੀਸਰੀ ਦੁਨੀਆ ਦੇ ਵਿੱਚ ਵੇਚਿਆ ਜਾਂਦਾ ਹੈ। ਜੀ। ਜਦੋਂ ਪੁਰਾਣੇ ਵੇਲਿਆਂ ਦੇ ਵਿੱਚ ਅੱਜ ਤੋਂ ਲਗਭਗ 40-45 ਸਾਲ ਪਹਿਲਾਂ ਜਿਹੜੇ ਲੋਕ ਇਸ ਧਰਤੀ ਤੇ ਹੋਣਗੇ, ਜਦੋਂ ਉਹਨਾਂ ਨੂੰ ਕੋਈ ਇਸ ਵਕਤ ਕਹਿ ਦਿੰਦਾ ਨਾ ਵੀ ਯਾਰ ਪਾਣੀ ਮੁੱਲ ਵਿਕੂ, ਪੰਜਾਬ ਦੇ ਵਿੱਚ ਉਹ ਅਚੰਭਾ ਸਮਝਦੇ ਹੋਣਗੇ, ਯਾਰ ਪਾਣੀ ਮੁੱਲ ਵਿਕੂ, ਇਹ ਯਾਰ ਕਿਹੋ ਜਿਹੀਆਂ ਗੱਲਾਂ ਕਰਦਾ ਜੀ। ਅਸੀਂ ਤਾਂ ਥਾਂ ਦੇ ਉੱਤੇ ਨਲਕੇ ਲਾਏ ਹੋਏ ਨੇ, ਮੁਫਤ ਦੇ ਵਿੱਚ ਕੰਮ ਹੈ, ਛਬੀਲਾਂ ਲਾਈ ਦੀਆਂ ਨੇ। ਫਿਰ ਜੇ ਕੋਈ ਉਹਦੇ ਤੋਂ 10-20 ਸਾਲ ਬਾਅਦ ਚ ਆ ਕੇ ਕਹੇ ਯਾਰ ਹਵਾ ਵਿਕਿਆ ਕਰੂ, ਉਹ ਵੀ ਮੁੱਲ ਵਿਕਿਆ ਕਰੂ, ਯਾਰ ਕਿਹੋ ਜਿਹੀਆਂ ਗੱਲਾਂ ਕਰਦਾ, ਕਮਲਾ ਹੋਇਆ ਜੀ। ਇਹ ਤਾਂ ਦੋਵੇਂ ਚੀਜ਼ਾਂ ਮੈਨੂੰ ਲੱਗਦਾ ਵੀ ਇਹ ਕੋਰਾ ਝੂਠ ਨੇ। ਅੱਜ ਦੁਨੀਆ ਦਾ ਭਾਵੇਂ ਕੋਈ ਅਮੀਰ ਮੁਲਕ ਹੈ, ਭਾਵੇਂ ਕੋਈ ਗਰੀਬ ਮੁਲਕ ਹੈ, ਭਾਵੇਂ ਜਿੱਥੇ ਪਾਣੀ, ਹੁਣ ਦੇਖੋ ਕੈਨੇਡਾ ਦੇ ਵਿੱਚ ਪਾਣੀ ਬਿਲਕੁਲ ਸਾਫ਼ ਹੈ, ਪਿਓਰ ਹੈ, ਪਾਣੀ ਇੱਥੇ ਵੀ ਵਿਕਦਾ ਜੀ, ਮੁੱਲ ਵਿਕਦਾ। ਆਪਾਂ ਕਹਿੰਦੇ ਕਿ ਡੀਜ਼ਲ ਜਾਂ ਪੈਟਰੋਲ ਬਹੁਤ ਮਹਿੰਗਾ, ਉਹਦੇ ਨਾਲੋਂ ਮਹਿੰਗਾ ਵਿਕਦਾ ਜੀ। ਇਸੇ ਤਰੀਕੇ ਹਵਾ ਵਿਕਦੀ ਹੈ। ਆਹ ਸਥਾਨ ਦੀ ਹਵਾ ਖਾਸ ਕਰਕੇ ਵੇਚੀ ਜਾਂਦੀ ਹੈ ਜਿੱਥੇ ਬੈਠ ਕੇ ਆਪਾਂ ਇਸ ਵਕਤ ਸਾਹ ਲੈ ਰਹੇ ਹਾਂ ਤੇ ਪ੍ਰੋਗਰਾਮ ਆਪਾਂ ਪੇਸ਼ ਕਰ ਰਹੇ ਹਾਂ। ਇਸ ਦੇ ਨਾਲ ਤੁਸੀਂ ਗੱਲ ਕੀਤੀ ਛੱਪੜ ਦੀ। ਦਰਅਸਲ ਛੱਪੜ ਦੇ ਵਿੱਚ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਇਹ ਹੈ ਕਿ ਸਾਰੇ ਪਿੰਡ ਦਾ ਜਿਹੜਾ ਨਿਕਾਸੀ ਦਾ ਪਾਣੀ ਹੈ ਨਾ ਜੀ, ਦਰਅਸਲ ਉਹਦਾ ਪ੍ਰਬੰਧ ਪੁਖਤਾ ਨਹੀਂ। ਗਲੀਆਂ ਨਾਲੀਆਂ ਦੀ ਗੱਲ ਤਾਂ ਹਰੇਕ ਇਲੈਕਸ਼ਨ ਵੇਲੇ ਕੀਤੀ ਜਾਂਦੀ ਹੈ, ਭਾਵੇਂ ਉਹ ਪੰਚਾਇਤ ਦੀ ਇਲੈਕਸ਼ਨ ਹੋਵੇ, ਭਾਵੇਂ ਉਹ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ। ਉਹ ਜਿਹੜਾ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਹੈ ਨਾ, ਆਮ ਤੌਰ ਤੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਪਖਾਨੇ ਬਣਾਏ ਨੇ ਉਹਨਾਂ ਦਾ ਪਾਣੀ ਵੀ ਉਹਨਾਂ ਗਲੀਆਂ ਦੇ ਵਿੱਚ ਸੁੱਟਿਆ ਜਾਂਦਾ ਹੈ, ਨਾਲੀਆਂ ਸੁੱਟਿਆ ਜਾਂਦਾ, ਤੇ ਉਹ ਸਾਰਾ ਗੰਦਾ ਪਾਣੀ ਉਹ ਪਿੰਡ ਦੇ ਛੱਪੜਾਂ ਦੇ ਵਿੱਚ ਜਾਂਦਾ ਹੈ। ਹੁਣ ਕਈ ਪਿੰਡ ਦੇ ਸਰਪੰਚਾਂ ਨੇ ਇੱਥੋਂ ਤੱਕ ਅੱਤ ਚੁੱਕ ਲਈ ਕਿ ਜਿਹੜੀ ਆਪਾਂ ਕਹਿੰਦੇ ਹਾਂ ਕਿ ਨਜਾਇਜ਼ ਮਾਈਨਿੰਗ, ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਖੁਦਾਈ ਦੇ ਉੱਤੇ ਪੰਜਾਬ ਦੇ ਵਿੱਚ ਮੁਕੰਮਲ ਪਾਬੰਦੀ ਹੈ ਜੀ। ਉਹਨਾਂ ਨੇ ਵੱਡੀਆਂ ਮਸ਼ੀਨਾਂ ਲਿਆਂਦੀਆਂ, ਹੁਣ ਕਈਆਂ ਨਾਲ ਤਾਂ ਪੁੱਟਦੇ ਨਹੀਂ ਮਿੱਟੀ। ਇਸ ਦੇ ਬਾਵਜੂਦ ਕਿ ਸਰਕਾਰਾਂ ਵੱਲੋਂ ਪਾਬੰਦੀਆਂ ਨੇ, ਉਹਨਾਂ ਨੇ ਜਾਂ ਤਾਂ ਉਹ ਜਿਹੜੇ ਟੋਭੇ ਨੇ, ਜਿਹੜੇ ਛੱਪੜ ਨੇ, ਉਹ ਇੰਨੇ ਡੂੰਘੇ ਕਰ ਦਿੱਤੇ ਕਿ ਇਹ ਨਹੀਂ ਪਤਾ ਕਿ ਕੱਲ੍ਹ ਨੂੰ ਬਰਸਾਤ ਆਈ ਹੋਵੇ, ਪਿੰਡ ਦਾ ਗੰਦਾ ਪਾਣੀ ਉਹ 'ਚ ਪਿਆ ਹੋਵੇ। ਇੱਕ ਪਹਿਲੀ ਗੱਲ ਤਾਂ ਉਹਦੇ ਵਿੱਚ ਕਿਸੇ ਦਾ ਪੜਨ ਨੂੰ ਜਿੰਨੀ ਕਰਦਾ, ਪਤਾ ਨਹੀਂ ਕਿਹੋ ਜਿਹੀ ਬਿਮਾਰੀ ਲੱਗਣੀ ਹੈ। ਦੂਜੀ ਗੱਲ, ਉਹ ਇਸ ਤਰ੍ਹਾਂ ਇੰਨੇ ਡੋਬੂ ਕਰ ਦਿੱਤੇ। ਆਮ ਤੌਰ ਤੇ ਆਪਣੇ ਲੋਕ ਗੀਤ ਵੀ ਨੇ ਕਿ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ। ਹੁਣ ਮੈਨੂੰ ਲੱਗਦਾ ਜਿਹੜੇ ਆਪਣੀ ਏਜ ਗਰੁੱਪ ਦੇ ਲੋਕ ਹੋਣੇ ਨੇ ਉਹ ਸਾਰੇ ਛੱਪੜਾਂ ਦੇ ਵਿੱਚ ਮੱਝਾਂ ਲੈ ਕੇ ਵੀ ਜਾਂਦੇ ਰਹੇ ਹੋਣੇ ਨੇ, ਮੱਝਾਂ ਨੂੰ ਨਵਾਉਂਦੇ ਵੀ ਰਹੇ ਹੋਣੇ ਨੇ। ਪਰ ਜਿਨ੍ਹਾਂ ਨੂੰ ਮੇਰੇ ਵਰਗੇ ਨੂੰ ਤੈਰਨਾ ਨਹੀਂ ਸੀ ਆਉਂਦਾ, ਉਹਨਾਂ ਨੇ ਮੱਝਾਂ ਦੀਆਂ ਪੂਛਾਂ ਫੜ ਲੈਣੀਆਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਮੱਝ ਨੇ ਡੁੱਬਣਾ ਨਹੀਂ, ਇਹਨੇ ਮਿੰਟੋ ਮਿੰਟੀ ਬਾਹਰ ਮੈਨੂੰ ਕੱਢ ਲਿਆਉਣਾ। ਹੁਣ ਅੱਜ ਪਹਿਲੀ ਗੱਲ ਤੇ ਉਧਰ ਦੇ ਛੱਪੜਾਂ ਦੇ ਕੋਲ ਦੀ ਲੰਘਣਾ ਮੁਸ਼ਕਲ ਹੋਇਆ ਪਿਆ। ਦੂਸਰੀ ਗੱਲ, ਆਪਣੇ ਡੰਗਰਾਂ ਨੂੰ, ਮੱਝਾਂ ਨੂੰ ਕੋਈ ਛੱਪੜ 'ਚ ਲਿਜਾ ਨਹੀਂ ਸਕਦਾ ਜੀ। ਤੀਸਰੀ ਗੱਲ, ਹੁਣ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਹ ਗੰਦੇ ਹੋ ਗਏ ਨੇ, ਗੰਦੇ ਕਰਨ ਦਾ ਜਾਂ ਹੋਣ ਦਾ ਉਹ ਕਿਸੇ ਨੇ ਚੀਨ ਵਾਲਿਆਂ ਨੇ ਜਾਂ ਕੈਨੇਡਾ ਵਾਲਿਆਂ ਨੇ ਜਾਂ ਕਿਸੇ ਤੀਸਰੀ ਹੋਰ ਮੁਲਕ ਨੇ ਨਹੀਂ ਕੀਤੇ ਜਾ ਕੇ। ਉਹ ਜਿਹੜੇ ਪਿੰਡ ਦਾ ਛੱਪੜ ਹੈ, ਕਿਉਂਕਿ ਅਸਲ ਦੇ ਵਿੱਚ ਛੱਪੜ ਦੀ ਜੇਕਰ ਆਪਾਂ ਗੱਲ ਕਰਨੀ ਹੋਵੇ ਕਿ ਉਹਦੀ ਡੈਫੀਨੇਸ਼ਨ ਕੀ ਹੈ, ਕਿਉਂਕਿ ਛੱਪੜ ਮੈਨ ਮੇਡ ਨੇ ਬਹੁਤੇ। ਪਿੰਡਾਂ ਦੇ ਲੋਕਾਂ ਦੇ ਜਦੋਂ ਪਹਿਲੇ ਜ਼ਮਾਨੇ ਦੇ ਵਿੱਚ ਕੱਚੇ ਘਰ ਹੁੰਦੇ ਸੀ, ਉੱਥੋਂ ਮਿੱਟੀ ਪੁੱਟ ਕੇ ਨਾ ਘਰ ਬਣਾਏ। ਉਹ ਪਿੰਡ ਦੇ ਬਿਲਕੁਲ ਨੇੜ ਸੀ, ਉਹਦੇ ਆਲੇ ਦੁਆਲੇ ਪਿੰਡ ਵਸ ਜਾਂਦਾ ਸੀ। ਜਿੱਥੇ ਪਾਣੀ ਇਕੱਠਾ ਬਰਸਾਤ ਦਾ ਹੁੰਦਾ ਸੀ ਜਾਂ ਪਿੰਡ ਦਾ ਗੰਦਾ ਪਾਣੀ ਜਿਹਦੇ ਵਿੱਚ ਜਾ ਕੇ ਪੈਂਦਾ ਸੀ, ਉਹਨੂੰ ਛੱਪੜ ਕਹਿਣ ਲੱਗ ਪਏ। ਹੁਣ ਜਿਸ ਆਪਾਂ ਥਾਂ ਤੇ ਲੇਕ ਤੇ ਬੈਠੇ ਹਾਂ, ਹੈ ਇਹ ਵੀ ਕੁਦਰਤੀ ਜੀ। ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਲੇਕਾਂ ਨੇ ਜਿਹੜੀਆਂ ਉਹ 2 ਮਿਲੀਅਨ ਲੇਕਾਂ ਨੇ ਜੀ। ਇੱਕ ਫਿਨਲੈਂਡ ਮੁਲਕ ਆ, ਉਹਨੂੰ ਕਹਿੰਦੇ ਹੀ ਜੇ ਆਪਾਂ ਕਰੀਏ ਵੀ ਝੀਲਾਂ ਦਾ ਮੁਲਕ ਹੀ ਆ ਉਹ ਜੀ। ਉੱਥੇ ਤਾਂ ਬੇਸ਼ੁਮਾਰ ਲੇਕਾਂ ਨੇ, ਪਰ ਜਿਹੜੀ ਆਹ ਲੇਕ ਹੈ ਲਗਭਗ ਇਸ ਤਰ੍ਹਾਂ ਦੀਆਂ ਓਨਟਾਰੀਓ ਵਿੱਚ ਨੇ, BC ਵਿੱਚ ਵੀ ਨੇ ਤੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਨੇ। ਪਰ ਇੱਥੇ ਦਾ ਪੀਣ ਯੋਗ ਪਾਣੀ ਹੈ। ਹੁਣ ਭਾਵੇਂ ਤੁਸੀਂ ਬਹੁਤ ਸਾਰੀਆਂ ਲੇਕਾਂ ਨੇ ਖਾਰਾ ਪਾਣੀ ਹੋਊਗਾ ਜੇ ਹੁਣ ਆਪਾਂ ਦੇਖੀਏ, ਪਰ ਦੁਨੀਆ ਤੇ ਸਿਰਫ ਖਾਰੇ ਪਾਣੀ ਦੀਆਂ ਲੇਕਾਂ ਨਹੀਂ, ਤੁਸੀਂ ਉਦਾਹਰਨਾਂ ਦੇਖੀਆਂ ਹੋਣੀਆਂ ਨੇ ਕਿ ਮਿੱਠੇ ਪਾਣੀ ਦੀਆਂ ਲੇਕਾਂ ਵੀ ਜੀ। ਕਈ ਲੇਕਾਂ ਮਿੱਠੀਆਂ ਨੇ, ਕਈ ਖਾਰੀਆਂ ਨੇ, ਪਰ ਪਾਣੀ ਦੇ ਵਿੱਚ ਭਾਵੇਂ ਤੁਸੀਂ ਪੈਸਾ ਸੁੱਟ ਦਿਓ, ਭਾਵੇਂ ਕੋਈ ਹੋਰ ਚੀਜ਼ ਸੁੱਟ ਦਿਓ, ਤੁਹਾਨੂੰ ਐਨ ਕ੍ਰਿਸਟਲ ਕਲੀਅਰ ਵਾਟਰ ਪਿਆ। ਤੁਹਾਨੂੰ ਸੁੱਟੀ ਹੋਈ ਚੀਜ਼ ਕੱਲੀ ਨਜ਼ਰ ਆਏਗੀ। ਇਹ ਨਹੀਂ ਕਿ ਪਾਣੀ ਲੋਕਾਂ ਨੇ ਇਹਨਾਂ ਦਾ ਕਾਲਾ ਕਰ ਦਿੱਤਾ, ਗੰਧਲਾ ਕਰ ਦਿੱਤਾ। ਸੋ ਇਹ ਚੀਜ਼ ਸਾਨੂੰ ਪੰਜਾਬ ਦੇ ਵਿੱਚ ਵੀ ਅਪਣਾਉਣ ਦੀ ਜ਼ਰੂਰਤ ਹੈ। ਬੈਨੀਪਾਲ ਸਾਹਿਬ, ਕਈ ਚੀਜ਼ਾਂ ਨਾ ਛੱਪੜ ਦੇ ਨਾਲ ਜੁੜੀਆਂ ਹੋਈਆਂ ਜੀ। ਉਹ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਇਹ ਸੀ ਕਿ ਕੱਲਾ ਘਰ ਬਣਾਉਣ ਦੇ ਲਈ ਨਹੀਂ, ਬਾਅਦ ਵਿੱਚ ਘਰ ਜਦੋਂ ਲਿਪਣਾ ਹੁੰਦਾ ਸੀ, ਉੱਥੋਂ ਮਿੱਟੀ ਲਿਆਉਣੀ ਤੇ ਉਦੋਂ ਨਿੱਕੇ ਨਿਆਣਿਆਂ ਨੇ ਜਿਹੜਾ ਉਹ ਨਾਲ ਚਲੇ ਜਾਣਾ। ਜਦੋਂ ਨਿੱਕੇ ਨਿਆਣਿਆਂ ਨੇ ਨਾਲ ਚਲੇ ਜਾਣਾ, ਬੀਬੀ ਦੇ ਕੋਲੇ ਰੰਬਾ ਹੋਣਾ, ਬੀਬੀ ਦੇ ਕੋਲੇ ਤਸਲਾ ਹੋਣਾ, ਜਾਂ ਉਹਨੂੰ ਲੁਹਾਂਡਾ ਵੀ ਕਹਿ ਦਿੰਦੇ ਕਈ ਪਾਸੇ। ਬੜਾ ਕਰਕੇ ਹੌਲੀ ਜਿਹੜਾ ਉਹ ਹਿਸਾਬ ਕਿਤਾਬ ਜਿਹਾ ਲੱਗਣਾ। ਜਦੋਂ ਹੌਲੀ ਹਿਸਾਬ ਕਿਤਾਬ ਲਾਉਣਾ, ਮਸੀਂ ਮਿੱਟੀ ਪੱਟਣੀ, ਚੀਕਣੀ, ਫਿਰ ਛੱਪੜ ਦੇ ਵਿੱਚ ਜਾਣ ਦਾ ਆਪਣਾ ਹੀ ਆਨੰਦ ਹੁੰਦਾ ਸੀ, ਕਿਉਂਕਿ ਛੱਪੜ ਦੇ ਵਿੱਚ ਗੰਦਗੀ ਨਹੀਂ ਸੀ ਹੁੰਦੀ, ਪਾਣੀ ਥੋੜ੍ਹੇ ਥਾਂ 'ਤੇ ਹੁੰਦਾ ਸੀ। ਉਹਦੇ ਤੋਂ ਬਾਅਦ ਘਰ ਆ ਕੇ ਉਹਨਾਂ ਲਿਪਣਾ, ਜੇ ਕਿਤੇ ਮਿੱਟੀ ਥੁੜ ਜਾਣੀ ਤਾਂ ਫਿਰ ਦੁਬਾਰਾ ਤੁਰ ਪੈਣਾ। ਦੂਸਰਾ, ਛੱਪੜ ਦੇ ਪਾਣੀ ਦੇ ਵਿੱਚ
ਇੱਕ ਇਹ ਵੀ ਮਸਲਾ ਆਪਣੇ ਆਪ ਦੇ ਵਿੱਚ ਬੜਾ ਇੰਪੋਰਟੈਂਟ ਹੁੰਦਾ ਸੀ ਕਿ ਲੱਕੜਾਂ ਸਿੱਟ ਦਿੰਦੇ ਸੀ ਕਈ ਵਾਰੀ, ਆਮ ਹੀ ਸੁੱਟਦੇ ਆਮ ਹੀ ਸੁੱਟ ਦਿੰਦੇ ਸੀ ਕਿ ਭਾਈ ਲੱਕੜ ਜਿਹੜੀ ਆ ਉਹ ਪਾਣੀ 'ਚ ਰਹੂਗੀ ਤਾਂ ਮਜ਼ਬੂਤ ਹੋ ਜੂਗੀ। ਇੱਕ ਸਾਡਾ ਇਹ ਮਸਲਾ। ਤੀਸਰਾ, ਕਈ ਵਾਰੀ ਵਿੱਚ ਵਿਚਾਲੇ ਛੱਪੜਾਂ ਦੇ ਵਿੱਚ ਡੁੱਬਣ ਨਾਲ ਮੌਤ ਹੋ ਜਾਂਦੀ ਸੀ। ਉਹ ਪਰਿਵਾਰ ਫਿਰ ਸਾਰੀ ਉਮਰ ਛੱਪੜ ਦੇ ਨਾਲ ਇੱਕ ਹੋਰ ਤਰੀਕੇ ਦਾ ਦੁਖਦਾਇਕ ਰਿਸ਼ਤਾ ਰੱਖਦਾ ਸੀ। ਪਰ ਜਿਹੜੀ ਹੁਣ ਛੱਪੜ ਦੇ ਗੰਦੇ ਹੋਣ ਦੀ ਗੱਲ ਹੈ, ਦੇਖੋ ਬੈਨੀਪਾਲ ਸਾਹਿਬ, ਕਈ ਵਾਰੀ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਹੁੰਦੀਆਂ ਕਿ ਛੱਪੜ ਜੀ ਪੰਜਾਬ ਦੇ ਲੋਕਾਂ ਨੇ ਗੰਦੇ ਕਰਤੇ, ਮੈਂ ਗੰਦੇ ਕਰਤੇ, ਤੁਸੀਂ ਕਰਤੇ, ਉਹਨਾਂ ਨੇ ਕਰਤੇ। ਅਸਲ ਦੇ ਵਿੱਚ ਹੋਇਆ ਕੀ ਕਿ ਪਹਿਲਾਂ ਜਿਹੜੇ ਛੱਪੜ ਉੱਥੇ ਸਾਫ਼ ਹੁੰਦੇ ਸੀ, ਇਦਾਂ ਦਾ ਹੀ ਪਾਣੀ ਹੁੰਦਾ ਸੀ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ। ਹੁਣ ਜਿਹੜਾ ਪਾਣੀ ਇਦਾਂ ਦਾ ਸਾਫ਼ ਹੁੰਦਾ ਸੀ, ਉਦੋਂ ਟੂਟੀ ਕੋਈ ਨਹੀਂ ਸੀ ਹੁੰਦੀ, ਘਰ ਦੇ ਵਿੱਚ ਨਲਕਾ ਕੋਈ ਨਹੀਂ ਹੋਣਾ, ਉਦੋਂ ਪਾਣੀ ਖੂਹ ਤੋਂ ਲਿਆਉਣਾ, 2 ਘੜੇ, ਕਿਸੇ ਨੇ ਨਹਾਉਣਾ, ਕਿਸੇ ਨੇ ਨਹੀਂ ਨਹਾਉਣਾ, ਕਿਸੇ ਦੀ ਸੰਜਮ ਨਾਲ, ਤੇ ਪਾਣੀ ਤਾਂ ਛੱਪੜ ਤੱਕ ਪਹੁੰਚਦਾ ਹੀ ਨਹੀਂ ਸੀ। ਜਦੋਂ ਫਿਰ ਉਹਦੇ ਤੋਂ ਬਾਅਦ ਨਲਕੇ ਲੱਗੇ ਆ, ਨਲਕਿਆਂ ਦੇ ਉੱਤੇ ਮੋਟਰਾਂ ਲੱਗ ਗਈਆਂ, ਨਲਕਿਆਂ ਤੇ ਮੋਟਰਾਂ ਦੇ ਨਾਲ ਫਿਰ ਸਰਕਾਰੀ ਟੂਟੀਆਂ ਆ ਗਈਆਂ। ਸਾਨੂੰ ਪਾਣੀ ਦੀ ਵਰਤੋਂ ਦਾ ਅਧਿਕਾਰ ਮਿਲ ਗਿਆ, ਪਰ ਸਾਨੂੰ ਸੰਜਮ ਨਾ ਮਿਲਿਆ, ਸਾਨੂੰ ਸਬਰ ਨਾ ਮਿਲਿਆ। ਜੇ ਕਿਸੇ ਨੇ ਸਾਂਝੀ ਟੂਟੀ ਲਵਾਤੀ ਤਾਂ ਟੂਟੀ ਅਸੀਂ ਤੋੜ ਕੇ ਆ ਜਾਣਾ ਤੇ ਪਾਣੀ ਸ਼ਰਲ ਸ਼ਰਲ ਕਰਦਾ ਜਿਹੜਾ ਉਹ ਛੱਪੜ ਦੇ ਵਿੱਚ, ਛੱਪੜ ਉੱਪਰ ਤੱਕ ਆ ਗਿਆ। ਦੂਸਰੀ ਗੱਲ ਕਿ ਛੱਪੜ ਦੇ ਵਿੱਚ ਹੁਣ ਇਕੱਲਾ ਪਾਣੀ ਨਹੀਂ ਰਹਿ ਗਿਆ। ਪਹਿਲਾਂ ਲੋਕਾਂ ਕੋਲ ਸਾਬਣ ਕਿੱਥੇ ਹੁੰਦਾ ਸੀ, ਸੋਡਾ ਕਿੱਥੇ ਹੁੰਦਾ ਸੀ, ਕੱਪੜੇ ਵੀ 1-1 2-2 ਜੋੜੇ ਹੁੰਦੇ ਸੀ। ਹੁਣ ਤਾਂ ਸੁੱਖ ਨਾਲ ਅਲਮਾਰੀਆਂ ਭਰੀਆਂ। ਬੀਬੀ ਜੀ ਜਦੋਂ ਵੀ ਬਾਜ਼ਾਰ ਜਾਂਦੇ ਆ ਤੇ ਬੀਬੀ ਜੀ ਬਾਕੀ ਕੁਝ ਲਿਆਉਣ ਨਾ ਲਿਆਉਣ, ਨਿੱਕੇ ਨਿਆਣੇ ਦਾ ਝੱਗਾ ਚੁੰਨੀ ਬਾਅਦ ਚ ਆਵੇ, ਪਰ ਆਪ ਦਾ ਕੋਈ ਝੱਗਾ ਚੁੰਨੀ ਆ ਜਾਂਦਾ। ਕਈਆਂ ਨੂੰ ਕੱਪੜੇ ਪਾਉਣ ਦਾ ਕੋਟ ਪੈਂਟ ਤੁਹਾਡੇ ਕੋਲ ਵੀ ਸੁੱਖ ਨਾਲ ਬਥੇਰੇ ਆ। ਹੁਣ ਤੁਹਾਡੀ ਵੀ ਅਲਮਾਰੀ ਜਿਹੜੀ ਉਹ ਭਰੀ ਹੋਣੀ। ਦੱਸੋ, ਇਹ ਦੇਖੋ ਕਿਹੋ ਜਿਹਾ ਇੱਕ ਕੋਰਾ ਝੂਠ ਹੈ ਜੀ। ਜੇ ਕੋਟ ਪੈਂਟ ਹੁੰਦੇ ਮਹਾਰਾਜ, ਆ ਦੇਖੋ ਅੱਜ ਕੋਟ ਤੋਂ ਬਾਹਰ ਨਹੀਂ ਬੈਠਾ। ਨਹੀਂ, ਅੱਜ ਇਦਾਂ ਕਹਿ ਦੋ ਗਰੀਬੀ ਦਾ ਵਜ੍ਹਾ ਹੀ ਹੈ ਨਾ। ਹੁਣ ਉਹਦੇ ਤੋਂ ਬਾਅਦ ਕਈ ਵਾਰੀ ਨਾ ਵਿਆਹ ਦੇ ਉੱਤੇ ਬਹੁਤ ਖਰਚਾ ਕੀਤਾ ਹੋਵੇ, ਜੇ ਕੋਈ ਆ ਕਹੇਗਾ ਸੁਲੱਖਣ ਸਿਆਂ ਬੱਲੇ ਬੱਲੇ ਕਰਾਤੀ, ਸਾਰੇ ਪਿੰਡ ਦੇ ਵਿੱਚ ਐਂ ਵਿਆਹ ਨਹੀਂ ਕੀਤਾ ਜਿਵੇਂ ਤੂੰ ਕੀਤਾ ਹੈ। ਨਹੀਂ ਜੀ, ਬਸ ਗਰੀਬੀ ਦਾ ਵਜ੍ਹਾ, ਉਦਾਂ ਦੀ ਗੱਲ ਆਈ ਤੁਸੀਂ ਕੀਤੀ ਆ। ਅੱਛਾ ਚਲੋ, ਹੁਣ ਅੱਗੇ ਤੁਰਦੇ ਆਪਾਂ। ਅੱਗੇ ਤੁਰਦੇ ਹਾਂ ਕਿ ਬਾਅਦ ਵਿੱਚ ਅਸੀਂ ਕੱਪੜੇ ਵੀ ਸਾਬਣ ਨਾਲ ਧੋਣੇ ਸ਼ੁਰੂ ਕੀਤੇ, ਆਪ ਵੀ ਨਹਾਉਣਾ ਧੋਣਾ ਸ਼ੁਰੂ ਕੀਤਾ, 20 ਚੀਜ਼ਾਂ ਹੋਰ, ਸਾਰਾ ਪਾਣੀ ਸ਼ਰਲ ਕਰਕੇ ਕੈਮੀਕਲ ਦਾ ਉੱਥੇ। ਬਿਲਕੁਲ। ਫਿਰ ਸਾਡੇ ਕੋਲੇ ਆ ਗਿਆ, ਅਸੀਂ ਬਾਜ਼ਾਰ ਜਾਣਾ, ਸਾਰੀ ਚੀਜ਼ ਖਰੀਦ ਕੇ ਲਿਆਉਣੀ, ਲਿਫਾਫੇ ਆ ਗਏ, ਹੋਰ ਘਰ ਦੇ ਵਿੱਚ ਪੈਕ ਚੀਜ਼ਾਂ ਆਉਣ ਲੱਗ ਪਈਆਂ, 20 ਤਰ੍ਹਾਂ ਦੀ ਪਲਾਸਟਿਕ ਆਉਣ ਲੱਗ ਪਈ। ਉਹ ਸਾਰੀ ਚੀਜ਼ ਆ ਗਈ ਤਾਂ ਉਹਦਾ ਵੇਸਟ ਤਾਂ ਕਿਤੇ ਸੁੱਟਣਾ। ਸਾਡੀਆਂ ਸਰਕਾਰਾਂ, ਸਾਡੀਆਂ ਪੰਚਾਇਤਾਂ, ਸਾਡੇ ਨੁਮਾਇੰਦੇ, ਸਾਡਾ ਪ੍ਰਸ਼ਾਸਨ ਅੱਜ ਦੀ ਤਰੀਕ ਤੱਕ ਵੀ ਇਸ ਗੱਲ ਦਾ ਪ੍ਰਬੰਧ ਨਹੀਂ ਕਰ ਸਕਿਆ ਕਿ ਉਹ ਜਿਹੜਾ ਵੇਸਟ ਹੁੰਦਾ, ਖਾਸ ਤੌਰ ਤੇ ਜਿਹੜਾ ਸੋਲਿਡ ਵੇਸਟ ਆ, ਉਹਨੂੰ ਅਸੀਂ ਕਿੱਥੋਂ ਸੁੱਟੀਏ ਕਿ ਪਿੰਡ ਵਾਲੇ ਇੱਕ ਥਾਂ ਤੇ ਇਕੱਠਾ ਕਰ ਦੇਣ, ਜਾਂ ਪਿੰਡ ਵਾਲਿਆਂ ਦੇ ਘਰਾਂ ਦੇ ਵਿੱਚੋਂ ਚੁੱਕ ਕੇ ਲਿਜਾਣਾ ਹੈ। ਚਲੋ ਜੇ ਪਿੰਡ ਵਾਲੇ ਕਿਤੇ ਇਕੱਠਾ ਕਰ ਵੀ ਦੇਣ, ਉਹਨੂੰ ਬਾਅਦ ਵਿੱਚ ਡਿਸਪੋਜ਼ ਆਫ ਕਿੱਥੇ ਕਰਨਾ ਹੈ, ਉਹਨੂੰ ਠੀਕ ਤਰੀਕੇ ਦੇ ਨਾਲ ਨਸ਼ਟ ਕਿੱਥੇ ਕਰਨਾ ਹੈ, ਜਿੱਥੇ ਜਾ ਕੇ ਉਹ ਵਾਤਾਵਰਨ ਦੇ ਲਈ ਜਿਹੜਾ ਉਹ ਚੰਗੇ ਤਰੀਕੇ ਸਿੱਧ ਹੋਵੇ। ਹੈ ਨਹੀਂ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, 4-5 ਸ਼ਹਿਰ ਨੇ, ਬੜਾ ਰੌਲਾ ਪਿਆ ਜੀ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਾਉਣੇ ਆ। ਹੁਣ ਸ਼ਹਿਰਾਂ ਦੇ ਵਿੱਚੋਂ ਸੁੱਖ ਨਾਲ ਕੂੜਾ ਬਥੇਰਾ ਨਿਕਲਦਾ, ਪਰ ਕੂੜਾ ਜਦੋਂ ਲਿਜਾ ਕੇ ਇੱਕ ਥਾਂ ਤੇ ਇਕੱਠਾ ਕਰਦੇ ਸੀ, ਲਾਗਲੇ ਪਿੰਡਾਂ ਦੇ ਲੋਕ ਝੰਡਾ ਚੱਕਦੇ ਸੀ ਕਿ ਭਾਈ ਇਹ ਡਿਸਪੋਜ਼ ਆਫ ਤਾਂ ਹੁੰਦਾ ਨਹੀਂ, ਇਹ ਨਸ਼ਟ ਤਾਂ ਹੁੰਦਾ ਨਹੀਂ, ਇਹਦੀ ਕਿਰਿਆ ਤਾਂ ਸੋਧੀ ਨਹੀਂ ਜਾਂਦੀ, ਤੇ ਜਿਨ੍ਹਾਂ ਪਿੰਡਾਂ ਦੇ ਲਾਗੇ ਵੱਡੇ ਵੱਡੇ ਢੇਰ ਲੱਗ ਗਏ ਆ, ਉੱਥੇ ਬਿਮਾਰੀਆਂ ਲੱਗ ਜਾਣੀਆਂ। ਇਸ ਕਰਕੇ ਛੱਪੜ ਜਿਹੜੇ ਆ ਉਹ ਹੋ ਸਕਦਾ ਸੀ ਕਿ ਪਾਈ ਸੂਤ ਹੋ ਜਾਂਦੇ, ਹੋ ਸਕਦਾ ਸੀ ਕਿ ਬਹੁਤੇ ਗੰਧਲੇ ਨਾ ਹੁੰਦੇ, ਪਰ ਅੱਜ ਵੀ ਜੇ ਕਿਸੇ ਪਿੰਡ ਦਾ ਸਰਪੰਚ, ਕਿਸੇ ਪਿੰਡ ਦਾ ਕੋਈ ਪ੍ਰਵਾਸੀ ਪੰਜਾਬੀ ਇਹ ਪ੍ਰਬੰਧ ਕਰ ਵੀ ਦੇਵੇ ਕਿ ਮੈਂ ਪਿੰਡ ਦੇ ਵਿੱਚ ਡਸਟਬਿਨ ਲਾ ਦਿੰਨਾ, ਮੈਂ ਪਿੰਡ ਦੇ ਵਿੱਚ ਆਹ ਕਰ ਦਿੰਨਾ, ਪਰ ਉਹ ਸਾਰਾ ਸਮਾਨ ਇਕੱਠਾ ਕਰਕੇ ਸੁੱਟਿਆ ਕਿੱਥੇ ਜਾਵੇ? ਕੀ ਚੋਚ ਸੁੱਟਿਆ ਜਾਵੇ, ਨਹਿਰ 'ਚ ਸੁੱਟਿਆ ਜਾਵੇ, ਛੱਪੜ 'ਚ ਸੁੱਟਿਆ ਜਾਵੇ? ਸੋ ਕਿਤੇ ਨਾ ਕਿਤੇ ਜਿਹੜਾ ਅਸੀਂ ਇੱਕ ਸਿਸਟਮ ਡਿਵੈਲਪ ਨਹੀਂ ਨਾ ਕਰ ਸਕੇ, ਉਹਦੇ ਕਰਕੇ ਬਹੁਤ ਵੱਡੀ ਸਮੱਸਿਆ ਆਈ। ਵੈਸੇ ਇੰਨੀ ਗੱਲ ਜ਼ਰੂਰ ਸੀ ਕਿ ਜਦੋਂ ਨਿੱਕੇ ਹੁੰਦੇ ਸੀ ਨਾ, ਉਦੋਂ ਟਾਈਮ ਵੀ ਦੇ ਦੇਣਾ, ਮੈਂ ਤਾਂ ਨਹੀਂ ਦਿੰਦਾ ਸੀ, ਪਰ ਕਿਉਂਕਿ ਮੈਂ ਤਾਂ ਤਕੜਾ ਸ਼ੁਰੂ ਤੋਂ ਇਦਾਂ ਦਾ, ਉਦੋਂ ਕਈਆਂ ਜਿਹਨਾਂ ਲੜਨਾ, ਆ ਜੀ ਛੱਪੜ ਕੋ, ਕੋਈ ਗੱਲ ਨਹੀਂ, ਤਕਾਲਾਂ ਨੂੰ ਦੇਖ ਲਊ ਤੈਨੂੰ। ਜਾਣੀ ਛੱਪੜ ਇੱਕ ਆਪਣੇ ਆਪ ਦੇ ਵਿੱਚ ਥਾਂ ਹੁੰਦਾ ਸੀ ਜਿੱਥੇ ਪਬਲਿਕ ਮੀਟਿੰਗ ਵੀ ਨਿੱਕੇ ਨਿਆਣਿਆਂ ਦੀ ਹੋ ਜਾਣੀ, ਛੱਪੜ ਦੇ ਕੰਢੇ ਖੇਡਣ ਦੀਆਂ ਗੱਲਾਂ ਵੀ ਚਲੇ ਜਾਣੀਆਂ। ਫਿਰ ਇੱਕ ਠੀਕਰੀ ਜੀ ਹੁੰਦੀ ਸੀ, ਉਹ ਠੀਕਰੀ ਜਿਹੜੀ ਛੱਪੜ ਦੇ ਪਾਣੀ 'ਚ ਚਰਾ ਕੇ ਮਾਰਨੀ, ਉਹਨੇ ਕਹਿਣਾ ਮੇਰੀ 1 2 3 4 ਵਾਰੀ ਗਈ। ਜਿਹਨੇ ਠੀਕਰੀ ਮਾਰੀ ਹੈ, ਟਿੱਪਣੀ ਤਾਂ ਉਹਨਾਂ ਨੇ ਵੀ ਲਿਖੀ ਦੇਣੀ ਹੈ। ਆਮ ਤੌਰ ਤੇ ਛੱਪੜ ਦੇ ਕਿਨਾਰੇ ਨਾ ਬੋਹੜ ਦੇ ਦਰਖਤ ਹਮੇਸ਼ਾ ਹੀ ਲਾਏ ਹੋਏ ਮਿਲਣਗੇ ਜੀ। ਅੱਜ ਵੀ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਛੱਪੜ ਹੈ ਤੇ ਛੱਪੜ ਦੇ ਕਿਨਾਰੇ 1 ਜਾਂ 2, ਜਿਹਨਾਂ ਨੂੰ ਕਈ ਬਰੋਟੇ ਵੀ ਕਹਿ ਦਿੰਦੇ ਨੇ ਜਾਂ ਬੋਹੜ ਕਹਿ ਦਿੰਦੇ ਆ ਜੀ, ਉਹ ਬੋਹੜ ਦੇ ਥਾਵਾਂ ਦੇ ਵਿੱਚ ਮੈਨੂੰ ਲੱਗਦਾ ਬੋਹੜ ਦੀ ਸੰਘਣੀ ਛਾਂ ਦੇ ਹੇਠਾਂ ਬਹੁਤ ਸਾਰੇ ਲੋਕਾਂ ਨੇ ਦੁਪਹਿਰੇ ਕੱਟੇ ਹੋਣੇ, ਬਹੁਤ ਸਾਰੇ ਲੋਕਾਂ ਨੇ ਪੀਂਘਾਂ ਝੂਟੀਆਂ ਹੋਣੀਆਂ ਨੇ ਜੀ, ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਉੱਤੇ ਲੁਕਣ ਮੀਚੀ ਖੇਡੀ ਹੋਣੀਆਂ, ਕਿਉਂਕਿ ਸੁੱਖ ਨਾਲ ਉਹ ਇੰਨੀ ਦੂਰ ਤੱਕ ਫੈਲ ਜਾਂਦੇ ਸੀ। ਵੱਡੇ ਵੱਡੇ ਟਾਹਣ ਉਹਨਾਂ ਦੇ ਹੋਣੇ, ਇੰਨੇ ਟਾਹਣਿਆਂ ਦੇ ਉੱਤੇ ਲੋਕਾਂ ਨੇ ਲਟਕਦੇ ਫਿਰਨਾ। ਤੇ ਇਸ ਦੇ ਨਾਲ ਜਦੋਂ ਆਪਾਂ ਛੱਪੜ ਦੀ ਗੱਲ ਕਰਦੇ ਹਾਂ, ਤੁਸੀਂ ਗੱਲ ਕੀਤੀ ਪਲਾਸਟਿਕ ਦੀ ਜੀ। ਹੁਣ ਪਲਾਸਟਿਕ ਦੀ ਅਸੀਂ ਵਰਤੋਂ ਇੰਨੀ ਕੁ ਵਧਾਈ ਆ, ਛੱਪੜਾਂ ਦੇ ਵਿੱਚ ਉਹ ਲਿਫਾਫੇ ਆਮ ਤੁਰਦੇ ਫਿਰਦੇ ਨਜ਼ਰ ਆਉਂਦੇ ਆ, ਉੜਦੇ ਫਿਰਦੇ ਨਜ਼ਰ ਆਉਂਦੇ ਆ। ਛੱਪੜ ਦੇ ਵਿੱਚ ਗਿਆ ਭਾਵੇਂ ਲਿਫਾਫਾ, ਭਾਵੇਂ ਤੁਹਾਡਾ ਧਰਤ 'ਤੇ ਰਹਿ ਗਿਆ, ਭਾਵੇਂ ਉਹ ਕਿਸੇ ਨਾਲੀ ਦੇ ਵਿੱਚ ਫਸ ਗਿਆ, ਜਿਹੜਾ ਪਲਾਸਟਿਕ ਇੱਕ ਵਾਰੀ ਅਸੀਂ ਵਰਤੋਂ ਵਿੱਚ ਲੈ ਆਂਦਾ, ਘੱਟੋ ਘੱਟ 1000 ਸਾਲ ਤੱਕ ਉਹ ਡਿਸਪੋਜ਼ ਆਫ ਨਹੀਂ ਹੁੰਦਾ ਜੀ।
ਇਸੇ ਕਰਕੇ ਬਹੁਤ ਸਾਰੇ ਮੁਲਕਾਂ ਨੇ ਹੁਣ ਸੋਚਿਆ ਕਿ ਇਹਦੇ ਉੱਤੇ ਪਾਬੰਦੀ ਲਾਈ ਜਾਵੇ। ਹੁਣ ਤੁਸੀਂ ਗੱਲ ਕੀਤੀ ਹੈ ਕਿ ਭਾਵੇਂ ਉਹਨਾਂ ਨੂੰ ਵੱਖੋ-ਵੱਖ ਡਸਟਬਿਨ ਦੇ ਵਿੱਚ ਪਾ ਵੀ ਲਿਆ ਜਾਵੇ, ਬਾਅਦ ਦੇ ਵਿੱਚ ਸੁੱਟਣਾ ਕਿੱਥੇ ਹੈ ਜੀ। ਮੈਨੂੰ ਲੱਗਦਾ ਕਿ ਉੱਥੇ ਤਾਂ ਹਲੇ ਇਹ ਬਹੁਤ ਵੱਡੀ ਸਮੱਸਿਆ ਕਿ ਸਾਡੇ ਕੋਲੇ ਹਰੇਕ ਘਰ ਦੇ ਵਿੱਚ ਕੋਈ ਬਿਨ ਵੀ ਨਹੀਂ, ਪਰ ਕੁਝ ਕੁ ਜਲੰਧਰ ਦੇ ਜਿਹੜੇ ਪਿੰਡ ਨੇ ਉਹਨਾਂ ਨੇ ਇਸ ਤਰ੍ਹਾਂ ਦੀ ਸੁਵਿਧਾ ਉਪਲਬਧ ਕੀਤੀ ਹੋਈ ਹੈ ਤੇ ਕਰਵਾਈ ਹੋਈ ਹੈ ਜੀ। ਇੱਥੇ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਕਈ ਬਿਨ ਦਿੱਤੇ ਹੋਏ ਨੇ ਕਿ ਇੱਕ ਦੇ ਵਿੱਚ ਤੁਸੀਂ ਆਹ ਚੀਜ਼ ਪਾਉਣੀ ਆ ਜਿਹੜੀ ਆਰਗੈਨਿਕ ਹੈ। ਮੰਨ ਲਓ ਵੀ ਜਿਵੇਂ ਰਹਿੰਦ ਖੂੰਹਦ ਦਾ ਕੋਈ ਸਬਜ਼ੀ ਬਚ ਗਈ ਜਾਂ ਚਾਹ ਦੀ ਪੱਤੀ ਤੋਂ ਬਾਅਦ ਦੇ ਵਿੱਚ ਅਸੀਂ ਨਿਚੋੜੀ ਹੋਈ ਆ ਉਹ ਬਚ ਗਈ। ਕਈ ਚੀਜ਼ਾਂ ਇਹ ਨੇ ਕਿ ਜਿਹਦੇ ਵਿੱਚ ਅਸੀਂ ਪਲਾਸਟਿਕ ਹੈ ਜਿਹੜੀ ਰੀਸਾਈਕਲ ਹੋ ਜਾਂਦੀ ਹੈ ਉਹ ਰੀਸਾਈਕਲ ਵਾਲਾ ਵੱਖਰਾ ਰੱਖਿਆ ਜਿਹਦੇ ਵਿੱਚ ਅਸੀਂ ਕਾਗਜ਼ ਸੁੱਟ ਸਕਦੇ ਹਾਂ। ਇੱਕ ਚੀਜ਼ਾਂ ਉਹਨਾਂ ਨੇ ਇਹ ਰੱਖੀਆਂ ਹੋਈਆਂ ਨੇ ਜਿਹੜੀਆਂ ਨਾ ਰੀਸਾਈਕਲ ਹੁੰਦੀਆਂ ਨੇ ਨਾ ਆਰਗੈਨਿਕ ਨੇ, ਉਹਨਾਂ ਵਾਸਤੇ ਇੱਕ ਵੱਖਰਾ ਬਿਨ ਦਿੱਤਾ ਹੋਇਆ। ਪਰ ਫਿਰ ਵੀ ਇਹਦੇ ਬਾਵਜੂਦ ਹਰ ਸਾਲ ਸਰਕਾਰਾਂ ਨੂੰ ਇਹ ਬੇਨਤੀਆਂ ਕਰਨੀਆਂ ਪੈਂਦੀਆਂ ਨੇ ਕਿ ਭਾਈ ਤੁਸੀਂ ਮਿਕਸ ਨਾ ਕਰਿਆ ਕਰੋ ਜੀ, ਉਹਦੇ ਨਾਲ ਵਾਤਾਵਰਣ ਬਹੁਤ ਖਰਾਬ ਹੁੰਦਾ। ਪਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਿੰਡ ਜੀ ਜਿਹਦੇ ਵਿੱਚ ਭਾਵੇਂ ਪਿੰਡ ਵੱਡਾ ਹੈ ਭਾਵੇਂ ਛੋਟਾ ਹੈ, ਛੱਪੜ ਜ਼ਰੂਰ ਨੇ, ਉਹਦੀ ਸਫਾਈ ਕਿਵੇਂ ਕੀਤੀ ਜਾ ਸਕੇ। ਬਹੁਤ ਸਾਰੇ ਲੋਕਾਂ ਨੇ ਤਾਂ ਪਲਾਂਟ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਪੱਧਰ ਤੇ ਵੀ ਕੀਤੀ ਹੈ, ਪਰ ਪਿੰਡ ਦੇ ਲੋਕਾਂ ਨੂੰ ਇਸ ਗੱਲ ਤੱਕ ਮੈਨੂੰ ਲੱਗਦਾ ਜਾਗਰੂਕ ਨਾ ਸਰਕਾਰਾਂ ਕਰ ਸਕੀਆਂ ਨੇ, ਨਾ ਪੰਚਾਇਤਾਂ ਕਰ ਸਕੀਆਂ, ਨਾ ਲੋਕ ਹੀ ਜਾਗਰੂਕ ਨੇ। ਤੁਸੀਂ ਕਿਸੇ ਨੂੰ ਕਹਿ ਕੇ ਦੇਖਿਓ ਕਿ ਭਾਈ ਆ ਜਿਹੜਾ ਗੰਦਾ ਪਾਣੀ ਹੈ ਨਾ ਆਪਣਾ ਜੀ, ਇਹ ਨਾਲੀ 'ਚ ਨਹੀਂ ਪਾਉਣਾ, ਜਾਂ ਇਹ ਜਿਹੜਾ ਗੰਦਾ ਪਾਣੀ ਹੈ ਆਪਣੇ ਪਿੰਡ ਦੇ ਛੱਪੜ 'ਚ ਨਹੀਂ ਜਾਣਾ ਚਾਹੀਦਾ ਜੀ। ਪਰ ਤੁਸੀਂ ਫਿਰ ਵੀ ਦੇਖਿਓ ਕਿ ਉਹ ਚੀਜ਼ਾਂ ਦੇ ਉੱਤੇ ਨਾ ਕੋਈ ਅਸਰ ਕਰਨਾ ਚਾਹੁੰਦਾ, ਨਾ ਕੋਈ ਇਸ ਤਰੀਕੇ ਨਾਲ ਕਹਿਣਾ ਚਾਹੁੰਦਾ ਕਿ ਕੋਈ ਹਰ ਇੱਕ ਚੀਜ਼ ਵੋਟਾਂ ਨਾਲ ਜੁੜ ਗਈ ਹੈ। ਪਿੰਡ ਦਾ ਸਰਪੰਚ ਇਸ ਕਰਕੇ ਨਹੀਂ ਕਹਿੰਦਾ ਕਿ ਯਾਰ ਇਸ ਪਿੰਡ ਨੇ ਜਾਂ ਇਸ ਘਰ ਨੇ ਤਾਂ ਮੈਨੂੰ ਵੋਟਾਂ ਪਾਈਆਂ ਸੀ, ਕੱਲ ਨੂੰ ਮੈਨੂੰ ਕਹੂੰਗੀ ਪੰਚਾਇਤੀ ਮੈਂ ਚੋਣ ਫੇਰ ਆ ਜਾਣੀ ਹੈ, ਫਿਰ ਉਹਦੇ ਤੋਂ ਬਾਅਦ ਐਮਐਲਏ ਨੇ ਉਹਨਾਂ ਨੂੰ ਪੁੱਛ ਲਓ ਵੀ ਯਾਰ ਕੋਈ ਪਿੰਡਾਂ ਦੇ ਵਿੱਚ ਸੁਧਾਰ ਦੀ ਗੱਲ ਕਰੋ ਜੀ। ਉਹ ਕਹਿੰਦੇ ਅਸੀਂ ਗ੍ਰਾਂਟ ਤਾਂ ਭਿਜਵਾ ਦਿਆਂਗੇ, ਪਰ ਉਹ ਲਾਉਣੀ ਕਿੱਥੇ ਹੈ, ਕਿਵੇਂ ਲਾਉਣੀ ਹੈ, ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿਣਾ ਕਿਉਂਕਿ ਮਿਲੀ ਭੁਗਤ ਹਰ ਥਾਂ ਤੇ ਚੱਲਦੀ ਹੈ। ਜਿੰਨੀ ਦੇਰ ਤੱਕ ਸਰਕਾਰ ਭਾਵੇਂ ਵੱਡੀ ਹੈ ਭਾਵੇਂ ਛੋਟੀ ਹੈ, ਕਿਉਂਕਿ ਪੰਚਾਇਤ ਵੀ ਇੱਕ ਸਰਕਾਰ ਹੀ ਆ ਜੀ, ਜਿੰਨੀ ਦੇਰ ਤੱਕ ਆ ਵੋਟਾਂ ਵਾਲਾ ਕੰਮ ਰਹਿਣਾ ਉਨੀ ਦੇਰ ਤੱਕ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਉਹ ਚਾਹੁੰਦੇ ਹੋਏ ਵੀ ਕਹਿ ਨਹੀਂ ਸਕਣਗੇ। ਬੈਨੀਪਾਲ ਸਾਹਿਬ ਜਵਾਬ ਹਾਂ ਦਾ ਨਾ ਚਾਹੀਦਾ ਜੀ। ਕਦੇ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਛੱਪੜ ਤੇ ਕਬਜ਼ਾ ਥੋੜੀ ਹੋਇਆ ਜੀ, ਨਹੀਂ ਹੋਇਆ। ਹੁਣ ਦੇਖੋ ਕਿੰਨੀਆਂ ਚੀਜ਼ਾਂ ਸਾਡੀਆਂ ਯਾਦਾਂ ਜਿਹੜੀਆਂ ਛੱਪੜਾਂ ਦੇ ਨਾਲ ਜੁੜੀਆਂ। ਬਿਲਕੁਲ। ਪਹਿਲੀ ਗੱਲ ਹੈ ਕਿ ਬਹੁਤੇ ਪਿੰਡਾਂ ਦੇ ਵਿੱਚ ਕੇਸ ਹੀ ਚੱਲੀ ਜਾਂਦੇ ਆ ਜੀ, ਫਲਾਨਾ ਸਰਪੰਚ ਬਣਿਆ ਸੀ ਉਹਨੇ ਛੱਪੜ ਖੱਬੇ ਪਾਸਿਓਂ ਦੱਬ ਲਿਆ ਜੀ, ਮੁੜ ਕੇ ਫਲਾਨਿਆਂ ਦਾ ਬੰਦਾ ਸਰਪੰਚ ਬਣਿਆ ਸੀ ਉਹਨੇ ਦੂਜੇ ਪਾਸਿਓਂ ਭਰਤ ਪਾ ਲਈ ਜੀ। ਕਈ ਵਾਰੀ ਤਾਂ ਚੋਣਾਂ ਇਸੇ ਗੱਲ ਦੇ ਉੱਤੇ ਲੜੀਆਂ ਜਾਂਦੀਆਂ, ਮੈਨੂੰ ਸਰਪੰਚ ਬਣਾ ਦਿਓ ਮੈਂ ਛੱਪੜ ਦਾ ਥਾਂ ਕਢਾ ਲੂੰ। ਛੱਪੜ ਜਾਂ ਗਲੀਆਂ ਨਾਲੀਆਂ ਦੀ ਗੱਲ ਸ਼ੁਰੂ ਜਾਂਦੀ, ਗਲੀਆਂ ਨਾਲੀਆਂ ਤੇ ਕੰਮ ਚੱਲੀ ਜਾਂਦਾ। ਹੁਣ ਹੋਰ ਦੇਖੋ ਇੱਥੋਂ ਤੱਕ ਵੀ ਮਸਲਾ ਕਈ ਵਾਰੀ ਆ ਜਾਂਦਾ ਜੇ ਛੱਪੜ ਦੇ ਨਾਲ ਸੰਬੰਧ ਰੱਖਿਆ ਦੇਖਣਾ ਹੋਵੇ ਕਿ ਉਹ ਛੱਪੜ ਵਾਲਾ ਜਿਹੜਾ ਥਾਂ ਆ, ਕਈ ਪਿੰਡਾਂ ਦੇ ਵਿੱਚ ਪਲਾਟ ਕੱਟ ਕੇ ਗਰੀਬਾਂ ਨੂੰ ਦੇਣੇ ਹੁੰਦੇ ਆ ਕਿ ਭਾਈ ਤੁਹਾਡੇ ਸਿਰ ਤੇ ਛੱਤ ਨਹੀਂ। ਉਹ ਚੋਣਾਂ ਤੋਂ ਪਹਿਲਾਂ ਕਹਿ ਦੇਣਾ ਤੁਹਾਨੂੰ ਪਲਾਟ ਦਿੱਤੇ, ਬਾਅਦ 'ਚ ਪਤਾ ਲੱਗਣਾ ਛੱਪੜ 'ਚ ਕੱਟ ਦਿੱਤੇ ਆ। 30 ਫੁੱਟ ਛੱਪੜ ਡੂੰਘਾ, 40 ਫੁੱਟ ਡੂੰਘਾ, ਗੋਡੇ ਉੱਥੇ ਪਾਣੀ ਆ, ਛੱਲਾਂ ਬਾਹਰਲੇ ਪਾਸੇ ਨੂੰ ਆਉਂਦੀਆਂ ਤੇ ਪਲਾਟ ਤੁਸੀਂ ਛੱਪੜ ਦੇ ਵਿੱਚ ਕੱਟ ਦੇਣੇ ਆ। ਯਾਨੀ ਕਿ ਬਹੁਤ ਸਾਰੇ ਪਿੰਡਾਂ 'ਚ ਇਦਾਂ ਆਉਂਦਾ, ਪਰ ਪੰਜਾਬ ਦੇ ਕਈ ਪਿੰਡ ਇਦਾਂ ਦੇ ਵੀ ਹੈਗੇ ਆ। ਹੁਣ ਹੋ ਸਕਦਾ ਕਿ ਟਿੱਪਣੀਆਂ ਦੇ ਵਿੱਚ ਇਦਾਂ ਦੀ ਗੱਲ ਆ ਜਾਏ, ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਂ ਸਰਪੰਚਾਂ ਨੇ ਪਿੰਡਾਂ ਦੇ ਲੋਕਾਂ ਦੇ ਨਾਲ ਤੇ ਪ੍ਰਵਾਸੀਆਂ ਨਾਲ ਮਿਲ ਕੇ ਛੱਪੜਾਂ ਦੀ ਕਾਇਆ ਕਲਪ ਕਰ ਦਿੱਤੀ ਹੈ। ਮਾਲਵੇ ਦੇ ਵਿੱਚ ਇੱਕ ਪਿੰਡ ਇਦਾਂ ਦਾ ਜਿਸ ਪਿੰਡ ਦੇ ਵਿੱਚ ਛੱਪੜ ਦੇ ਨੇੜੇ ਜਾਣ ਨੂੰ ਰੂਹ ਕਰਦੀ ਹੈ। ਅਗਲੇ ਪ੍ਰਾਹੁਣਾ ਆਉਂਦਾ ਤਾਂ ਇਦਾਂ ਨਹੀਂ ਕਹਿੰਦੇ ਛੱਪੜ ਵਾਲੇ ਪਾਸਿਓਂ ਨਾ ਜਾਈ, ਉਹ ਕਹਿੰਦੇ ਕਿ ਭਾਈ ਆ ਤੈਨੂੰ ਪਿੰਡ ਦਾ ਛੱਪੜ ਦਿਖਾ ਕੇ ਲਿਆਉਣੇ ਆ। ਕਾਰਨ ਕੀ ਹੈ? ਸਰਪੰਚ ਸਾਹਿਬ ਨੇ, ਬਾਕੀ ਪੰਚਾਇਤ ਮੈਂਬਰਾਂ ਨੇ, ਪ੍ਰਵਾਸੀਆਂ ਨੇ, ਪਿੰਡ ਵਾਲਿਆਂ ਨੇ ਰਲ ਕੇ ਜੀ ਸਾਰਾ ਛੱਪੜ ਸਾਫ਼ ਕਰਾਤਾ। ਬਕਾਇਦਾ ਲਗਾਤਾਰ ਸਾਫ਼ ਹੁੰਦਾ ਤੇ ਨਾਲ ਦੀ ਨਾਲ ਉਹ ਛੱਪੜ ਦੇ ਚਾਰੇ ਪਾਸੇ ਗੰਦਗੀ ਨਹੀਂ, ਉਹਨਾਂ ਨੇ ਆਲੇ ਦੁਆਲੇ ਸੈਰ ਕਰਨ ਨੂੰ ਘਾਹ ਵੀ ਲਾਤਾ ਤੇ ਸਾਰੀ ਜਿਹੜੀ ਹੈ ਇੱਕ ਤਰ੍ਹਾਂ ਦੀ ਟਰੈਕ ਬਣਾਤਾ ਪੂਰਾ। ਉਸ ਛੱਪੜ ਦੇ ਵਿੱਚ ਅਗਲਿਆਂ ਨੇ ਲਾਈਟਾਂ ਵੀ ਲਾਤੀਆਂ, ਉਸ ਛੱਪੜ ਦੇ ਵਿੱਚ ਬੋਟਿੰਗ ਵੀ ਹੁੰਦੀ ਹੈ, ਉਸ ਛੱਪੜ ਦੇ ਆਲੇ ਦੁਆਲੇ ਇਦਾਂ ਦੀਆਂ ਗਤੀਵਿਧੀਆਂ ਸ਼ੁਰੂ ਕਰਾਤੀਆਂ ਕਿ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਸੀ ਕਿ ਭਾਈ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਕੋਆਪਰੇਟਿਵ ਸੁਸਾਇਟੀ ਹੈਗੀ ਹੈ, ਜੇ ਇੱਕ ਕੋਆਪਰੇਟਿਵ ਸੁਸਾਇਟੀ ਇੰਨੀ ਠੋਕ ਕੇ ਕੰਮ ਕਰ ਸਕਦੀ ਹੈ ਤਾਂ ਬਾਕੀਆਂ ਦੇ ਗੋਡਿਆਂ ਦੇ ਵਿੱਚ ਕਿਹੜਾ ਗਰੀਸ ਮੁੱਕੀ ਹੋਆ। ਇਸੇ ਹੀ ਤਰ੍ਹਾਂ ਜੇ ਪੰਜਾਬ ਦੇ 15, 20, 25 ਪਿੰਡਾਂ ਦੇ ਛੱਪੜ ਸਾਫ਼ ਹੋ ਸਕਦੇ ਆ, ਉਹਨਾਂ ਦੇ ਵਿੱਚੋਂ ਕਈ ਪਿੰਡਾਂ ਦੇ ਛੱਪੜਾਂ 'ਚ ਬੋਟਿੰਗ ਹੋ ਸਕਦੀ ਹੈ, ਉਹਨਾਂ ਦੇ ਵਿੱਚੋਂ ਕਈ ਪਿੰਡਾਂ ਦੇ ਛੱਪੜਾਂ ਦੇ ਆਲੇ ਦੁਆਲੇ ਔਰਤਾਂ ਸਵੇਰ ਸ਼ਾਮ ਸੈਰ ਕਰ ਸਕਦੀਆਂ, ਬੱਚੇ ਖੇਡ ਸਕਦੇ ਆ, ਪਾਰਕ ਨੇੜੇ ਬਣ ਸਕਦਾ ਹੈ, ਉਸ ਛੱਪੜ ਦਾ ਪਾਣੀ ਖੇਤੀਬਾੜੀ ਲਈ ਲੱਗ ਸਕਦਾ ਹੈ, ਉਹ ਛੱਪੜ ਲਿਫਾਫਿਆਂ ਤੋਂ ਮੁਕਤ ਹੋ ਸਕਦਾ। ਪੰਜਾਬ ਦੇ ਬਾਕੀ 12.5 ਪੌਣੇ 13,000 ਪਿੰਡਾਂ ਦੇ ਵਿੱਚ ਵੀ ਤਾਂ ਇੰਨਾ ਕੁ ਕੰਮ ਹੋ ਸਕਦਾ। ਹਾਂ, ਜਿੰਨੀ ਦੇਰ ਸਰਪੰਚੀ ਪੰਚੀ ਛੱਪੜ ਦੇ ਨਾਂ ਤੇ ਹੁੰਦੀ ਰਹਿਣੀ ਹੈ। ਤੇ ਇੱਕ ਬਹੁਤ ਵੱਡਾ ਮੁੱਦਾ, ਮੈਂ ਕਹਿੰਦਾ ਕਿ ਦਰਸ਼ਕ ਸਹਿਮਤ ਹੋਣਗੇ ਇਸ ਗੱਲ ਦੇ ਨਾਲ, ਪਿੰਡਾਂ ਦੇ ਵਿੱਚ ਕੇਸ ਚੱਲਦੇ ਆ, ਪਿੰਡਾਂ ਦੇ ਵਿੱਚ ਲੜਾਈਆਂ ਹੁੰਦੀਆਂ ਕਿ ਭਾਈ
ਪਰਲੇ ਪਾਸੇ ਵਾਲਿਆਂ ਦਾ ਪਾਣੀ ਅਸੀਂ ਛੱਪੜ ਆਪਣੇ ਵਾਲੇ ਪਾਸੇ ਨਹੀਂ ਪੈ ਕੇ ਦੇਣਾ। ਇਹ ਹੁਣ ਸਾਡੇ ਘਰ ਦੇ ਮੋਹਰ ਦੀ ਪਾਣੀ ਜਾਊਗਾ, ਸਾਰੇ ਪਿੰਡ ਦਾ ਗੰਦ ਜਾਊਗਾ ਸਾਡੇ ਘਰ ਦੇ ਮੋਹਰ ਦੀ। ਆਖਿਰਕਾਰ ਤਾਂ ਉਹ ਪਾਣੀ ਕਿਤੇ ਨਾ ਕਿਤੇ ਜਾਣਾ, ਨਿਕਾਸੀ ਤਾਂ ਕਰਨੀ ਹੈ ਜੀ। ਹਾਂ ਨਿਕਾਸੀ ਤਾਂ ਕਰਨੀ ਹੈ। ਉਹਦੇ ਲਈ ਕਦੇ BDPO ਤੱਕ ਗੱਲ ਚਲੇਗੀ, ਕਦੇ MLA ਤੱਕ ਗੱਲ ਚਲੇਗੀ, ਕਦੇ ਸੈਸ਼ਨ ਕੋਰਟ ਤੱਕ ਗੱਲ ਚਲੇ, ਹਾਈ ਕੋਰਟ ਤੱਕ ਪਿੰਡਾਂ ਵਾਲੇ ਕੀ ਤਰੀਕਾ ਭੁਗਤੀ ਜਾਂਦੇ ਆ। ਹੁਣ ਕਿਤੇ ਨਾ ਕਿਤੇ ਉਸ ਗੱਲ ਤੋਂ ਇਹ ਛੱਪੜ ਦੀ ਗੰਦਗੀ ਦੇ ਨਾਲ ਇਹਦੀ ਗੰਦਗੀ ਜਿਹੜੀ ਹੈ ਉਹ ਦੂਰ ਕਰਨੀ ਬਹੁਤ ਜ਼ਰੂਰੀ ਹੈ। ਬਾਠ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਪੰਚਾਇਤਾਂ ਨੇ ਜਾਂ ਪੰਚਾਂ ਨੂੰ ਕੌਣ ਪੁੱਛਦਾ ਹੈ? ਮੇਲੇ 'ਚ ਚੱਕੀ ਰੋਣੇ ਨੂੰ ਕੌਣ ਪੁੱਛਦਾ ਜੀ? ਸਰਪੰਚ 5 ਕਰੀ ਜਾਵੇ, ਸਰਪੰਚ 50 ਕਰੀ ਜਾਵੇ, ਉਹ ਤਾਂ ਵਿਚਾਰੇ ਨਾਂ ਦੀ ਚਾਰ ਟੋਟਰੂ ਇਕੱਠੇ ਕੀਤੇ ਹੁੰਦੇ ਆ ਕਈ ਵਾਰ ਜੀ। ਪਰ ਕਈ ਪਿੰਡ ਦੀਆਂ ਪੰਚਾਇਤਾਂ ਦੇ ਵਿੱਚ ਜਿਹੜੇ ਪੰਚਾਇਤ ਮੈਂਬਰ ਨੇ ਉਹ ਸਰਪੰਚ ਨਾਲੋਂ ਵੱਧ ਪੜ੍ਹੇ ਲਿਖੇ ਸੂਝਵਾਨ ਨੇ। ਉਹ ਕਹਿ ਵੀ ਦਿੰਦੇ ਆ ਕਿ ਸਰਪੰਚ ਸਾਹਿਬ ਆਹ ਕੰਮ ਠੀਕ ਨਹੀਂ ਹੋ ਰਿਹਾ, ਉਹ ਰੋਕ ਲੈਂਦੇ ਆ, ਡੱਕ ਲੈਂਦੇ ਆ ਜੀ। ਪਰ ਕਈਆਂ ਥਾਵਾਂ ਤੁਸੀਂ ਜ਼ਿਕਰ ਕੀਤਾ ਕਿ ਸਰਪੰਚ ਨੇ ਜਾਂ ਪੰਚਾਇਤਾਂ ਨੇ ਛੱਪੜਾਂ ਦੇ ਵਿੱਚ ਪਲਾਟ ਕੱਢ ਦਿੱਤੇ। ਪਰ ਕਈ ਇਸ ਤਰ੍ਹਾਂ ਦੇ ਪਿੰਡ ਨੇ, ਉਹਨਾਂ 'ਚ ਮੇਰਾ ਪਿੰਡ ਵੀ ਸ਼ਾਮਲ ਹੈ ਜੀ, ਉਹਨਾਂ ਨੇ ਪਲਾਟ ਕੱਟ ਕੇ ਦੇਣ ਦੀ ਜ਼ਰੂਰਤ ਨਹੀਂ ਪਈ, ਆਪੇ ਹੀ ਕੱਟ ਲੈ, ਆਪੇ ਹੀ ਕੱਟ ਲੈ। ਤੁਸੀਂ ਕਹਿ ਰਹੇ ਹੋ 30 ਫੁੱਟ ਭਾਵੇਂ 50 ਫੁੱਟ ਡੂੰਘਾ ਹੋਵੇ, ਤੁਹਾਨੂੰ ਪਤਾ ਹੈ ਕਿ 2-4 ਗੱਜ ਜਾਂ ਮਰਲੇ ਜ਼ਮੀਨ ਖਰੀਦਣੀ ਹੈ, ਜਿਹਦੇ ਉੱਤੇ ਮਕਾਨ ਪਾਉਣਾ ਹੈ, ਉਹ ਤਾਂ ਖਰੀਦਣਾ ਪਊ, 4 ਪੈਸੇ ਲਾਉਣ ਪੈਣਗੇ, 4 ਛਿੱਲੜ ਲੱਗਣਗੇ। ਜੇ ਤੁਸੀਂ ਉੱਥੇ ਭਰਤ ਪਾ ਕੇ ਜੀ ਮੁਫਤੋਂ ਮੁਫਤੀ ਕੰਮ ਕਰ ਲੈਣਾ ਤੇ ਫਿਰ ਮੇਰੇ ਖਿਆਲ ਹੈ ਇਹਦੇ ਨਾਲੋਂ ਵਧੀਆ ਹੋਰ ਸੌਦਾ ਕਿਹੜਾ ਹੋ ਸਕਦਾ। ਪਰ ਪਿੰਡ ਦੀ ਪੰਚਾਇਤ ਨੇ ਇੰਨੀ ਕੁ ਮਿਹਰਬਾਨੀ ਜ਼ਰੂਰ ਕੀਤੀ ਹੈ, ਪਿੰਡ ਦੀ ਸ਼ਾਮਲਾਟ ਜ਼ਮੀਨ ਕਿਸੇ ਵੇਲੇ ਉਹ ਛਡਾ ਲਈ ਸੀ ਜੀ। ਕੋਈ ਪਿੰਡ ਦਾ ਪਰਿਵਾਰ ਉਹਨੂੰ ਦੱਬਣ ਲੱਗਿਆ ਸੀ, ਪਰ ਉਸ ਵਕਤ ਚਾਰਾਜੋਈ ਕੀਤੀ, ਉਹ ਛਡਾਈ ਗਈ। ਪਰ ਅੱਜ ਉਹ ਪਿੰਡ ਦੇ ਵਿੱਚ ਖੇਡ ਸਟੇਡੀਅਮ ਵਾਸਤੇ ਵਰਤੀ ਜਾ ਸਕਦੀ ਸੀ। ਪਿੰਡ ਦੇ ਵਿੱਚ ਕੋਈ ਸਰਕਾਰੀ ਵੱਡੀ ਕੋਈ ਮਸ਼ੀਨਰੀ, ਕੋਈ ਪਲਾਂਟ ਲਾਉਣ ਵਾਸਤੇ, ਕਿਉਂਕਿ ਸਰਕਾਰ ਕਹਿੰਦੀ ਹੈ ਜ਼ਮੀਨ ਦਿਓ ਜੀ, ਬਾਕੀ ਕੰਮ ਸਾਡਾ। ਹੁਣ ਉਹ ਮੈਨੂੰ ਲੱਗਦਾ ਉਹਨਾਂ ਨੇ ਕਿਸੇ ਨੇ 4 ਵਿੱਗੇ ਜੀ, ਕਿਸੇ ਨੇ ਲਗਭਗ ਏਕੜ, ਕਿਸੇ ਨੇ ਹਾਫ ਏਕੜ, ਉਹ ਦੱਬ ਕੇ ਬੈਠ ਗਏ ਆ। ਗੱਲ ਸਰਪੰਚੀ ਦੀਆਂ ਵੋਟਾਂ ਤੇ ਸੀ ਕਿ ਜਿਹੜਾ ਉਹਨੂੰ ਰੋਕੂਗਾ ਤੇ ਉਹਦੇ ਤਾਂ ਮੇਰਾ ਖਿਆਲ ਹੈ ਉਹਦਾ ਬਾਈਕਾਟ ਉਹਨਾਂ ਨੇ ਕਰਨਾ ਹੀ ਕਰਨਾ ਸੀ। ਪਰ ਜਿਹੜਾ ਪਿੰਡ ਦਾ ਛੱਪੜ ਸੀ ਜੀ, ਕੁਝ ਲੋਕਾਂ ਦੇ ਪਹਿਲਾਂ ਥੋੜੀਆਂ ਆਬਾਦੀ ਨੁਮਾ, ਕਿਸੇ ਨੇ ਮਰਲਾ, ਕਿਸੇ ਨੇ ਅੱਧਾ ਮਰਲਾ ਭਰਤ ਪਾ ਕੇ, ਜਿਨ੍ਹਾਂ ਵੇਲਿਆਂ ਦੇ ਵਿੱਚ ਪਾਣੀ ਛੱਪੜ ਦੇ ਵਿੱਚੋਂ ਸੁੱਕ ਜਾਂਦਾ ਤੇ ਉਹ ਬਹੁਤ ਵਧੀਆ ਤਰੀਕੇ ਨਾਲ, ਜਿਵੇਂ ਖਰਬੂਜੇ ਦੀਆਂ ਫਾੜੀਆਂ ਹੁੰਦੀਆਂ ਨੇ ਨਾ, ਇਸ ਤਰੀਕੇ ਨਾਲ ਚੀਕਣੀ ਮਿੱਟੀ ਫਟ ਜਾਂਦੀ ਹੈ। ਉਹ ਡਲੇ ਢੋ ਕੇ ਉਹਨਾਂ ਲੋਕਾਂ ਨੇ ਨਾ ਉਹ ਥੋੜੀ ਜੀ ਹਰੇਕ ਸਾਲ ਫੁੱਟ 2-2 ਫੁੱਟ 4-4 ਫੁੱਟ ਵਧਾਈ, ਵਿਕਾਸ ਕੀਤਾ। ਜਿੰਨਾ ਕੁ ਉਹਨਾਂ ਦੇ ਵਿੱਚ ਘਰ ਦੇ ਵਿੱਚ, ਕਈਆਂ ਦੇ ਵਿੱਚ 4 ਜੀ ਵੱਧ ਸੀ, ਕਈਆਂ 'ਚ ਘੱਟ ਸੀ, ਜਿੰਨੀ ਉਸ ਪਰਿਵਾਰ ਦੀ ਸਮਰੱਥਾ ਸੀ, ਉਹਨਾਂ ਨੇ ਉਹ ਸੁੱਕੇ ਹੋਏ ਦਿਨਾਂ ਦੇ ਵਿੱਚ ਉਹ ਸਮਰੱਥਾ ਵਧਾ ਕੇ ਆਪਣੇ ਪਲਾਟ ਦੇ ਵਿੱਚ ਚੋਖਾ ਵਾਧਾ ਕੀਤਾ। ਤੇ ਹੁਣ ਜੇਕਰ ਜਾ ਕੇ ਕੋਈ ਦੇਖੇ, ਉਹ ਇੱਕ ਬੰਸਰੀ ਨੂੰਮਾ ਛੋਟੇ ਬਾਂਸ ਹੁੰਦੇ ਨੇ, ਉਹਨਾਂ ਨੇ ਕੀ ਕਰਨਾ, ਜਿੱਥੇ ਤੱਕ ਭਰਤ ਪਾ ਲਿਆ, ਛੱਲੇ ਵਰਗੇ ਬਾਂਸ, ਹਾਂ, ਉਹਨਾਂ ਨੇ ਕੀ ਕਰਨਾ ਤੇ ਉਹ ਤੋਂ ਬੰਸਰੀਆਂ ਜਿਹੀਆਂ ਲਾ ਦੇਣੀਆਂ ਜੀ। ਉਹ ਬੰਸਰੀਆਂ ਜਿਹੀਆਂ ਹੋ ਬਹੁਤ ਜਾਂਦੀਆਂ ਨੇ, ਕੁਝ ਅੱਕ ਢੱਕ ਜਾ ਲਾ ਦੇਣਾ, ਕਿਉਂਕਿ ਉਹਦੇ ਉੱਤੇ ਡਲੇ ਸੁੱਟ ਕੇ ਭਰਨਾ ਬੜਾ ਸੁਖਾਲਾ ਰਹਿੰਦਾ ਸੀ। ਅੱਜ ਜਾ ਕੇ ਮੇਰਾ ਖਿਆਲ ਹਾਫ ਏਕੜ ਦੇ ਉਹ ਮਾਲਕ ਬਣੇ ਬੈਠੇ ਆ। ਅੱਜ ਜੇ ਕੋਈ ਸਰਕਾਰ ਚਾਹਵੇ, ਅੱਜ ਇਹ ਪਿੰਡ ਦੀ ਪੰਚਾਇਤ ਚਾਹਵੇ, ਮੇਰੇ ਖਿਆਲ ਆ ਉਹ ਦਿਨ ਦੂਰ ਹੋ ਗਏ ਕਿ ਉਹਨਾਂ ਦਾ ਉੱਥੋਂ ਕਬਜ਼ਾ ਛੁਡਾਇਆ ਜਾ ਸਕਦਾ। ਦੇਖੋ, ਕਬਜ਼ਾ ਤਾਂ ਕਈ ਸਾਡੇ ਲੀਡਰ ਵੀ ਕਹਿੰਦੇ ਆ ਕਿ ਇੰਨੇ 1000 ਏਕੜ ਦੇ ਉੱਤੇ ਪੰਜਾਬ ਦੇ ਵਿੱਚ ਨਜਾਇਜ਼ ਕਬਜ਼ਾ, ਜੇ ਪਤਾ ਹੈ ਤਾਂ ਭਾਈ ਛੁਡਾ ਦਿਓ, ਜਾਂ ਫਿਰ ਦੱਸੋ ਹੀ ਨਾ, ਜਾਂ ਫਿਰ ਹੁਣ ਨਾ ਦਿਓ, ਜਾਂ ਫਿਰ ਚੱਲੀ ਜਾਣ ਦਿਓ। ਹੁਣ ਪਰ ਬਾਕੀ ਬੈਨੀਪਾਲ ਸਾਹਿਬ ਇੱਕ ਗੱਲ ਹੈਗੀ ਆ, ਹੁਣ ਬਹੁਤੇ ਵੱਡੇ ਕੰਮ ਤਾਂ ਹੋ ਸਕਦਾ ਆਪਾਂ ਨਾ ਕਰਦੇ ਹੋਈਏ। ਹੁਣ ਲੇਕ ਲੂਇਸ ਦੇ ਕੰਢੇ ਬੈਠੇ ਸੀ ਪੰਜਾਬ ਦੇ ਪਿੰਡ ਦਾ, ਜਾਣੀ ਕਿ ਆਪਣੇ ਪਿੰਡਾਂ ਦੇ ਛੱਪੜ ਦਾ ਚੇਤਾ ਤਾਂ ਆਉਣਾ ਹੀ ਸੀ। ਫਿਰ ਜਦੋਂ ਇਧਰਲਾ ਸਾਫ਼ ਤੇ ਨਿਰਮਲ ਪਾਣੀ ਦੇਖਦੇ ਆ, ਫਿਰ ਉਹਦਾ ਤਾਂ ਚੇਤਾ ਆਉਂਦਾ ਕਿ ਭਾਈ ਉਹ ਗੱਲ ਇਧਰੋਂ ਉਧਰਲੇ ਪਾਸੇ ਨੂੰ ਤਬਦੀਲ ਕਿਵੇਂ ਹੋ ਗਈ। ਪਰ ਇੰਨੀ ਗੱਲ ਜ਼ਰੂਰ ਹੈ ਕਿ ਇੱਕ ਵਾਰੀ ਤੁਹਾਨੂੰ ਭਾਈ ਫੇਰ ਦੱਸ ਦਈਏ ਕਿ ਅੱਜ ਕੈਨੇਡਾ ਦੇਸ਼ ਹੈ ਤੇ ਉਹਦਾ ਪ੍ਰੋਵਿੰਸ, ਉਹਦਾ ਸੂਬਾ ਜਿਹੜਾ ਅਲਬਰਟਾ, ਤੇ ਉਹਦੇ ਵਿੱਚ ਬਹੁਤ ਪ੍ਰਸਿੱਧ ਜਿਹੜੀ ਹੈ ਇਹ ਲੇਕ ਲੂਇਸ ਹੈ, ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਜਿਹੜੀ ਇੱਕ ਇੱਛਾ ਹੁੰਦੀ ਹੈ ਕਿ ਭਾਈ ਜੇ ਕਿਤੇ ਢੋ ਮੇਲਾ ਬਣਿਆ ਨਾ, ਜੇ ਕਿਤੇ ਕੁਦਰਤ ਨੇ ਚਾਹਿਆ ਤੇ ਆਪਾਂ ਉੱਥੇ ਗੇੜਾ ਮਾਰ ਕੇ ਆਉਣਾ ਹੈ। ਅੱਜ ਦਾ ਪ੍ਰਾਈਮ ਫੋਕਸ ਪ੍ਰੋਗਰਾਮ ਅਸੀਂ ਉਹਦੇ ਐਨ ਕੰਢੇ ਦੇ ਉੱਤੇ ਬੈਠ ਕੇ ਕਰ ਰਹੇ ਹਾਂ। ਤੇ ਜਦੋਂ ਭਰ ਗਰਮੀ ਹੁੰਦੀ ਹੈ ਤੇ ਉਦੋਂ ਪਾਣੀ ਇੱਥੇ ਤੱਕ ਆਇਆ ਹੁੰਦਾ ਜਿੱਥੇ ਕਿ ਅਸੀਂ ਬੈਠੇ ਹਾਂ, ਤੇ ਐਨ ਸ਼ੁੱਧ ਨਿਰਮਲ ਹੁੰਦਾ। ਆਪਾਂ ਪੰਜਾਬ ਨੂੰ, ਭਾਰਤ ਨੂੰ ਇਦਾਂ ਦਾ ਬਣਾਉਣਾ ਹੈ, ਉਹਦਾ ਪਾਣੀ ਜਿਹੜਾ ਇੰਨਾ ਕੁ ਸਾਫ਼ ਕਰਨਾ ਹੈ। ਪਰ ਇੰਨੀ ਕੁ ਗੱਲ ਜ਼ਰੂਰ ਹੈ ਬੈਨੀਪਾਲ ਸਾਹਿਬ ਜੀ, ਬਹੁਤਾ ਵੱਡਾ ਤਾਂ ਨਹੀਂ ਆਪਾਂ ਕੋਈ ਕੰਮ ਕਰ ਸਕਦੇ, ਤਬਦੀਲੀ ਕਰ ਸਕਦੇ। ਪਰ ਇੱਕ ਸਵਾਲ ਹੈਗਾ ਕਿ ਜਿਹੜੇ ਛੱਪੜ ਦੇ ਵਿੱਚ ਲਿਫਾਫਾ ਹੁੰਦਾ ਜੀ, ਹੁਣ ਜਦੋਂ ਆਪਾਂ ਬਾਜ਼ਾਰ ਜਾਂਦੇ ਹਾਂ, ਪੰਜਾਬ ਵਾਲਿਓ ਆਪਾਂ ਸਾਰੇ ਜਦੋਂ ਜਾਂਦੇ ਹਾਂ ਤਾਂ ਉਦੋਂ ਫਿਰ ਜਦੋਂ ਆਪਾਂ 4 ਸਬਜ਼ੀਆਂ ਲੈਂਦੇ ਹਾਂ, ਕਹਿੰਦੇ ਧਨੀਆ ਦੀ ਗੁੱਛੀ ਵੱਖਰੇ ਲਿਫਾਫੇ 'ਚ ਪਾ ਦੇਂ ਬਈ, ਉਹਦੇ ਤੋਂ ਬਾਅਦ ਕੀ ਆਪਾਂ ਥੋੜਾ ਜਿਹਾ ਸਮਾਨ ਜਿਹੜਾ ਇੱਕ ਲਿਫਾਫੇ 'ਚ ਪਾਇਆ ਜਾ ਸਕਦਾ, 4 ਲਿਫਾਫਿਆਂ 'ਚ ਲਿਆਉਣੇ ਕਿ ਨਹੀਂ ਲਿਆਉਣੇ, ਝੋਲਾ ਲਿਜਾਇਆ ਜਾ ਸਕਦਾ। ਜੇ ਚੇਤਾ ਵੀ ਭੁੱਲ ਗਿਆ ਤੇ ਇੱਕ ਲਿਫਾਫੇ 'ਚ ਲੈ ਆਓ। ਉਹਦੇ ਤੋਂ ਬਾਅਦ ਇੱਕ ਅਗਲੀ ਇੰਪੋਰਟੈਂਟ ਗੱਲ, ਚਲੋ ਠੀਕ ਹੈ ਤੁਸੀਂ ਲਿਫਾਫੇ ਲੈ ਆਂਦੇ, ਝੋਲੇ ਦਾ ਚੇਤਾ ਭੁੱਲ ਗਿਆ, ਹੁਣ ਉਹਦੇ ਵਿੱਚੋਂ ਕਿੰਨਿਆਂ ਕੁ ਲਿਫਾਫਿਆਂ ਦੀਆਂ ਗੰਢਾਂ ਖੋਲ ਕੇ ਸਮਾਨ ਕੱਢਦੇ ਹੋ ਤੇ ਕਿੰਨਿਆਂ ਕੁ ਦੀਆਂ ਗੰਢਾਂ ਪੜਕ ਕਰ ਦਿੰਦੇ ਹੋ। ਕਿਉਂਕਿ ਜਿਹੜੇ ਲਿਫਾਫੇ ਦੀ ਗੰਢ ਆਪਾਂ ਖੋਲ੍ਹੀ ਨਹੀਂ, ਉਹਨੂੰ ਪਾੜ ਦਿੱਤਾ, ਤੋੜ ਦਿੱਤਾ, ਉਹ ਸਿੱਧਾ ਮੁੜ ਕੇ ਡਸਟਬਿਨ 'ਚ ਜਾਂਦਾ।
ਡਸਟਬਿਨ ਤੋਂ ਘਰ ਦੇ ਬਾਹਰਲੇ ਪਾਸੇ ਜਾਂਦਾ, ਘਰੋਂ ਬਾਹਰੋਂ ਮੁੜ ਕੇ ਛੱਪੜ 'ਚ ਜਾਂਦਾ ਹੈ ਤੇ ਛੱਪੜ ਦੇ ਵਿੱਚ ਥੱਲੇ ਪੂਰੀ ਇੱਕ ਪਰਤ ਬਣ ਗਈ ਹੈ। ਉੱਪਰਲਾ ਪਾਣੀ ਹੇਠਾਂ ਜਾਂਦਾ ਨਹੀਂ ਤੇ ਜਦੋਂ ਫਿਰ ਕਿਤੇ ਹੜ੍ਹ ਹੁੜ ਆ ਗਿਆ, ਮੀਂਹ ਮੂੰਹ ਆ ਗਿਆ ਤਾਂ ਪਾਣੀ ਮਾਰਦਾ ਉਛਾਲੇ। ਛੋਟੀਆਂ ਗੱਲਾਂ ਨੇ। ਪਹਿਲੀ ਗੱਲ ਹੈ ਕਿ ਝੋਲਾ ਲਿਜਾਣਾ ਸਿੱਖ ਲਓ। ਦੂਸਰੀ ਗੱਲ ਹੈ ਜੇ ਭੁੱਲ ਗਏ ਹੋ ਤਾਂ ਇੱਕ ਲਿਫਾਫਾ ਲੈ ਕੇ ਆਓ। ਤੀਸਰੀ ਗੱਲ ਹੈ ਜੇ ਲਿਫਾਫਾ ਲੈ ਆਂਦਾ ਤੇ ਲਿਫਾਫਾ ਲਿਆਉਣ ਦੇ ਬਾਵਜੂਦ ਵੀ ਉਹਦੀ ਗੰਢ ਖੋਲੋ, ਉਹਨੂੰ ਦੁਬਾਰਾ ਵਰਤੋਂ ਦੇ ਵਿੱਚ ਲੈ ਕੇ ਆਓ। ਹਾਂ, ਮੈਨੂੰ ਇੰਨਾ ਚੇਤਾ ਜਦੋਂ ਛੋਟੇ ਹੁੰਦੇ ਸੀ ਚੁੱਲ੍ਹੇ ਦੇ ਮੂਹਰੇ ਬੈਠੇ ਹੋਣਾ ਬੈਨੀਪਾਲ ਸਾਹਿਬ, ਲਿਫਾਫੇ ਤੋਂ ਚੇਤੇ ਆ ਗਈ ਗੱਲ। ਹੋ ਸਕਦਾ ਕਿਸੇ ਹੋਰ ਨੇ ਵੀ ਕੀਤਾ ਹੋਵੇ ਤੇ ਚੁੱਲ੍ਹੇ ਦੇ ਵਿੱਚ ਕੱਖ ਕਾਣ ਜਾਂ ਡਾਈਦਾ ਸੀ, ਬਾਲਣ ਡਾਈਦਾ ਸੀ, ਉਹਦੇ ਵਿੱਚੋਂ ਇੱਕ ਛਿੱਟੀ ਜੀ ਪਤਲੀ ਜੀ ਫੜ ਲੈਣੀ, ਉਹਨੂੰ ਅੱਗ ਦੇ ਵਿੱਚ ਗਰਮ ਕਰਕੇ ਤੇ ਲਿਫਾਫੇ 'ਚ ਗਲੀਆਂ ਕਰੀ ਜਾਣੀਆਂ। ਮੈਨੂੰ ਨਹੀਂ ਪਤਾ ਕਿ ਕਿੰਨਿਆਂ ਕਿਨੇ ਕੀਤੀਆਂ ਹੋਣੀਆਂ, ਕਿੰਨਿਆਂ ਕਿਨੇ ਨਹੀਂ, ਤਾਂ ਫਿਰ ਗਿਣੀ ਜਾਣੀਆਂ, 1 ਹੋ ਗਈ, 2 ਹੋ ਗਈ, 3 ਹੋ ਗਈ, 4 ਹੋ ਗਈ। ਹੁਣ ਨਾ ਤਾਂ ਘਰਾਂ ਦੇ ਵਿੱਚ ਚੁੱਲ੍ਹੇ ਆ, ਨਾ ਉਹਨਾਂ ਬਾਲਣ, ਨਾ ਨਿਆਣਿਆਂ ਨੇ ਜਿਹੜੇ ਵੀਡੀਓ ਗੇਮ ਖੇਡਦੇ ਆ ਉਹਨਾਂ ਨੇ ਲਿਫਾਫੇ ਦੇ ਵਿੱਚ ਗਲੀਆਂ ਕਰਨ ਹੁਣ ਖੇਡਣਾ ਹੀ ਹੈ। ਇਸ ਕਰਕੇ ਆਪਾਂ ਉਹ ਕੰਮ ਤਿਆਗ ਦਈਏ। ਤੇ ਦੂਸਰਾ, ਜਿਹੜੇ ਪਿੰਡ ਦੇ ਵਿੱਚ ਵੀ ਸਰਕਾਰੀ ਟੂਟੀ ਲੱਗੀ ਹੈ, ਭਾਵੇਂ ਘਰ 'ਚ ਲੱਗੀ ਹੈ, ਭਾਵੇਂ ਉਹ ਜਨਤਕ ਤੌਰ ਤੇ ਲੱਗੀ ਪੰਚਾਇਤੀ ਫੰਡ ਦੇ ਵਿੱਚੋਂ, ਉਹ ਟੂਟੀ ਕਦੇ ਆਵਾਗਾਉਣ ਨਾ ਚੱਲੇ। ਉਹ ਤਾਂ ਤੋੜ ਦਿੰਦੇ ਆ, ਸਾਨੂੰ ਪਤਾ ਲੱਗ ਜੂ ਟੈਂਕੀ 'ਚ ਪਾਣੀ ਆ ਗਿਆ ਜੀ। ਉਹ ਬਹੁਤ ਮਾੜੀ ਗੱਲ ਹੈ, ਕਿਉਂਕਿ ਜੇ ਅਸੀਂ ਛੱਪੜ ਇਦਾਂ ਹੀ ਭਰਦੇ ਰਿਹਾ ਤਾਂ ਪਾਣੀ ਥੱਲਿਓਂ ਜਾਈ ਜਾਣਾ, ਛੱਪੜ ਭਰੀ ਜਾਣਾ, ਅਸੀਂ ਕਿਸੇ ਹੋਰ ਪਾਸੇ ਚਲੇ ਜਾਣਾ। ਹੁਣ ਬੈਨੀਪਾਲ ਸਾਹਿਬ ਆਪਾਂ ਗੱਲਾਂ ਕਰਦੇ ਦੇਖੋ ਛੱਪੜ ਦੀਆਂ ਕਿੰਨੀਆਂ ਗੱਲਾਂ ਕੀਤੀਆਂ ਤੇ ਮੈਨੂੰ ਛੱਪੜ ਤੋਂ ਇਦਾਂ ਵੀ ਚੇਤਾ ਆ ਗਿਆ ਕਿ ਸਕੂਲੇ ਜਾਣਾ, ਸਰਕਾਰੀ ਸਕੂਲ ਦੇ ਵਿੱਚ ਸਾਰੇ ਹੀ ਜਾਂਦੇ ਹੋਣੇ ਆ, ਪਰ ਉਹਦੇ ਤੋਂ ਪਹਿਲਾਂ ਛੱਪੜ ਦੇ ਕੰਢੇ ਘੇਰੇ ਖੇਡਣ ਲੱਗ ਪੈਣਾ, ਕਈ ਵਾਰ ਆਉਂਦੇ ਖੇਡਣ ਲੱਗ ਪੈਣਾ, ਫਿਰ ਕੁੱਟ-ਕੱਟ ਕਈਆਂ ਦੇ ਪੈਂਦੀ ਹੋਣੀ, ਆਪਣਾ ਤਾਂ ਕੋਈ ਵੀ ਨਹੀਂ ਦੱਸਦਾ ਹੁੰਦਾ ਕਿ ਕਿਹਦੇ ਪਈ ਹੈ। ਬਿਲਕੁਲ। ਜਿਹੜੀ ਦੇਖੋ ਗੱਲਾਂ ਦੋ ਇਹਦੇ 'ਚ ਕਰਨ ਵਾਲੀਆਂ ਨੇ। ਇੱਕ ਤਾਂ ਜਿਹੜੀ ਤੁਸੀਂ ਪਲਾਸਟਿਕ ਦੀ ਗੱਲ ਕੀਤੀ ਹੈ, ਇੱਕ ਤੁਸੀਂ ਗੱਲ ਕੀਤੀ ਕਿ ਪਾਣੀ ਦੀ। ਜੀ। ਜਦੋਂ ਤੁਸੀਂ ਗੱਲ ਕੀਤੀ ਕਿ ਲੇਕ ਲੂਇਸ ਦਾ ਪਾਣੀ ਇੰਨਾ ਖੂਬਸੂਰਤ, ਇੰਨਾ ਨਿਰਮਲ ਹੈ ਤੇ ਆਲੇ ਦੁਆਲੇ ਰਮਣੀਕ ਸਥਾਨ ਵੀ ਹੈ। ਦੇਖੋ ਸਾਡਾ ਬਾਬਾ ਨਾਨਕ ਸਾਨੂੰ ਸੁਨੇਹਾ ਉਸ ਪੰਜਾਬ ਦੀ ਧਰਤੀ ਤੇ ਦੇ ਕੇ ਗਏ ਆ ਉਹ ਜੀ, ਤੇ 550 ਸਾਲ ਪਹਿਲਾਂ ਦੇ ਕੇ ਗਏ ਆ। ਆਹਾ। ਹੋਰ ਭਾਵੇਂ ਅਸੀਂ ਬਾਣੀ ਕੋਈ ਪੜ੍ਹੀਏ ਨਾ ਪੜ੍ਹੀਏ, ਕਿਉਂਕਿ ਸਾਨੂੰ ਗੁਰੂ ਨਾਲ ਗੱਲਾਂ ਕਰਨੀਆਂ ਬਹੁਤੀਆਂ ਚੰਗੀਆਂ ਨਹੀਂ ਲੱਗਦੀਆਂ, ਅਸੀਂ ਬਾਹਲੇ ਹੋਵਾਂਗੇ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਪਰ ਅੱਜ ਤੱਕ ਉਹਨਾਂ ਵਿੱਚੋਂ ਬਹੁਤਿਆਂ ਨੇ ਇੱਕ ਓਂਕਾਰ ਤੋਂ ਲੈ ਕੇ 18, 10, 20 ਭਾਵ ਆਖਰੀ ਪੰਨੇ ਤੱਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੋਣੇ। ਜੇ ਅਸੀਂ ਗੱਲਾਂ ਹੀ ਨਹੀਂ ਕੀਤੀਆਂ, ਸਾਨੂੰ ਪਤਾ ਕੀ ਲੱਗਣਾ ਉਹਦੇ ਵਿੱਚ ਲਿਖਿਆ ਕੀ ਹੋਇਆ। ਅਖੰਡ ਪਾਠ ਸਾਹਿਬ ਵੀ ਕਰਾਉਂਦੇ ਆ, ਅਸੀਂ ਪ੍ਰਕਾਸ਼ ਕਰਾਉਂਦੇ ਆ, ਪ੍ਰਕਾਸ਼ ਕਰਾਉਣ ਤੋਂ ਬਾਅਦ ਅਸੀਂ ਲੋਕਾਂ ਦੀ ਖੁਸ਼ਾਮਦ 'ਚ ਲੱਗ ਜਾਂਦੇ ਆ, ਜਾਂ ਫਿਰ ਭੱਠੀ ਤੇ ਬੈਠਦੇ ਆ, ਜਾਂ ਜਦੋਂ ਭੋਗ ਦੇ ਸ਼ਲੋਕ, 9ਵੇਂ ਮਹੱਲੇ ਦੇ ਸ਼ਲੋਕ ਸ਼ੁਰੂ ਹੁੰਦੇ ਨੇ, ਉਸ ਵਕਤ ਸਾਨੂੰ ਹੁੰਦਾ ਕਿ ਹਾਂ ਸਾਡੇ ਘਰ ਪਾਠ ਪ੍ਰਕਾਸ਼ ਕਰਵਾਇਆ ਸੀ। ਉਦੋਂ ਥੋੜ੍ਹਾ ਬਹੁਤਾ ਬੈਠ ਕੇ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫਿਰ ਰਿਸ਼ਤੇਦਾਰਾਂ ਨੂੰ, ਜਿਹੜੇ ਪਿੰਡ ਦੇ ਲੋਕ ਆਉਂਦੇ ਉਹਨਾਂ ਨੂੰ ਚਾਹ ਪਾਣੀ ਪਿਲਾਉਣ ਦੇ ਵਿੱਚ ਰੁੱਝੇ ਰਹਿੰਦੇ ਆ, ਭਾਵ ਅਸੀਂ ਸੁਣਿਆ ਨਹੀਂ ਜੀ, ਸ਼ਾਇਦ ਇਸ ਕਰਕੇ ਅਸੀਂ ਮੰਨਿਆ ਵੀ ਨਹੀਂ। ਉਹਨਾਂ ਨੇ ਮੈਨੂੰ ਲੱਗਦਾ ਜਪਜੀ ਸਾਹਿਬ ਤਾਂ ਲਗਭਗ ਹਰ ਇੱਕ ਪੜ੍ਹਦਾ ਵੀ ਹੋਣਾ ਜਾਂ ਸੁਣਦਾ ਵੀ ਹੋਣਾ। ਜਪਜੀ ਸਾਹਿਬ ਦੇ ਵਿੱਚ ਇੱਕ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਹੁਣ ਜਿਹੜੀ ਧਰਤੀ ਦੇ ਉੱਤੇ ਉਹ ਸੁਨੇਹਾ ਦੇ ਕੇ ਗਏ, ਉੱਥੇ ਤੁਸੀਂ ਦੇਖ ਲਓ ਪਾਣੀ ਦਾ ਕੀ ਹਾਲ ਹੈ ਜੀ, ਉੱਥੇ ਹਵਾ ਦਾ ਕੀ ਹਾਲ ਹੈ, ਉੱਥੇ ਧਰਤੀ ਦਾ ਕੀ ਹਾਲ ਹੈ। ਤਿੰਨਾਂ ਦੇ ਵਿੱਚ ਜ਼ਹਿਰ ਹੈ ਤੇ ਜ਼ਹਿਰੀਲੀਆਂ ਨੇ। ਇੱਥੇ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਨਹੀਂ ਆਏ, ਪਰ ਮੈਨੂੰ ਲੱਗਦਾ ਉਹ ਫਿਲਾਸਫੀ ਅੱਜ ਵੀ ਇੱਥੋਂ ਦੇ ਲੋਕਾਂ ਨੇ ਅਪਣਾਈ ਹੋਈ ਹੈ। ਤੁਸੀਂ ਗੱਲ ਵਾਰ-ਵਾਰ ਜ਼ਿਕਰ ਕੀਤਾ ਕਿ ਪਾਣੀ ਸਾਫ਼ ਹੈ, ਹਵਾ ਇੱਥੇ ਦੀ ਸਾਫ਼ ਹੈ। ਕਦੇ ਕਿਸੇ ਵੀ ਸਰਕਾਰ ਨੂੰ ਇਹ ਨਹੀਂ ਕਹਿਣਾ ਪਿਆ ਕਿ ਇੱਥੋਂ ਦੀ ਹਵਾ ਦੇ ਵਿੱਚ ਸਾਹ ਲੈਣਾ ਹਾਨੀਕਾਰਕ ਹੈ। ਕਦੇ ਇੱਥੋਂ ਦੀ ਸਰਕਾਰ ਨੇ ਇਹ ਨਹੀਂ ਕਿਹਾ ਕਿ ਇੱਥੋਂ ਦਾ ਪਾਣੀ ਤੁਸੀਂ ਪੀ ਨਹੀਂ ਸਕਦੇ। ਅੱਜ ਵੀ ਹਰ ਇੱਕ ਸ਼ਹਿਰ ਦੇ ਵਿੱਚ ਪਾਣੀ ਜਿਹੜਾ ਆਪਾਂ ਪੀਂਦੇ ਹਾਂ, ਜਿਹੜਾ ਆਪਣੀਆਂ ਟੂਟੀਆਂ ਵਿੱਚ ਘਰ ਆਉਂਦਾ, ਉਹ ਦਰਿਆਵਾਂ ਦਾ ਪਾਣੀ ਚੁੱਕ ਕੇ ਆਪਣੇ ਘਰਾਂ ਦੇ ਵਿੱਚ ਆ ਰਿਹਾ ਜੀ। ਸੋ ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਸਾਨੂੰ ਸੋਚਣ ਜਾਂ ਸਮਝਣ ਜਾਂ ਵਿਚਾਰਨ ਦੀ ਜ਼ਰੂਰਤ ਹੈ ਕਿ ਅਸੀਂ ਪਾਣੀ ਗੰਧਲਾ ਵੀ ਆਪ ਕੀਤਾ, ਹਵਾ ਵੀ ਗੰਧਲੀ ਅਸੀਂ ਆਪ ਕੀਤੀ ਹੈ, ਤੇ ਧਰਤੀ ਵੀ ਜ਼ਹਿਰੀਲੀ ਅਸੀਂ ਆਪ ਕੀਤੀ ਹੈ। ਹਲੇ ਵੀ ਆਪਾਂ ਸੰਭਲ ਜਾਈਏ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਵਾਸਤੇ ਜਵਾਬਦੇਹ ਹਾਂ। ਹੁਣ ਤੁਸੀਂ ਗੱਲ ਕੀਤੀ ਪਲਾਸਟਿਕ ਦੀ, ਮੈਨੂੰ ਯਾਦ ਹੈ ਜਦੋਂ ਨਿਆਣੇ ਹੁੰਦੇ ਸੀ, ਉਹਨਾਂ ਵੇਲਿਆਂ ਦੇ ਵਿੱਚ ਹਾਕੀ ਤਾਂ ਲਿਆ ਕੇ ਨਾ ਦੇਣੀ ਘਰਦਿਆਂ, ਫਿਰ ਲੱਭਦੇ ਫਿਰਨਾ ਦਰਖਤਾਂ ਦੇ ਉੱਤੇ, ਯਾਰ ਕਿਤੋਂ ਐ ਹਾਕੀ ਵਰਗਾ ਖੁੰਡਾ ਬਣੇ ਜੀ, ਤੇ ਖੁੰਡਾ ਖੇਡਣਾ। ਆਮ ਤੌਰ ਤੇ ਤੂਤ ਵਾਲਾ ਚੱਲਦਾ ਸੀ, ਤੂਤ ਵਾਲਾ ਹੀ ਜੀ। ਤੂਤ ਦਾ ਲੱਭਦੇ, ਦੁਪਹਿਰੀਆਂ 'ਚ ਟਿੱਕੀਆਂ 'ਚ ਛੁੱਟੀਆਂ ਹੁੰਦੀਆਂ ਸੀ, ਉਹ ਲੱਭਦੇ ਫਿਰਨਾ 10-10 15-15 ਜਣਿਆਂ ਨੇ ਇਕੱਠੇ ਹੋ ਕੇ ਵੀ ਕਿੱਥੋਂ ਖੁੰਡਾ ਬਣਿਆ ਹੋਇਆ। ਖੁੰਡਾ ਵੱਢ ਕੇ ਲਿਆਉਣਾ, ਫਿਰ ਉਹਦੇ ਤੇ ਜਿਹੜੀਆਂ ਗੱਠਾਂ ਫੁੱਟੀਆਂ ਹੋਣੀਆਂ ਉਹ ਵੀ ਛਿਲਣੀਆਂ। ਫਿਰ ਆ ਜਾਂਦੀ ਗੱਲ ਗੇਂਦ ਤੇ ਖਿੱਦੋ ਤੇ ਉਹ ਖਿੱਦੋ ਆਮ ਤੌਰ ਤੇ ਤਾਂ ਲੀਰਾਂ ਦੀ ਹੁੰਦੀ ਹੈ। ਨਹੀਂ, ਲੀਰਾਂ ਬਾਹਰ ਖਿੱਦੋ ਜੋ ਆਪਾਂ ਕੱਢੀ ਦੀਆਂ ਕਈ ਵਾਰੀ, ਕਹਿੰਦੇ ਨੇ ਖਿੱਦੋ ਉਧੜ ਗਈ। ਪਰ ਜਦੋਂ ਆ ਪਲਾਸਟਿਕ ਵਾਲਾ ਪਤਾ ਲੱਗਣ ਲੱਗਿਆ ਕਿ ਯਾਰ ਇਹ ਤਾਂ ਇੱਕ ਚੀਜ਼ ਬੜੀ ਵਧੀਆ, ਪਰ ਹੁਣ ਮੈਂ ਕਈ ਵਾਰੀ ਸੋਚਦਾ ਖਤਰਨਾਕ ਕਿੰਨੀ ਸੀ ਜੀ। ਪਹਿਲਾਂ ਦੇਖੋ ਪਲਾਸਟਿਕ ਦੇ ਲਿਫਾਫੇ ਨੂੰ ਅੱਗ ਲਾਉਣੀ, ਉਹਨਾਂ ਨੂੰ ਇਕੱਠੇ ਕਰਨਾ। ਹੁਣ ਤੁਸੀਂ ਦੇਖੋ ਕਿ ਪਲਾਸਟਿਕ ਉਹ ਇਕੱਠਾ ਹੋ ਕੇ ਇੱਕ ਪੱਥਰ ਬਣ ਜਾਂਦਾ ਸੀ। ਹੁਣ ਖੁੰਡਾ ਇੰਨੀ ਜ਼ੋਰ ਨਾਲ ਮਾਰਿਆ,
ਉਹ ਕਿਸੇ ਵਿਅਕਤੀ ਦੇ ਜਾ ਕੇ ਕਿਤੇ ਪੁੜਪੜੀ 'ਚ ਲੱਗੇ, ਮੈਨੂੰ ਨਹੀਂ ਲੱਗਦਾ ਉਹ ਪਾਣੀ ਮੰਗਦਾ। ਸੋ ਉਹ ਇੱਕ ਤਾਂ ਦੇਖੋ ਵਾਤਾਵਰਣ ਨੂੰ ਕਿੰਨਾ ਖਰਾਬ ਕਰਦਾ ਸੀ ਜਦੋਂ ਪਲਾਸਟਿਕ ਨੂੰ ਅੱਗ ਲਾਉਂਦੇ ਸੀ ਜੀ। ਪਰ ਉਹ ਤਾਂ ਸੀ ਕਿ ਉਸ ਵਕਤ ਆਪਣੇ ਕੋਲੇ ਬਹੁਤਾਤ ਨਹੀਂ ਸੀ ਚੀਜ਼ਾਂ ਦੀ, ਹੈ ਹੀ ਨਹੀਂ ਸੀ। ਆਪਣੇ ਸਾਧਨ ਦਾ ਜਾਂ ਮਨ ਪਰਚਾਵੇ ਦਾ ਜਾਂ ਖੇਡਾਂ ਦਾ ਸਾਧਨ ਉਹ ਸੀ। ਪਰ ਅੱਜ ਕੋਈ ਬੱਚਾ ਇਹ ਨਹੀਂ ਕਹਿ ਸਕਦਾ ਕਿ ਸਾਡੇ ਕੋਲ ਕੋਈ ਚੀਜ਼ ਨਹੀਂ। ਅੱਜ ਤਾਂ ਸਾਡੇ ਕੋਲ ਵੀਡੀਓ ਗੇਮਾਂ ਵੀ ਨੇ, ਅੱਜ ਤਾਂ ਸਾਡੇ ਕੋਲ ਸਮਾਰਟਫੋਨਾਂ ਦੇ ਵਿੱਚ ਵੀ ਗੇਮਾਂ ਨੇ। ਅੱਜ ਤਾਂ ਸਾਡੇ ਮਾਪਿਆਂ ਨੂੰ ਅਸੀਂ ਗੱਲ ਮੂੰਹੋਂ ਬਾਅਦ 'ਚ ਕੱਢਦੇ ਹਾਂ, ਉਹ ਪਹਿਲਾਂ ਲਿਆ ਕੇ ਦਿੰਦੇ ਨੇ। ਪਰ ਅੱਜ ਵੀ ਅਸੀਂ ਪਲਾਸਟਿਕ ਸਾੜਦੇ ਹਾਂ ਜੀ। ਬਹੁਤ ਸਾਰੇ ਘਰਾਂ ਦੇ ਵਿੱਚ ਜਦੋਂ ਸਿਆਲ ਹੁੰਦਾ ਨਾ, ਸਰਦੀਆਂ ਹੁੰਦੀਆਂ ਨੇ, ਤੁਸੀਂ ਵੇਖਿਆ ਹੋਣਾ ਕਿ ਉਹ ਕੀ ਕਰਦੇ ਆ, ਉਹਨਾਂ ਨੇ ਗੀਜ਼ਰ ਲਿਆ ਕੇ ਰੱਖੇ ਸੀ ਘਰਾਂ ਦੇ ਵਿੱਚ ਲਵਾਏ ਸੀ, ਪਰ ਉਹ ਬਹੁਤੇ ਬਿਜਲੀ ਜ਼ਿਆਦਾ ਖਾਂਦੇ ਆ, ਕਈ ਬੜੀ ਛੇਤੀ ਖਰਾਬ ਹੋ ਜਾਂਦੇ ਆ। ਉਹ ਇੱਕ ਭੱਠੀਆਂ ਜਿਹੀਆਂ ਚੱਲੀਆਂ ਨੇ, ਉਹ ਬਾਹਰ ਲੱਗਦੀਆਂ ਨੇ, ਉਹਨਾਂ ਦੇ ਵਿੱਚ ਕਈ ਲੋਕ ਤਾਂ ਪਾਥੀਆਂ ਦਿੰਦੇ ਆ ਜੀ, ਬਾਲਣ ਕੋਈ ਵੀ। ਪਰ ਉਹ ਪਾਥੀਆਂ ਨੂੰ ਜਾਂ ਬਾਲਣ ਉਹ ਸਵੇਰ ਵਕਤ, ਹੁਣ 3 ਵਜੇ 4 ਵਜੇ ਕਈ ਪਰਿਵਾਰ ਨੇ ਸਵੇਰੇ ਸਾਜਰੇ ਉੱਠ ਕੇ ਇਸ਼ਨਾਨ ਕਰਦੇ ਆ, ਕੰਮਾਂ ਕਾਰਾਂ ਵਾਲੇ ਵੀ ਉਹਨਾਂ ਨੇ ਕੰਮਾਂ ਤੇ ਜਾਣਾ ਹੁੰਦਾ, ਡਿਊਟੀਆਂ ਤੇ ਜਾਣਾ ਹੁੰਦਾ, ਪਰ ਉਹ ਅੱਗ ਲਾਉਣੀ ਸੁਖਾਲੀ ਨਹੀਂ ਜੀ। ਪਰ ਪਲਾਸਟਿਕ ਨੂੰ ਅੱਗ ਬੜੀ ਛੇਤੀ ਲੱਗਦੀ ਹੈ। ਜਿੰਨੇ ਘਰ 'ਚ ਲਿਫਾਫੇ ਆਏ ਹੁੰਦੇ ਨੇ ਪਲਾਸਟਿਕ ਦੇ, ਸਾਰੇ ਉਹਦੇ 'ਚ ਤੁਸੀਂ ਆਪ ਦੇਖੋ ਕਿ ਉਹ ਪਲਾਸਟਿਕ ਨੂੰ ਅੱਗ ਲਾ ਕੇ ਕੋਲ ਖੜਦੇ 10-15 ਮਿੰਟ, ਫਿਰ ਪਾਣੀ ਲੈ ਕੇ ਆਉਂਦੇ ਤੇ ਹਵਾ ਦੇ ਨਾਲ ਜਿਹੜਾ ਜਿੰਨਾ ਵੀ ਉਹ ਪ੍ਰਦੂਸ਼ਣ ਫੈਲਿਆ ਉਹ ਤੁਹਾਡੇ ਘਰ ਦੇ ਵਿੱਚ ਆ ਰਿਹਾ। ਆਮ ਤੌਰ ਤੇ ਸਾਡੇ ਵੇਲਿਆਂ ਦੇ ਵਿੱਚ ਜਦੋਂ ਆਪਾਂ ਛੋਟੇ ਹੁੰਦੇ ਸੀ, ਆਪਾਂ ਦੇਖਦੇ ਸੀ ਜਦੋਂ ਜਲੇਬੀਆਂ ਵੀ ਖਾਣੀਆਂ ਜਾਂ ਪਕੌੜੇ ਵੀ ਲੈਣੇ ਨਾ ਵੇਲੇ ਚੋਂ, ਅਖਬਾਰ ਤੇ ਪਾ ਕੇ ਦੇ ਦਿੰਦੇ ਸੀ ਜੀ। ਹੁਣ ਉਹ ਅਖਬਾਰਾਂ ਵਾਲਾ ਕੰਮ ਵੀ ਜਾਂਦਾ ਰਿਹਾ। ਹੁਣ ਜਾਂ ਲਿਫਾਫੇ ਵੀ, ਮੂੰਗਫਲੀ ਖਰੀਦਣੀ ਜੀ, ਮੂੰਗਫਲੀ ਵਾਲੇ ਉਹ ਮੈਨੂੰ ਪਤਾ ਕਿ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਲੋਕ ਉਹ ਲਿਫਾਫੇ ਬਣਾਉਂਦੇ ਸੀ, ਕਈ ਲਿਫਾਫੇ ਬਣਾਉਂਦੇ ਉਹ ਲਿਫਾਫੀ ਵੀ ਕਹਿੰਦੇ ਸੀ ਜੀ। ਇੱਕ ਦੂਰਦਰਸ਼ਨ ਤੋਂ ਨਾਟਕ ਵੀ ਚੱਲਿਆ ਸੀ ਲਿਫਾਫੀ, ਉਹ ਚ ਕਹਿੰਦੇ ਤੇਰਾ ਨਾਂ ਕੀ, ਲਿਫਾਫੀ। ਉਹ ਲਿਫਾਫੇ ਜਿਹੜੇ ਹੁਣ ਮੈਨੂੰ ਲੱਗਦਾ ਕਿ ਉਹਨਾਂ ਦੀ ਵਰਤੋਂ ਸਾਨੂੰ ਜ਼ਿਆਦਾ ਕਰਨੀ ਚਾਹੀਦੀ ਹੈ। ਵੈਸੇ ਤੇ ਕਾਗਜ਼ ਦੀ ਵੀ ਜਿੰਨੀ ਅਸੀਂ ਘੱਟ ਵਰਤੋਂ ਕਰੀਏ, ਕਿਉਂਕਿ ਪਿੰਗਲਵਾੜਾ ਵਾਲੇ ਮੈਨੂੰ ਲੱਗਦਾ ਸਾਰਿਆਂ ਨੂੰ ਯਾਦ ਹੀ ਹੋਣੇ ਨੇ, ਕਿਸੇ ਨੂੰ ਉਹ ਭੁੱਲਣੇ ਨਹੀਂ। ਉਹ ਥਾਂ ਤੇ ਕਹਿੰਦੇ ਫਿਰਦੇ ਹੁੰਦੇ ਸੀ, ਉਹ ਕਾਗਜ਼ ਵੀ ਚੁੱਕਦੇ ਹੁੰਦੇ ਸੀ, ਉਹਨਾਂ ਨੇ ਅਖਬਾਰ ਲੈ ਲੈਣਾ, ਜਿੱਥੋਂ ਖਾਲੀ ਥਾਂ ਹੁੰਦੀ ਸੀ ਉਹਦੇ ਤੇ ਲਿਖ ਲੈਂਦੇ ਸੀ ਜੀ। ਸੋ ਇਹਨਾਂ ਚੀਜ਼ਾਂ ਦਾ ਨਿੱਕੀਆਂ ਦਾ ਗੱਲਾਂ ਦਾ ਅਸੀਂ ਜੇ ਧਿਆਨ ਰੱਖੀਏ ਤਾਂ ਸਾਡੇ ਪਿੰਡ ਦੇ ਛੱਪੜ ਵੀ ਵੱਜ ਜਾਣਗੇ, ਪਾਣੀ ਵੀ ਬਚੂਗਾ, ਹਵਾ ਵੀ। ਹੁਣ ਇੱਥੇ ਪੈਸੀਫਿਕ ਓਸ਼ਨ ਹੈ, ਆਪਣੇ ਕੈਨੇਡਾ ਦੇ ਨਾਲ ਵੀ ਲੱਗਦਾ, ਅਮਰੀਕਾ ਦੇ ਨਾਲ ਵੀ ਲੱਗਦਾ, ਅਤੇ ਬਹੁਤ ਵੱਡਾ ਉਹਨੂੰ ਮਹਾਸਾਗਰੀ ਹੈ। ਉਹਦੇ ਵਿੱਚ ਅਮਰੀਕਾ ਦੀ ਇੱਕ ਸਟੇਟ ਜਿੰਨੇ ਉਹਦੇ ਵਿੱਚ ਪਲਾਸਟਿਕ ਇਕੱਠਾ ਹੋਇਆ ਪਿਆ ਜੀ, ਕਿਉਂਕਿ ਸਮੁੰਦਰ ਇੱਕ ਇਸ ਤਰ੍ਹਾਂ ਦੀ ਚੀਜ਼ ਆ, ਉਹ ਆਪਣੇ ਵਿੱਚ ਗੰਦਗੀ ਰੱਖਦਾ ਨਹੀਂ। ਜਿੰਨੀ ਉਹਦੇ ਵਿੱਚ ਗੰਦਗੀ ਆਉਂਦੀ ਆ ਉਹ ਛੱਲਾਂ ਦੇ ਨਾਲ ਝੋਲਾ ਮਾਰ ਕੇ ਕਿਨਾਰੇ ਤੇ ਇਕੱਠੀ ਕਰ ਦਿੰਦਾ, ਪਰ ਮਨੁੱਖ ਫੇਰ ਕਹਿੰਦਾ ਨਹੀਂ, ਮੈਂ ਨਹੀਂ ਬਾਹਰ ਕੱਢਣੀ ਜੀ। ਹੁਣ ਉਹ ਐਡਾ ਵੱਡਾ ਪੈਚ ਇਕੱਠਾ ਹੋ ਗਿਆ। ਹੁਣ ਵਿਗਿਆਨੀ ਇਸ ਗੱਲ ਤੇ ਲੱਗੇ ਹੋਏ ਨੇ ਕਿ ਇਹਨੂੰ ਬਾਹਰ ਕਿਵੇਂ ਕੱਢਣਾ ਹੈ। ਹਵਾ, ਕਿਉਂਕਿ ਜਹਾਜ਼ਾਂ ਰਾਹੀਂ ਕੱਢੀਏ, ਹੈਲੀਕਾਪਟਰ ਰਾਹੀਂ ਚੁੱਕ ਕੇ ਲਿਆਈਏ, ਜਾਂ ਉਹਦਾ ਕੋਈ ਸਾਧਨ ਹੋਰ ਅਪਣਾਈਏ। ਉਹ ਇੰਨਾ ਕੁ ਵੱਡਾ, ਇੱਕ $6 ਬਿਲੀਅਨ ਉਹਦੇ ਵਾਸਤੇ ਫੰਡ ਰੱਖ ਦਿੱਤਾ ਗਿਆ, ਪਰ ਉਹ ਕਹਿੰਦੇ ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ। ਹੁਣ ਉਹ ਕਿਤੇ ਅਸਮਾਨ 'ਚੋਂ ਥੋੜ੍ਹੀ ਡਿੱਗਿਆ ਪਲਾਸਟਿਕ, ਉਹ ਲਗਭਗ ਹਰ ਇੱਕ ਪਾਸਿਓਂ ਡਿੱਗਦਾ ਰਿਹਾ, ਭਾਵੇਂ ਉਹ ਇੱਥੇ ਵੀ ਹੈ। ਜੇਕਰ ਕੋਈ ਇੱਥੇ ਵੀ ਕੁਤਾਹੀ ਕਰਦਾ ਨਾ ਪਲਾਸਟਿਕ ਸੁੱਟਣ ਦੀ, ਹੁਣ ਆਹ ਲੇਕ ਲੂਇਸ ਹੈ, ਆਪਾਂ ਕੁਝ ਖਾਈਏ ਜਾਂ ਕੁਝ ਆਪਣੇ ਕੋਲ ਪਲਾਸਟਿਕ ਹੋਵੇ ਖਾ ਕੇ ਇਹਦੇ ਵਿੱਚ ਸੁੱਟ ਦਈਏ, ਇਹਦਾ ਮਤਲਬ ਸਾਡੀਆਂ ਜਿਹੜੀਆਂ ਨੈਤਿਕ ਜ਼ਿੰਮੇਵਾਰੀਆਂ ਨੇ ਅਸੀਂ ਉਹਨਾਂ ਨੂੰ ਪਿੱਠ ਦਿਖਾ ਰਹੇ ਹਾਂ। ਹੁਣ ਗੱਲ ਤੁਸੀਂ ਸਕੂਲਾਂ ਤੇ ਲਿਆਂਦੀ, ਹੁਣ ਸਕੂਲਾਂ ਵੱਲੋਂ ਵਧੀਆ ਜੀ। ਸਕੂਲਾਂ ਤੇ ਜਾਣ ਤੋਂ ਪਹਿਲਾਂ ਤੁਸੀਂ ਗੇਂਦ ਦਾ ਜ਼ਿਕਰ ਕੀਤਾ, ਮੈਨੂੰ ਹੁਣ ਚੇਤਾ ਆ ਗਿਆ, ਕਿਉਂਕਿ ਗੱਲਾਂ ਤਾਂ ਉਹੀ ਗਰੀਬੀ ਦਾ ਵਾਲੀਆਂ ਹੀ ਹੁੰਦੀਆਂ। ਆਪਾਂ ਪਲੇ ਵੀ ਦੇਖੋ ਉੱਥੇ ਹੀ ਆ। ਲੋੜ ਕਾਢ ਦੀ ਮਾਂ ਅੱਗੇ ਪੜ੍ਹਦੇ ਸੁਣਦੇ ਹੁੰਦੇ ਸੀ ਨਾ ਆਪਾਂ। ਹੁਣ ਜੇ ਕੋਈ ਬੰਦਾ ਆਖੇ ਨਾ ਨਹੀਂ ਸਰਦਾ, ਨਹੀਂ ਲਿਫਾਫੇ ਤੋਂ ਬਿਨਾਂ ਨਹੀਂ ਸਰਦਾ, ਜੇ ਇਹ ਤੋਂ ਬਿਨਾਂ ਨਹੀਂ ਸਰਦਾ, ਸਾਡੇ ਕੋਲ 20 ਬਹਾਨੇ ਨੇ, ਮੇਰੇ ਆਪਣੇ ਕੋਲ ਹੈਗੇ ਆ। ਜੇ ਮੇਰਾ ਕਦੇ ਜੀ ਕਰੇ ਕਿ ਭਾਈ ਮੈਂ ਐਤਵਾਰ ਨੂੰ ਪ੍ਰੋਗਰਾਮ ਨਹੀਂ ਕਰਨਾ, 20 ਬਹਾਨੇ ਨੇ। ਮੇਰੀ ਅੱਖ ਦੁਖਦੀ ਆ, ਮੇਰਾ ਆਹ ਹੋ ਗਿਆ ਜੀ, ਉਹ ਹੋ ਗਿਆ ਜੀ, ਮੈਂ ਰਾਤੀ ਸੁੱਤਾ ਨਹੀਂ। ਅੱਜ ਵੀ ਲਾ ਸਕਦੇ ਸੀ, ਅੱਜ ਵੀ ਲਾ ਸਕਦੇ, ਠੰਡ ਬਹੁਤ ਹੈ ਇੱਥੇ। ਨਹੀਂ, ਪਰ ਇਦਾਂ ਹੋਈ ਕਿ ਭਾਈ ਅੰਦਰ ਵੜ ਕੇ ਕਰ ਸਕਦੇ, ਬੜੇ ਆਰਾਮ ਦੇ ਨਾਲ ਪ੍ਰਬੰਧ ਸੀਗਾ, ਪਰ ਨਹੀਂ ਇੱਥੇ ਕਰਨਾ ਪ੍ਰੋਗਰਾਮ, ਸਾਰਿਆਂ ਨੂੰ ਪਤਾ ਲੱਗੇ। ਹੁਣ ਬੈਨੀਪਾਲ ਸਾਹਿਬ ਹੋਇਆ ਕੀ ਜੀ, ਉਦੋਂ ਦੇਖੋ ਕਿੰਨੀਆਂ ਨਿੱਕੀਆਂ ਗੱਲਾਂ ਹੁੰਦੀਆਂ ਸੀ, ਪਰ ਉਹਦੇ ਵਿੱਚ ਖੁਸ਼ੀਆਂ ਬੜੀਆਂ ਵੱਡੀਆਂ ਸੀ। ਗੇਂਦ ਲਾਲੇ ਦੀ ਦੁਕਾਨ ਤੋਂ ਮਿਲਣੀ, ਗੇਂਦ ਦੇ ਲਈ ਪੈਸੇ ਚਾਹੀਦੇ ਹੋਣੇ, ਸਾਰਿਆਂ ਦੇ ਇਹੀ ਹਾਲ ਹੁੰਦੇ ਸੀ ਜੀ। ਪੈਸੇ ਘਰਦਿਆਂ ਨੇ ਦੇਣੇ ਨਾ, ਉਹਨਾਂ ਨੇ ਤਾਂ ਨਾ ਦੇਣੇ ਕਿਉਂਕਿ ਉਹਨਾਂ ਕੋਲ ਨਾ ਹੋਣੇ। ਹੁਣ ਜਦੋਂ ਪੈਸੇ ਨਾ ਦੇਣੇ, ਗੇਂਦ ਚਾਹੀਦੀ ਹੈ, ਜੀ ਨਿਆਣਿਆਂ ਦਾ ਕਰਦਾ। ਉਦੋਂ ਬੀਬੀਆਂ ਘਰ ਦੇ ਵਿੱਚ ਬੁਣਦੀਆਂ ਹੁੰਦੀਆਂ ਸੀ, ਉਹਨਾਂ ਦੇ ਕੋਲੇ ਆਉਂਦੇ ਸੀ ਉੱਨ ਦੇ ਗੋਲੇ। ਕਈ ਵਾਰੀ ਲਾਲ ਰੰਗ ਦੀ ਉੱਨ ਥੋੜੀ ਜਿਹੀ ਵੱਜ ਜਾਣੀ, ਥੋੜੀ ਜਿਹੀ ਪੀਲੇ ਰੰਗ ਦੀ ਵੱਜ ਜਾਣੀ। ਉਹ ਬੀਬੀਆਂ ਨੇ ਇੱਕ ਲਿਫਾਫਾ ਜਾਂ ਟੋਕਰੀ ਰੱਖੀ ਹੁੰਦੀ ਸੀ ਬਾਂਸ ਦੀ, ਉਹਦੇ ਵਿੱਚ ਪਾਈ ਜਾਣੀ। ਫਿਰ ਨਿੱਕੇ ਨਿਆਣੇ ਕਰਨਾ ਕਿ ਹੌਲੀ ਹੌਲੀ ਉਹਦੇ ਵਿੱਚੋਂ ਮਾੜੀ ਮੋਟੀ ਉੱਨ ਜਿਹੜੀ ਆ, ਬੀਬੀ ਆ ਚਾਹੀਦੀ ਤਾਂ ਨਹੀਂ, ਤਾਈ ਤੈਨੂੰ ਚਾਹੀਦੀ ਤਾਂ ਨਹੀਂ, ਮਾਸੀ ਤੈਨੂੰ ਚਾਹੀਦੀ ਤਾਂ ਨਹੀਂ, ਉਹ ਸਾਰੀ ਉੱਨ ਇਕੱਠੀ ਕਰਕੇ ਉਹਨੂੰ ਕੱਸ ਕੇ ਲਪੇਟਣਾ, ਉਹਦੀ ਇੱਕ ਗੇਂਦ ਜੀ ਬਣਾਉਣੀ। ਹੁਣ ਉਸ ਗੇਂਦ ਦੇ ਨਾਲ ਜੇ ਤਾਂ ਜੀ ਕਰਨਾ ਕ੍ਰਿਕਟ ਖੇਲੀ ਜਾਣੀ, ਜੇ ਜੀ ਕਰਨਾ ਤੂਤ ਦਾ ਖੁੰਡਾ ਜਿਹਾ ਵੱਢ ਕੇ ਤਾਂ ਫਿਰ ਉਹਦੇ ਨਾਲ ਹਾਕੀ ਖੇਡੀ ਜਾਣੀ, ਜੇ ਜੀ ਕਰਨਾ ਤੇ ਇੱਕ ਦੂਜੇ ਦੇ ਮਾਰਨ ਵੀ ਖੇਡੀ ਜਾਣਾ। ਜਾਣੀ ਉਦੋਂ ਲੋੜ ਸੀ, ਸਾਧਨ ਹੈ ਨਹੀਂ ਸੀ, ਅਸੀਂ ਕਾਢ ਕੱਢ ਲਈ। ਇਹਦੇ ਤੋਂ ਬਿਨਾਂ
ਹੁਣ ਘਰ ਦੇ ਵਿੱਚ ਲੀਰਾਂ ਤਾਂ ਹੁੰਦੀਆਂ ਹੂੰ ਪਰ ਲੀਰਾਂ ਵੀ ਵੈਸੇ ਬਹੁਤ ਦੇਰ ਨਾਲ ਨਸੀਬ ਹੁੰਦੀਆਂ ਸੀ। ਪਹਿਲਾਂ ਵੱਡੇ ਨਿਆਣੇ ਨੂੰ ਝੱਗਾ ਲੈ ਦੇਣਾ, ਫਿਰ ਮੇਰੇ ਵਰਗੇ ਛੋਟੇ ਦੇ ਹੱਥ ਆ ਜਾਣਾ ਉਹ ਉਹਨੇ ਪਾਉਣਾ, ਫਿਰ ਉਹ ਕਿਤੇ ਭਤੀਜੇ ਦੇ ਹੱਥ ਆ ਜਾਣਾ। ਜਦੋਂ ਉਹਦੀ ਐਨ ਬੱਸ ਹੋਈ ਨਹੀਂ ਫਿਰ ਉਹਦਾ ਪੋਚਾ ਬਣਨਾ। ਨਹੀਂ ਉਹ ਪੋਚੇ ਤੋਂ ਪਹਿਲਾਂ ਵੀ ਇੱਕ ਉਹਦਾ ਹੋਰ ਸਾਧਨ ਜੀ। ਬਣਾਇਆ ਜਾਂਦਾ ਸੀ। ਉਹ ਕਈ ਵਾਰੀ ਦੇਖਣਾ ਕਿ ਸਾਈਕਲ ਚਲਾਉਂਦਿਆਂ ਉਹ ਹੇਠਾਂ ਚੈਨ ਚ ਆ ਗਿਆ ਤੇ ਫਟ ਗਿਆ, ਫਿਰ ਨਿੱਕਰ ਫਿਰ ਨਿੱਕਰ ਨਹੀਂ, ਹਲੇ ਨਹੀਂ ਸੀ ਨਿੱਕਰ ਬਣਦੀ ਤੇ ਫਿਰ ਉਹ ਧੁੱਪ ਦੇਣਾ ਕੋਈ ਗੱਲ ਨਹੀਂ ਜੀ, ਉਹ ਰਫੂ ਕਰ ਦੇਣਾ ਘਰੇ। ਰਫੂ ਕਰ ਦੇਣਾ। ਫਿਰ ਦੇਖਣਾ ਕਈ ਵਾਰੀ ਭੱਜੇ ਜਾਂਦੇ ਸੀ ਕਿਉਂਕਿ ਇਹ ਰੇਸਾਂ ਹੀ ਲਾਈ ਜਾਣੀ ਇੱਕ ਦੂਜੇ ਨਾਲ, ਜਾਂ ਪਿੱਠੋ ਪੀੜੀ ਖੇਡਦੇ ਜਾਂਦੇ ਭੱਜੇ ਜਾਂਦਿਆਂ ਦੇ ਇੱਥੇ ਡਿੱਗ ਜਾਣਾ, ਉਹ ਇਸੀ ਜੀ ਲੱਗ ਜਾਣੀ ਗੋਡੇ ਤੇ, ਫਟ ਜਾਣਾ। ਫਿਰ ਮਾਂ ਨੂੰ ਕਹਿਣਾ ਬੀਬੀ ਵੀ ਆ ਫਟ ਗਿਆ, ਪਹਿਲਾਂ ਤਾਂ ਡਰਦਾ ਇਹ ਨਾ ਦੱਸਣਾ ਵੀ ਗੋਡਾ ਵੀ ਛਿੱਲਿਆ ਗਿਆ, ਗੋਡਾ ਪਰੇ ਹੀ ਰੱਖ ਲੈਣਾ ਗੋਡਾ ਪਰੇ ਰੱਖ ਲੈਣਾ ਤੇ ਪਜਾਮਾ ਏਦਾਂ ਹੱਥ ਰੱਖੀ ਜਾਣਾ। ਉਹਨਾਂ ਨੇ ਕਹਿਣਾ ਪੁੱਤ ਗੋਡੇ ਤੇ ਹੋਇਆ ਕੁਛ? ਆ ਬੀਬੀ ਹੋਇਆ ਤਾਂ ਹੈਗਾ। ਕੀ ਹੋਇਆ ਦਿਖਾ ਮੈਨੂੰ। ਉਹਨਾਂ ਨੂੰ ਹੁਣ ਮਾਂ ਨੂੰ ਕਿਤੇ ਢਿੱਡੋਂ ਜੰਮਿਆ ਦਾ ਪਤਾ ਨਹੀਂ ਹੁੰਦਾ, ਉਹਨਾਂ ਨੇ ਪਹਿਲਾਂ ਟਕੋਰ ਕਰਨੀ, ਕੋਈ ਪੱਟੀ ਕਰਨੀ ਜਿਹੜਾ ਓੜ ਪੋੜ ਘਰ ਕਰ ਸਕਦੇ ਸੀ। ਫਿਰ ਉਹਨੇ ਕਹਿਣਾ ਇਦਾਂ ਕਰ, ਆ ਪਜਾਮਾ ਲਾ ਕੇ ਦੇ ਮੈਨੂੰ। ਉਹਨਾਂ ਨੇ ਪਹਿਲਾਂ ਤਾਂ ਕੋਸ਼ਿਸ਼ ਕਰਨੀ ਪਰ ਵੀ ਇਹ ਠੀਕ ਹੋ ਜੇ, ਪਰ ਹੁਣ ਉਹ ਗੋਡੇ ਤੇ ਹੈ, ਉਹਨੂੰ ਉੱਥੇ ਸੀਣ ਨਹੀਂ ਮਾਰੀ ਜਾ ਸਕਦੀ। ਫਿਰ ਉਹਨੇ ਕਹਿਣਾ ਪੁੱਤ ਮੈਂ ਦੇਖਿਆ ਪੈਂਟ ਕਾਟ ਦਾ ਪਜਾਮਾ ਹੈ, ਤੇਰੀ ਨਿੱਕਰ ਬਣਾ ਦਾਂ। ਉਹ ਬਣਾਉਣੀ ਤਾਂ ਹੁੰਦੀ ਸੀ, ਮਾੜੀ ਜਿਹੀ ਉਹਦੇ ਸਹਿਮਤੀ ਲੈ ਲੈਣੀ ਸਹਿਮਤੀ ਲੈ ਕੇ ਉਹਦੀ ਨਿੱਕਰ ਬਣਾ ਦੇਣੀ, ਉਹ ਕੱਛਾ ਜਿਹਾ ਬਣਾ ਦੇਣਾ ਤੇ ਬਾਅਦ ਦੇ ਵਿੱਚ ਪੋਚਾ ਜਿਹੜਾ ਅੱਧਾ ਹਿੱਟ, ਦੇਖੋ ਜਾਂ ਤਾਂ ਉਹ ਲੀਰਾਂ ਖੁੱਦੋ, ਉਹ ਜਿਹੜੀਆਂ ਲੀਰਾਂ ਸੀ ਜਾਂ ਤਾਂ ਉਹਦੀ ਖੁੱਦਾ ਬਣਦੀ ਜਾਂ ਫਿਰ ਉਹਦਾ ਪੋਚਾ ਬਣਦਾ। ਪੋਚਾ ਬਣਦਾ, ਵਿੱਚ ਵਿਚਾਲੇ ਉਹ ਲੀਰਾਂ ਦਾ ਮੰਜਾ ਵੀ ਬਣਦਾ ਹੁੰਦਾ ਸੀ। ਹੁਣ ਦੇਖੋ ਅਸੀਂ ਕਿੰਨੀਆਂ ਚੀਜ਼ਾਂ ਸੀ ਜਿਨ੍ਹਾਂ ਦੀ ਵਰਤੋਂ ਕਿੱਦਾਂ ਕਰਦੇ ਸੀ, ਪਰ ਇਹਨੂੰ ਰੀਸਾਈਕਲ ਕਹਿੰਦੇ ਸੀ। ਪਰ ਅੱਜ ਹੱਥੋਂ ਥਲਾਉਣੋਂ ਹਟ ਗਏ ਆ। ਜਿਹੜੀ ਵੀ ਚੀਜ਼ ਹੁੰਦੀ ਆ ਘਰਾਂ ਦੇ ਵਿੱਚੋਂ 2-2 ਲਿਫਾਫੇ ਰੋਜ਼ ਜਿਹੜੇ ਵੇਸਟ ਦੇ ਉਹ ਨਿਕਲਦੇ ਆ। ਥੋੜਾ ਜਿਹਾ ਸੰਜਮ ਦੇ ਨਾਲ ਜਿਹੜਾ ਉਹ ਤੁਰਨਾ ਬਹੁਤ ਜ਼ਰੂਰੀ ਹੈ। ਹੁਣ ਦੇਖੋ ਬੈਨੀਪਾਲ ਸਾਹਿਬ ਕਿਵੇਂ ਗੁਜ਼ਾਰਾ ਕਰਦੇ ਸੀ ਉਦੋਂ ਪਰਿਵਾਰ, ਅੱਜ ਸਾਨੂੰ ਐ ਲੱਗਦਾ ਥੋੜੀਆਂ ਚੀਜ਼ਾਂ ਨਾਲ ਕਿ ਅੱਜ ਸਾਡੇ ਕੋਲੇ ਆ ਵੀ ਹੈ ਨਹੀਂ, ਸਾਡੇ ਮਨ ਦੇ ਵਿੱਚ ਨਾ ਇੱਕ ਘਿਰਣਾ ਜੀ ਭਰੀ ਰਹਿੰਦੀ ਹੈ, ਉਹ ਫਲਾਣੇ ਕੋਲੇ ਆ ਹੈਗਾ। ਮੈਨੂੰ ਇੰਨਾ ਚੇਤਾ ਹੈ ਕਿ ਮੇਰੇ ਹਾਣ ਦੇ ਬਹੁਤੇ ਨਿਆਣੇ ਸਮੇਤ ਮੇਰੇ ਕਈ ਵਾਰੀ ਜੇ ਵਿਆਹ ਵੀ ਆ ਜਾਣਾ, ਪੈਸੇ ਕਿਹਦੇ ਕੋਲੇ ਹੁੰਦੇ ਸੀ ਕਿ ਭਾਈ ਉਦੋਂ ਨਵਾਂ ਝੁੱਗਾ ਲੈ ਦੇਣ। ਕਈ ਵਾਰੀ ਗੁਆਂਢੀਆਂ ਦੇ ਕੱਪੜੇ ਮੰਗ ਕੇ ਉਹਦੇ ਨਾਲ ਵਿਆਹ ਦੇਖ ਆਉਣਾ, ਦੇਖਦੇ ਸੀ। ਹੁਣ ਜਦੋਂ ਉਹਦੇ ਨਾਲ ਵਿਆਹ, ਉਦੋਂ ਕੋਈ ਨਹੀਂ ਦੇਖਦਾ ਫਿੱਟ ਹੈਗਾ ਕਿ ਨਹੀਂ ਹੈਗਾ, ਮੈਚਿੰਗ ਹੈਗੀ ਕਿ ਨਹੀਂ ਹੈਗੀ। ਮੇਰੇ ਨਾਲ ਕਈ ਬੰਦਿਆਂ ਦਾ ਰੌਲਾ ਹੁੰਦਾ, ਰੌਲਾ ਆਪਣਿਆਂ ਦਾ ਹੁੰਦਾ, ਬੰਦਿਆਂ ਦਾ ਥੋੜ੍ਹਾ, ਕਿ ਇਸ ਝੱਗੇ ਦੇ ਨਾਲ ਆਹ ਟਾਈ ਨਹੀਂ ਲਾਉਣੀ ਸੀ, ਇਸ ਪੈਂਟ ਦੇ ਨਾਲ ਆਹ ਬੂਟ ਨਹੀਂ ਪਾਈ ਦੇ, ਆਹ ਕਰੀਦਾ। ਹੁਣ ਰੌਲਾ ਇਹ ਹੈ ਕਿ ਜਿਹੜੇ ਬੰਦੇ ਨੇ ਜੰਮਦਿਆਂ ਹੁਣ ਤੱਕ ਇਸ ਗੱਲ ਦੀ ਆਪਸ਼ਨ ਹੀ ਨਹੀਂ ਇਹਨੂੰ ਮਿਲੀ ਕਿ ਭਾਈ ਤੂੰ ਚੁਆਇਸ ਕਰ ਸਕਦਾ, ਤੂੰ ਚੂਜ਼ ਕਰ ਸਕਦਾ ਕਿ 15 ਦੇ ਵਿੱਚੋਂ ਆਹ ਚੀਜ਼ ਬਣਾਉਣੀ ਹੈ, ਉਹਦਾ ਫਿਰ ਦਿਮਾਗ ਭਾਈ ਉੱਦਾਂ ਦਾ ਹੀ ਹੋ ਜਾਂਦਾ। ਇਸ ਕਰਕੇ ਜੇ ਕਿਸੇ ਨੂੰ ਲੱਗਦਾ ਸੀਗਾ ਕਿ ਭਾਈ ਕੰਟਰਾਸਟ ਨਹੀਂ ਠੀਕ ਹੋਇਆ, ਇਹ ਮੈਚਿੰਗ ਨਹੀਂ ਠੀਕ ਹੋਈ, ਤਾਂ ਉਹ ਫਿਰ ਸਾਰੀਆਂ ਚੀਜ਼ਾਂ ਸਾਡੇ ਨਾਲ ਹੀ ਚੱਲੀ ਜਾਂਦੀਆਂ, ਤਾਂ ਨਹੀਂ ਠੀਕ ਹੋਈਆਂ। WhatsApp ਇੱਕ ਹੋਰ ਦੇਖੋ, ਜਿਹੜੇ ਆਪਾਂ ਖੁੰਡੇ ਦੀ ਗੱਲ ਕੀਤੀ ਹੈ, ਉਹ ਖੁੱਦੋ ਦੀ ਗੱਲ ਕੀਤੀ ਹੈ ਜੀ। ਆਮ ਤੌਰ ਤੇ ਤੁਸੀਂ ਅੱਜ ਵੇਖਿਓ, ਕਿਉਂਕਿ ਜ਼ਮਾਨਾ ਜਾਂ ਟੈਕਨੀਕ ਇੰਨੀ ਕੁ ਵੱਧ ਗਈ, ਤੁਸੀਂ ਹਾਕੀ ਸਟਿੱਕ ਫੜਨਗੇ ਉਹ ਕਹਿਣਗੇ ਨਹੀਂ ਇਹ ਹਾਕੀ ਸਟਿੱਕ ਜ਼ਿਆਦਾ ਟੇਢੀ ਹੋ ਗਈ ਜਾਂ ਵਿੰਗੀ ਹੈ, ਇਹਦੇ ਨਾਲ ਜੇ ਤੁਸੀਂ ਮਾਰੋਗੇ ਨਾ ਠੀਕ ਨਹੀਂ ਵੱਜਣਾ ਜੀ। ਹੁਣ ਜਿਹੜੇ ਆਪਾਂ ਖੁੰਡੇ ਵੱਢ ਕੇ ਲਿਆਉਂਦੇ ਸੀ ਉਹ ਕਦੇ ਸਿੱਧੇ ਹੁੰਦੇ ਸੀ? ਉਹ ਤਾਂ 3 ਵਾਲ ਉਹਨਾਂ ਨੂੰ ਪਹਿਲਾਂ ਹੀ ਪਏ ਹੁੰਦੇ ਸੀ। ਤੁਸੀਂ ਦੇਖੋ ਵੀ ਇਹਦਾ ਮਤਲਬ ਇਹ ਹੋਇਆ ਕਿ ਆਪਾਂ ਸੁਖਾਂਦਰੂ ਹੁੰਦੇ ਸੀ, ਸਿੱਖਣਾ ਚਾਹੁੰਦੇ ਸੀ ਕੋਈ ਚੀਜ਼, ਪਰ ਕੋਈ ਕੋਚਿੰਗ ਨਹੀਂ ਸੀ ਹੁੰਦੀ। ਵਿਦਆਊਟ ਐਨੀ ਕੋਚਿੰਗ ਆਪਾਂ ਤੁਸੀਂ ਇਹ ਦੇਖੋ ਕਿ ਉਹਦੇ ਨਾਲ ਕਿੰਨੀ ਮੁਹਾਰਤ ਹਾਸਲ ਕਰਦੇ ਸੀ, ਆਪਾਂ ਗੋਲ ਵੀ ਕਰਦੇ ਸੀ, ਆਪਾਂ ਜਿੱਤਦੇ ਵੀ ਸੀ, ਪਰ ਅਸੀਂ ਉਹ ਖੇਡਾਂ ਖੇਡਦੇ ਸੀ ਜਿਹਦੇ ਨਾਲ ਵਰਜਿਸ਼ ਹੋਵੇ ਜੀ। ਹੁਣ ਤਾਂ ਘਰਾਂ ਦੇ ਵਿੱਚ ਬੈਠੇ ਬੰਦੇ ਫੋਨਾਂ ਦੀ ਖੇਡੀ ਜਾਂਦੇ ਨੇ। ਇੱਕ ਬੰਦਾ ਗਿਆ ਡਾਕਟਰ ਕੋਲ, ਉਹ ਕਹਿੰਦਾ ਕਾਕਾ ਤੈਨੂੰ ਮੈਂ ਸੱਚੀ ਦੱਸਾਂ ਨਾ, ਤੈਨੂੰ ਦਿਲ ਦੀ ਬਿਮਾਰੀ ਹੋ ਜਾਣੀ ਆ, ਮੈਂ ਵੇਖਿਆ ਕਿ ਤੇਰਾ ਬਲੱਡ ਪ੍ਰੈਸ਼ਰ ਕਾਫੀ ਹਾਈ ਹੋਣ ਲੱਗ ਪਿਆ, ਤੂੰ ਖੇਡਿਆ ਕਰ। ਉਹ ਕਹਿੰਦਾ ਜੀ ਮੈਂ ਤਾਂ ਰੋਜ਼ ਖੇਡਦਾ ਜੀ। ਕਹਿੰਦਾ ਜੇ ਰੋਜ਼ ਖੇਡਦਾ ਹੈ ਪਰ ਆਹ ਤੇਰੇ ਲੱਛਣ ਦੱਸ ਦੇ, ਤੂੰ ਤਾਂ ਹਜੇ 25-30 ਦੇ ਵਿਚਕਾਰ ਰਹੀ ਆ, ਆਹ ਜਿਹੜੀ ਤੈਨੂੰ ਬਿਮਾਰੀ ਲੱਗ ਰਹੀ ਹੈ ਇਹ ਮੈਨੂੰ ਨਜ਼ਰ ਨਹੀਂ ਆਉਂਦਾ। ਕਿੰਨਾ ਖੇਡਦਾ? ਥੋੜਾ ਖੇਡਦਾ ਹੋਵਾਂਗਾ ਜੀ। ਕਹਿੰਦਾ ਨਹੀਂ ਜੀ ਮੈਂ ਤਾਂ 8-9 ਘੰਟੇ ਵੀ ਖੇਡ ਲੈਣਾ। ਕਹਿੰਦਾ 8-9 ਘੰਟੇ ਖੇਡ ਲੈਣਾ ਤੇ ਫਿਰ ਤੇ ਬਹੁਤ ਹੈ, ਪਰ ਤੇਰੀ ਜਿਹੜੀ ਮੇਰੇ ਕੋਲ ਇਸ ਵਕਤ ਰਿਪੋਰਟ ਪਈ ਆ ਸਾਹਮਣੇ ਉਹ ਨਹੀਂ ਦੱਸਦੀ ਜੀ। ਫਿਰ ਕਹਿੰਦਾ ਤੂੰ ਕਿਹੜੇ ਵੇਲੇ ਖੇਡਦਾ ਤੇ ਖੇਡਣਾ ਕਦੋਂ ਬੰਦ ਕਰਦਾ? ਕਹਿੰਦਾ ਜੀ ਮੈਂ ਖੇਡਣਾ ਉਦੋਂ ਬੰਦ ਕਰ ਦਿੰਦਾ ਜਦੋਂ ਫੋਨ ਦੀ ਬੈਟਰੀ ਡੈਡ ਹੋ ਜਾਂਦੀ ਹੈ। ਸੋ ਇਸ ਗੱਲ ਕਰਕੇ ਅਸੀਂ ਆਪਣੀਆਂ ਖੇਡਾਂ ਬਦਲ ਲਈਆਂ ਨੇ ਜੀ, ਆਪਣਾ ਰਹਿਣ ਸਹਿਣ ਜਾਂ ਰੰਗ ਢੰਗ ਜਾਂ ਉਹ ਸਲੀਕਾ ਬਦਲ ਲਿਆ। ਪਰ ਸਾਨੂੰ ਫੇਰ ਮੈਨੂੰ ਲੱਗਦਾ ਕਿ ਇੱਕ ਵਾਰ ਜਿਸ ਤਰ੍ਹਾਂ ਆਪਾਂ ਬੀਤੇ ਦਿਨਾਂ ਦੇ ਵਿੱਚ ਇੱਕ ਗੱਲ ਕੀਤੀ ਸੀ ਜੈਵਿਕ ਖੇਤੀ ਵਾਲੀ, ਆਰਗੈਨਿਕ ਖੇਤੀ ਵਾਲੀ, ਸਾਨੂੰ ਬੈਕ ਗੇਅਰ ਲਾਉਣਾ ਪੈਣਾ। ਮੈਨੂੰ ਹੁਣ ਲੱਗਦਾ ਕੁਦਰਤ ਨੇ ਵੀ ਲਵਾ ਦਿੱਤਾ। ਹੁਣ ਸਾਨੂੰ ਘਰਾਂ ਦੇ ਵਿੱਚ ਮੈਨੂੰ ਲੱਗਦਾ ਉਹ ਸਾਰਾ ਕੁਝ, ਹੁਣ ਬਹੁਤ ਸਾਰੇ ਆਪਣੇ ਦਰਸ਼ਕਾਂ ਨੇ ਬੀਤੇ ਦਿਨਾਂ ਦੇ ਵਿੱਚ ਵੀ ਟਿੱਪਣੀਆਂ ਕੀਤੀ ਸੀ, ਹੁਣ ਵੀ ਸਾਨੂੰ ਕਰਕੇ ਦੱਸਿਓ ਕਿ ਜੇਕਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੇ ਨਾਲ ਕਿਹੋ ਜਿਹੀਆਂ ਖੇਡਾਂ ਖੇਡੀਆਂ ਨੇ ਜਾਂ ਖੇਡ ਰਹੇ ਹੋ। ਕੀ ਤੁਸੀਂ ਉਹਨਾਂ ਨੂੰ ਦੱਸਿਆ ਕਿ ਭਾਈ ਪਿੱਠੂ ਪੀੜੀ ਵੀ ਗਰਮ ਹੁੰਦੀ ਸੀ
ਜਦੋਂ ਮਾਰਨੀ ਭੱਜਣਾ ਇਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਉਹਨਾਂ ਵੇਲੇ 'ਚ ਹੁਣ ਨਿਸ਼ਾਨੇ ਹੁਣ ਆਪਾਂ ਜੀ। ਦੇਖਦੇ ਹਾਂ, ਹੁਣ ਆਪਾਂ ਕਹਿੰਦੇ ਹਾਂ ਜੀ ਚਲੋ ਵੀ ਰੇਂਜ 'ਚ ਜਾਣਾ ਗੁਲੇਲ ਨਾਲ ਨਿਸ਼ਾਨੇ ਲਾਉਣੇ, ਗਲੇਲ ਵੀ ਉਹ ਵੀ ਵੱਢ ਕੇ ਲਿਆਉਣੀ, ਦਸਾਂਗੜ ਜਿਹਾ ਜਿੱਥੋਂ ਬਣਦਾ ਸੀ। ਫਿਰ ਜੀ। ਟਿਊਬ ਜਿਹੜੀ ਪੁਰਾਣੀ ਹੋ ਜਾਂਦੀ ਸੀ ਉਹ ਵੱਢ ਕੇ ਆਪ ਘਰੇ ਹੀ ਸਾਰਾ ਸੰਦ ਬਲਾਗਾ ਬਣਾਉਣਾ ਜੀ, ਪਤੰਗ ਸੀ ਉਹ ਵੀ ਘਰੇ ਬਣਾਉਣਾ, ਸਾਰਾ ਸਮਾਨ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਹੋਮਮੇਡ ਹੀ ਹੁੰਦਾ ਸੀ। Homemade ਹੀ ਹੁੰਦਾ ਆ ਸਵਦੇਸ਼ੀ ਦੀ ਜਿਹੜੀ ਗੱਲ ਹੁਣ ਚੱਲ ਰਹੀ ਹੈ ਨਾ, ਪ੍ਰਧਾਨ ਮੰਤਰੀ ਮੋਦੀ ਹੋਰੀ ਕਰ ਰਹੇ ਆ, ਜੀ। ਮੈਨੂੰ ਲੱਗਦਾ ਆਪਾਂ ਸਾਰਾ ਕੁਝ ਸਵਦੇਸ਼ੀ ਓ ਕਰਦੇ ਰਹੇ ਹਾਂ। ਦੇਖੋ ਇਹ ਨਾ ਹੋ ਸਕਦਾ ਕਿ ਅੱਜ ਦੀ ਜਿਹੜੀ ਪੀੜ੍ਹੀ ਆ ਉਹਨੂੰ ਹੋਰ ਤਰ੍ਹਾਂ ਲੱਗੇ ਕਿ ਆ ਕੀ ਗੱਲਾਂ ਕਰੀ ਜਾਂਦੇ। ਖਾਸ ਤੌਰ ਦੇ ਉੱਤੇ ਬੈਨੀਪਾਲ ਸਾਹਿਬ ਲੇਕ ਲੋਇਸ ਦੇ ਉੱਤੇ ਬੈਠ ਕੇ ਜਦੋਂ ਆਪਾਂ ਤੂਤ ਦੇ ਮੋਛੇ ਨੂੰ ਵੱਢ ਕੇ ਜਾਂ ਹਾਂ। ਤੂਤ ਦੇ ਡੰਡੇ ਨੂੰ ਦਸਾਂਗੜ ਜਿਹਾ ਨੂੰ ਵੱਢ ਕੇ ਬਣਾਈ ਹੋਈ ਗਲੇਲ ਦੀ ਗੱਲ ਕੀਤੀ ਹੈ, ਭਾਵੇਂ ਉਹਦੇ ਨਾਲ ਖੇਡੀ ਹੋਈ ਹਾਕੀ ਦੀ ਗੱਲ ਕੀਤੀ ਹੈ, ਪਰ ਇੰਨੀ ਗੱਲ ਪੱਕੀ ਹੈ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਪਿਛੋਕੜ ਨਹੀਂ ਭੁੱਲਦਾ। ਉਹ ਤੁਹਾਡੇ ਅੰਦਰ ਐਦਾਂ ਗੁੰਨ ਕੇ ਵੱਢ ਕੇ ਤੁੰਨ ਕੇ ਭਰਿਆ ਹੁੰਦਾ, ਉਹ ਤੁਹਾਡਾ ਪਰਛਾਵਾਂ ਬਣ ਕੇ ਨਾਲ ਰਹਿੰਦਾ। ਹੁਣ ਇੱਕ ਗੱਲ ਦੇਖੋ ਕਿ ਉਸ ਸਮੇਂ ਦੇ ਜਿਹੜੇ ਬੱਚੇ ਸੀ ਨਾ, ਜੀ ਮਾਰ ਘੱਟ ਖਾਂਦੇ ਸੀ। ਉਹਦਾ ਕਾਰਨ ਕੀ? ਹੂੰ। ਗਰਾਊਂਡ ਨਹੀਂ ਸੀ ਹੁੰਦੀ। ਪਹਿਲੀ ਗੱਲ ਹੈ ਕਿ ਹਾਕੀ ਆਪ ਲੱਭਣੀ, ਹਾਂ। ਦੂਜੀ ਗੱਲ ਹੈ ਕਿ ਲੀਰਾਂ ਆਪ ਲੱਭਣੀਆਂ ਜਾਂ ਪਲਾਸਟਿਕ ਨੂੰ ਬਾਲ ਕੇ ਉਹਨੂੰ ਚੰਗੇ ਤਰੀਕੇ ਗੇਂਦ ਆਪ ਬਣਾਉਣੀ, ਖਿੱਦੋ ਆਪ ਬਣਾਉਣੀ। ਫਿਰ ਉਦੋਂ ਗਰਾਊਂਡ ਨਹੀਂ ਸੀ ਹੋਣੀ, ਘਰ ਦੇ ਵਿਹੜਿਆਂ 'ਚ ਖੇਡਣਾ। ਇੱਕ ਵਿਹੜੇ 'ਚ ਖੇਡਣਾ, ਦੂਜਾ ਘਰਦਿਆਂ ਤੋਂ ਡਰਨਾ, ਤੀਸਰਾ ਹੋਣਾ ਕਿ ਘੜਾ ਨਾ ਟੁੱਟ ਜਾਏ, ਲਾਗੇ ਛਕਿਆਲਾ ਨਾ ਟੁੱਟ ਜਾਏ, ਮਿੱਟੀ ਦਾ ਕੋਈ ਭਾਂਡਾ ਨਾ ਟੁੱਟ ਜਾਏ। ਫਿਰ ਮੋਹਰੇ ਕਿਹੜਾ ਗੋਲ ਪੋਸਟ ਹੁੰਦੀ ਸੀ, ਉੱਥੇ ਵੀ ਕਹਿਣਾ ਅੱਛਾ ਤੇਰਾ ਥਾਂ ਆ ਕੋਲੇ ਤੋਂ ਲੈ ਕੇ ਤਾਂ ਇੱਥੇ ਤੱਕ, ਜਾਂ ਫਿਰ ਚੱਪਲਾਂ ਹੁੰਦੀਆਂ ਸੀ, ਚੱਪਲਾਂ ਹੁੰਦੀਆਂ। ਫਿਰ ਜਾਂ ਮੰਜਾ ਰੱਖ ਦੇਣਾ ਮੰਜੇ ਤੱਕ। ਫਿਰ ਲੜਾਈਆਂ ਹੋਣੀਆਂ, ਕਦੋਂ ਇੱਥੇ ਲੱਗੀ ਆ, ਨਹੀਂ ਇੱਥੇ ਲੱਗੀ ਆ, ਇਹ ਤਾਂ ਰੋਂਦੂ ਆ, ਇਹ ਤਾਂ ਰੋਲੀ ਆ, ਇਹ ਰੋਲ ਮਾਰੀ ਜਾਂਦੇ। ਵਿੱਚੇ ਹੀ ਟੀਮ 'ਚ ਖਿਡਾਰੀ ਨਵਾਂ ਆ ਜਾਣਾ, ਉਧਰ ਗੁਆਂਢੀਆਂ ਵਾਲੇ ਨੇ ਵੀ ਪੱਠੇ ਵੱਢ ਕੇ ਆਣਾ, ਉਹ ਫਿਰ ਮੈਂ ਵੀ ਖੇਡਣਾ, ਮੈਂ ਵੀ ਕਹਿਣਾ ਹਾਕੀ ਆ ਨਹੀਂ ਮੈਂ ਹੁਣੇ ਭੰਨ ਕੇ ਲੈ ਆਉਣਾ। ਜਾਣੀ ਕਿ ਥਾਪੀ ਚੱਕ ਲੈਣੀ, ਨਹੀਂ ਤਾਂ ਕਿਸੇ ਨੇ ਸੱਟਾਂ ਵੀ ਲੱਗ ਜਾਣੀਆਂ, ਵੀ ਕੁਛ ਹੋ ਜਾਣਾ। ਪਰ ਉਦੋਂ ਆਪ ਹੀ ਗੇਂਦ ਬਣਾਉਣੀ, ਆਪ ਹੀ ਹਾਕੀ ਘੜਨੀ, ਆਪ ਹੀ ਵਿਹੜੇ ਦੇ ਵਿੱਚ ਕਈ ਵਾਰੀ ਕੱਚੀ ਸੜਕ ਦੇ ਉੱਤੇ ਆਪ ਹੀ ਖੇਡਣਾ, ਆਪ ਹੀ ਘਰਦਿਆਂ ਦੀਆਂ ਜੁੱਤੀਆਂ ਤੋਂ ਵੀ ਬਚਣਾ, ਲਫੇੜਿਆਂ ਤੋਂ ਵੀ ਬਚਣਾ, ਤੇ ਆਪ ਹੀ ਇਹ ਵੀ ਧਿਆਨ ਦੇਖਣਾ ਕਿ ਭਾਈ ਹੁਣ ਪੱਠੇ ਪਾਉਣ ਦਾ ਟਾਈਮ ਹੋ ਗਿਆ, ਹੁਣ ਫੇਰ ਚਲੀਏ। ਤੇ ਅੱਜ ਬੈਨੀਪਾਲ ਸਾਹਿਬ ਜਦੋਂ ਸਾਰਾ ਕੁਝ ਕੀਤਾ ਕਰਾਇਆ, ਘੜਿਆ ਘੜਾਇਆ ਮਿਲਦਾ, ਨਿਆਣਿਆਂ ਨੂੰ ਤਾਂ ਕਿਤੇ ਨਾ ਕਿਤੇ ਜਿਹੜੀ ਉਹ ਫੈਸਲਾ ਲੈਣ ਦੀ ਸ਼ਕਤੀ ਹੁੰਦੀ ਹੈ ਨਾ, ਉਹ ਵੀ ਫਿਰ ਪੂਰੀ ਡਿਵੈਲਪ ਨਹੀਂ ਹੁੰਦੀ। ਹੁਣ ਇੱਕ ਇੱਥੇ ਗੱਲ ਹੋਰ ਕਰ ਲਈਏ ਜੀ। ਵਿੱਚੋਂ ਇੱਕ ਤਰਕੀਬ ਦੇਖੋ ਕੀ ਹੁੰਦੀ ਸੀ, ਲੁਕਣ ਮਚਾਈ ਖੇਡਣੀ। ਉਦੋਂ ਲੁਕਣ ਮਚਾਈ ਖੇਡਦਿਆਂ ਕਈਆਂ ਨੇ ਧਮੋੜੀਆਂ ਲੜਾ ਲੈਣੀਆਂ। ਹੁੰਦਾ ਕੀ ਸੀ ਕਿ ਡਰਮ ਪਏ ਆ, ਛੋਟੇ ਪਏ ਆ, ਕਣਕ ਝਾੜਦੇ ਹੁੰਦੇ, ਡਰਮ ਇੱਕ ਦੋ ਸਾਰਿਆਂ ਦੇ ਘਰਾਂ 'ਚ ਹੁੰਦੇ ਸੀ। ਉਹਦੇ ਡਰਮ ਹੁਣ ਸਾਰਾ ਸਾਲ ਤਾਂ ਵਰਤਣਾ ਹੀ ਨਹੀਂ, ਧਮੋੜੀਆਂ ਨੇ, ਜਾਂ ਉਹਨੂੰ ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋਗੇ ਆਪਣੇ ਵਾਲੇ ਪਾਸੇ। ਮੈਂ ਧਮੋੜੀਆਂ ਹੀ ਸੁਣੇ, ਧਮੋੜੀਆਂ ਹੀ ਸੁਣਿਆ। ਅੱਛਾ, ਹੁਣ ਧਮੋੜੀਆਂ ਨਹੀਂ, ਧਮੋੜੀਆਂ ਮੈਂ ਤਾਂ ਤੁਹਾਡੇ ਤੋਂ ਸੁਣਿਆ ਜੀ। ਜੀ। ਹੁਣ ਉਹ ਧਮੋੜੀਆਂ ਜੀਆਂ ਜਿਹੜੀਆਂ ਹੁੰਦੀਆਂ, ਜਾਂ ਮੰਡਾਲੀਆਂ ਵੀ ਕੀ ਕਹਿ ਦਿੰਦੇ ਆ, ਅਸੀਂ ਭਰਿੰਡਾਂ ਵੀ ਕਹਿ ਦਿੰਦੇ, ਉਹ ਭਰਿੰਡਾਂ ਵਿੱਚ ਲੱਗ ਜਾਣੀਆਂ ਤੇ ਉਸ ਵੇਲੇ ਲੁਕਣ ਮਚਾਈ ਖੇਡਦੇ ਕਿ ਮੈਂ ਐਸੀ ਥਾਂ ਦੇ ਉੱਤੇ ਲੁਕਣਾ ਹੈ ਜਿੱਥੋਂ ਮੈਨੂੰ ਕੋਈ ਲੱਭ ਨਾ ਸਕੇ। ਅਗਲੇ ਨੇ ਡਰਮ 'ਚ ਵੜ ਜਾਣਾ ਜਾਂ ਐਸੇ ਕੋਲੇ 'ਚ ਵੜ ਜਾਣਾ। ਉਹਦੇ ਵਿੱਚ ਫਿਰ ਮਸਲਾ ਇਦਾਂ ਦਾ ਪੈਦਾ ਜਿਹੜਾ ਉਹ ਹੋ ਜਾਣਾ ਕਿ ਬੰਦਾ ਜਦੋਂ ਬਾਹਰ ਨਿਕਲਣਾ ਡਰਮ ਦੇ ਵਿੱਚੋਂ ਚੀਕਾਂ ਮਾਰਦਾ ਤੇ ਮੁੜ ਕੇ ਫਿਰ 3 ਦਿਨ ਅੱਖਾਂ ਐਂ ਕਰਕੇ ਖੋਲਣੀਆਂ, ਸੁੱਜੀਆਂ। ਕੁਦਰਤਨ ਲੜਦੀਆਂ ਵੀ ਪੋਲੇ ਥਾਂ ਤੇ ਸੀ ਜੀ। ਅੱਖ ਦੇ ਉੱਤੇ ਸੋਜ ਇਸ ਤਰ੍ਹਾਂ ਆ ਜਾਣੀ। ਚਲੋ ਖੈਰ ਇੱਕ ਇਹ ਵੀ ਹੁੰਦਾ ਸੀ, ਤੁਸੀਂ ਦੇਖੋ ਹੁਣ ਜ਼ਿਕਰ ਕੀਤਾ ਕਿ ਉਹਨਾਂ ਵੇਲਿਆਂ ਦੇ ਵਿੱਚ ਅਸਲ ਦੇ ਵਿੱਚ ਤਾਂ ਖੋਜ ਆ ਨਾ ਜਿਹੜੀ, ਉਹ ਕਾਢ ਦੀ ਮਾਂ ਹੈ ਜੀ। ਆਪਾਂ ਨੂੰ ਹੁੰਦਾ ਸੀ ਕਿ ਆਪਾਂ ਹਾਕੀ ਖੇਡਣੀ ਹੈ, ਆਪਾਂ ਖੁੰਡਾ ਲੱਭ ਕੇ ਲਿਆਉਂਦੇ ਜੀ। ਆਪਾਂ ਨੂੰ ਹੁੰਦਾ ਸੀ ਗੇਂਦ ਬਣਾਉਣੀ ਹੈ, ਆਪਾਂ ਪਲਾਸਟਿਕ ਇਕੱਠਾ ਕਰਕੇ ਉਹਨੂੰ ਸਾੜ ਕੇ ਗੇਂਦ ਬਣਾਉਂਦੇ ਜੀ। ਅੱਜ ਇਹ ਸਾਰੀਆਂ ਸਹੂਲਤਾਂ ਹੁੰਦੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਕੱਢਣਾ ਮੁਸ਼ਕਲ ਹੋਇਆ ਪਿਆ। ਇਹ ਦੋ ਚੀਜ਼ਾਂ ਉਲਟ ਹੋ ਗਈਆਂ ਜੀ। ਜਦੋਂ ਆਪਾਂ ਛੋਟੇ ਸੀ ਆਪਾਂ ਨੂੰ ਘਰਾਂ ਦੇ ਵਿੱਚ ਵਾੜਨਾ ਮੁਸ਼ਕਲ ਹੁੰਦਾ ਸੀ, ਆਪਾਂ ਨੂੰ ਘਰਦਿਆਂ ਨੇ ਕਹਿਣਾ, ਪਰ ਇੱਕ ਦੇਖੋ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਸੀ। ਘਰਦਿਆਂ ਨੇ ਕਹਿਣਾ ਪੱਠੇ ਜੇ ਪਾ ਕੇ ਜਾਣਾ ਜੀ, ਤਾਂ ਇਹ ਹੋਣਾ, ਪਹਿਲਾਂ ਹੀ ਪੁੱਛਣ ਲੱਗ ਜਾਣਾ ਮੈਂ ਆ ਸੰਨੀ ਦੀ ਰਲਾਦਾ ਗਤਾਵਾ ਕਰਦਾ, ਮੈਨੂੰ ਲੱਗਦਾ ਮੱਝਾਂ ਭੁੱਖੀਆਂ ਨੇ। ਫਿਰ ਉਹਨਾਂ ਨੇ ਕਹਿਣਾ ਨਹੀਂ ਇਦਾਂ ਕਰਦਾ, ਮੈਂ ਪੱਠੇ ਪਹਿਲਾਂ ਵੜਾ ਲਿਆਉਣਾ। ਪਰ ਇਹ ਹੁੰਦਾ ਸੀ ਕਿ 5 ਵਜੇ ਨੂੰ ਗਰਾਊਂਡ ਦੇ ਵਿੱਚ ਪਹੁੰਚਣਾ ਜੀ। ਪਰ ਹੁਣ ਦੇਖੋ ਨਾ ਤਾਂ ਪੱਠੇ ਪਾਉਣੇ ਨੇ, ਨਾ ਪੱਠੇ ਵੱਢ ਕੇ ਲਿਆਉਣੇ ਨੇ, ਨਾ ਧਾਰਾਂ ਚਵਾਉਣੀਆਂ ਨੇ, ਨਾ ਚੋਣੀਆਂ ਨੇ। ਪਰ ਉਹਨਾਂ ਦਿਨਾਂ ਦੇ ਵਿੱਚ ਸਮਾਂ ਕੱਢਿਆ ਜਾਂਦਾ ਸੀ। ਅੱਜ ਸਾਡਾ ਬਹੁਤਾ ਸਮਾਂ ਨਾ ਮੈਨੂੰ ਲੱਗਦਾ ਫੋਨ ਨੇ ਖਾ ਲਿਆ, ਨੈਟ ਨੇ ਖਾ ਲਿਆ। ਪਰ ਇਹ ਚੀਜ਼ਾਂ ਜਿੰਨੀ ਦੇਰ ਸਾਡਾ ਪਿੱਛਾ ਨਹੀਂ ਛੱਡਣਗੀਆਂ, ਉਨੀ ਦੇਰ ਕਦੀ ਥੋੜੀ ਸੋਚਿਆ ਸੀ ਕਿ ਛੋਟੇ ਹੁੰਦੇ ਨਿਆਣਿਆਂ ਦੇ ਐਨਕਾਂ ਲੱਗੀਆਂ ਹੋਈਆਂ ਨੇ। ਨਿੱਕੀਆਂ ਬਿਮਾਰੀਆਂ ਜਿਹੜੀਆਂ ਬਾਅਦ ਦੇ ਵਿੱਚ ਹੁਣ ਵੱਡਾ ਤੇ ਵਿਕਰਾਲ ਰੂਪ ਧਾਰਨ ਕਰ ਰਹੀਆਂ ਨੇ ਜੀ, ਉਹਦਾ ਕਿਤੇ ਨਾ ਕਿਤੇ ਸਾਡੀ ਜੀਵਨ ਸ਼ੈਲੀ ਨਾਲ ਸਿੱਧਾ ਸੰਬੰਧ ਹੈ। ਸਿੱਧਾ ਨਹੀਂ, ਸਿੱਧਾ ਹੀ ਸੰਬੰਧ ਹੈ। ਕਿਉਂਕਿ ਜੇਕਰ ਨਿਆਣਾ ਹੁਣ ਖੁੰਡਾ ਖੇਡੂਗਾ ਜਾਂ ਘਰ ਤੋਂ ਬਾਹਰ ਜਾ ਕੇ ਫੁੱਟਬਾਲ ਖੇਡਣੀ, ਵਾਲੀਬਾਲ ਖੇਡਣੀ, ਹੁਣ ਇਹ ਖੇਡਾਂ ਕੁਝ ਇੱਕ ਥਾਵਾਂ ਤੇ ਤਾਂ ਹਜੇ ਵੀ ਲੋਕ ਖੇਡਦੇ ਆ ਜੀ, ਪਰ ਬਹੁਤਿਆਂ ਥਾਵਾਂ ਤੋਂ ਇਹ ਖੇਡਾਂ ਅਲੋਪ ਹੋ ਗਈਆਂ। ਨਾ ਬਹੁਤੇ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਜਵਾਕ ਨੇ ਕਬੱਡੀ ਖੇਡਦੇ ਨੇ, ਕਬੱਡੀ ਸਿਰਫ ਉਹਨਾਂ ਪਿੰਡਾਂ ਵਿੱਚ ਹੀ ਖੇਡੀ ਜਾਂਦੀ ਹੈ ਜਿੱਥੇ ਟੂਰਨਾਮੈਂਟ ਹੁੰਦਾ ਜੀ। ਹੁਣ ਫੁੱਟਬਾਲ ਵੀ ਸਿਰਫ ਉਹਨਾਂ ਪਿੰਡਾਂ 'ਚ ਹੀ ਖੇਡੀ ਜਾਂਦੀ ਹੈ। ਜਿਵੇਂ ਆਪਾਂ ਕਹਿ ਦਈਏ ਕਿ ਮਾਲਪੁਰ ਦੇ ਇਲਾਕੇ ਦੇ ਵਿੱਚ ਹਾਲੇ ਵੀ ਬਹੁਤ ਸਾਰੇ ਲੋਕ ਫੁੱਟਬਾਲ ਖੇਡਦੇ ਆ ਜੀ। ਸੰਸਾਰਪੁਰ ਦੇ ਆਲੇ ਦੁਆਲੇ ਹਾਕੀ ਹਾਲੇ ਵੀ ਲੋਕ ਖੇਡਦੇ ਆ। ਮਾਲ ਵਿੱਚ ਕਈ ਪਾਸੇ ਵਾਲੀਬਾਲ ਸ਼ੂਟਿੰਗ ਚੱਲਦੀ ਆ, ਸਾਡੇ ਵਾਲੀਬਾਲ ਅਸੀਂ ਬਹੁਤ ਖੇਡਦੇ ਆ।
ਪਰ ਬਹੁਤਿਆਂ ਥਾਵਾਂ ਤੇ ਇਹ ਸਾਰੀਆਂ ਚੀਜ਼ਾਂ ਨੂੰ ਕ੍ਰਿਕਟ ਨੇ ਖਾ ਲਿਆ। ਜੀ। ਸੋ ਬਹੁਤ ਸਾਰੀਆਂ ਚੀਜ਼ਾਂ ਤਾਂ ਮੈਨੂੰ ਲੱਗਦਾ ਮੋਬਾਈਲ ਨੇ ਖਾ ਲਈਆਂ। ਹੂੰ। ਪਰ ਸਮਾਂ ਮੋੜ ਕੇ ਆ ਰਿਹਾ ਤੇ ਇੱਕ ਵਾਰੀ ਫਿਰ ਸਮੇਂ ਦੀ ਇਹ ਮੰਗ ਹੈ ਕਿ ਅਸੀਂ ਇਹ ਪੁਰਾਣੀਆਂ ਚੀਜ਼ਾਂ ਵੱਲ ਵਧੀਏ। ਤੁਸੀਂ ਜ਼ਿਕਰ ਕੀਤਾ ਸੀ ਕਿ ਜਿਹੜੇ ਲੋਕ ਉਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਨੇ। ਜੀ। ਸੋ ਇਹ ਇਤਿਹਾਸ ਦੱਸਦਾ ਹੈ ਕਿ ਜਿਹੜੀਆਂ ਕੌਮਾਂ ਨੇ ਆਪਣਾ ਇਤਿਹਾਸ ਭੁਲਾਇਆ ਉਹ ਦੁਨੀਆ ਦੇ ਉੱਤੋਂ ਗਲਤ ਅੱਖਰ ਵਾਂਗੂ ਸਾਫ਼ ਹੋ ਗਈਆਂ। ਬੈਨੀਪਾਲ ਸਾਹਿਬ, ਇੱਥੇ ਇੱਕ ਗੱਲ ਕਿਤੇ ਵਿਸਰ ਨਾ ਜਾਵੇ, ਕਿਉਂਕਿ ਜਦੋਂ ਛੋਟੇ ਹੁੰਦੇ ਸੀ ਨਾ, ਉਦੋਂ ਛੋਟੇ ਹੁੰਦਿਆਂ ਵੀ ਇਹ ਗੱਲ ਹੁੰਦੀ ਸੀ ਕਿ ਕੁੜੀਆਂ ਨਾਲ ਕਈ ਵਾਰੀ ਧੱਕਾ ਉਦੋਂ ਹੋ ਜਾਂਦਾ ਸੀ ਪਰਿਵਾਰਾਂ 'ਚ ਵੀ। ਜੀ। ਦੂਰਦਰਸ਼ਨ ਦੇ ਉੱਤੇ ਇੱਕ ਮਸ਼ਹੂਰੀ ਆਉਂਦੀ ਹੁੰਦੀ ਸੀ, ਪਹਿਲਾਂ ਕੁੜੀ ਨੂੰ ਰੋਟੀ ਨਹੀਂ ਦੇਣੀ, ਮੁੰਡੇ ਨੂੰ ਰੋਟੀ ਦੇਣੀ, ਮੱਖਣ ਵੀ ਦੇ ਦੇਣਾ। ਜੀ। ਉਹ ਹੋਕਾ ਹੁੰਦਾ ਸੀ ਕਿ ਭਾਈ ਫਰਕ ਨਾ ਕਰੋ। ਪਰ ਕਈ ਵਾਰੀ ਦੇਖਦੇ ਸੀ ਕਿ ਆਪਣੇ ਨਾਲ ਹੀ ਜਮਾਤ ਦੇ ਵਿੱਚ ਪੜ੍ਹਦੀਆਂ ਆਂਢਣਾ ਗੁਆਂਢਣਾ ਜਿਹੜੀਆਂ ਕੁੜੀਆਂ ਦੂਜੀ ਤੀਜੀ ਦੇ ਵਿੱਚ ਪੜ੍ਹਦੇ ਹੋਣਾ, ਆਪ ਅਸੀਂ ਖੇਡਦੇ ਹੋਣਾ, ਉਹਨਾਂ ਨੇ ਮਾਂ ਦੇ ਨਾਲ ਰੋਟੀਆਂ ਪਕਾਉਣੀਆਂ। ਹਾਂ। ਉਹਨਾਂ ਨੇ ਉਸ ਵੇਲੇ ਆਟਾ ਗੁੰਨਣਾ, ਉਹਨਾਂ ਨੇ ਘਰ ਦੇ ਵਿੱਚ ਝਾੜੂ ਵੀ ਫੇਰਨਾ। ਮੁੰਡਾ ਤਾਂ ਕਈ ਵਾਰੀ ਰੁੱਸ ਵੀ ਜਾਂਦਾ ਸੀ, ਰੁੱਸ ਕੇ ਵੀ ਉਹਨੇ ਆਪਣੀ ਗੱਲ ਮਨਾ ਲੈਣੀ। ਪਰ ਕੁੜੀਆਂ ਦੇ ਨਾਲ ਇਹ ਨਹੀਂ ਸੀ ਕਿ ਘਰ ਦੇ ਵਿਤਕਰਾ ਕਰਦੇ ਸੀ, ਉਹਨਾਂ ਨੂੰ ਇਹ ਹੁੰਦਾ ਸੀ ਕਿ ਘਰ ਦਾ ਕੰਮ ਚੰਗੇ ਤਰੀਕੇ ਸਿੱਖ ਜਾਏ, ਇਹਨੂੰ ਬੇਗਾਨੇ ਘਰ ਜਾਣਾ ਕਹਿੰਦੇ ਹੁੰਦੇ ਸੀ। ਇਹਨੇ ਕੰਮ ਦੀ ਇਹਨੂੰ ਚੂੰਡ ਲੱਗੇ। ਇਹ ਵੀ ਹੁੰਦਾ ਸੀ ਕਿ ਕਈ ਵਾਰੀ ਕੁਲਫੀਆਂ ਤਾਂ ਭਰਾ ਨੂੰ 3-4 ਮਿਲ ਜਾਣੀਆਂ, ਉਹਨੂੰ ਇੱਕ ਅੱਧੀ ਘੱਟ ਮਿਲਣੀ। ਮੈਂ ਇਹ ਨਹੀਂ ਕਹਿੰਦਾ ਕਿ ਧੱਕਾ ਹੁੰਦਾ ਸੀ, ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਹੋ ਸਕਦਾ ਜਿਹੜੀਆਂ ਬੀਬੀਆਂ ਇਸ ਵੇਲੇ ਸਾਨੂੰ ਸੁਣ ਰਹੀਆਂ ਨੇ, ਤੁਸੀਂ ਆਪਣੇ ਬਚਪਨ ਦੇ ਵਿੱਚ ਚੇਤੇ ਕਰਕੇ ਦੱਸਿਓ ਕਿ ਜਦੋਂ ਭਰਾ ਖੇਡਦਾ ਹੁੰਦਾ ਸੀ, ਉਹਨੇ ਗੁੱਲੀ ਡੰਡਾ ਖੇਲਣਾ, ਉਹਨੇ ਹਾਕੀ ਖੇਡਣੀ, ਉਹਨੇ ਛੂਹਣ ਛੁਹਾਈ ਖੇਡਣੀ, ਉਹਨੇ ਲੁਕਣ ਮਚਾਈ ਖੇਡਣੀ। ਤੇ ਜਦੋਂ ਫਿਰ ਮਾਂ ਤੁਹਾਨੂੰ ਕਹਿੰਦੀ ਸੀ ਚੱਲ ਇੱਧਰ ਆ ਕੰਮ ਕਰ, ਤੂੰ ਅੱਗੇ ਘਰ ਵਾਲੇ ਕੀ ਕਹਿਣਗੇ, ਇਹਨੂੰ ਕੋਈ ਸਿਖਾ ਕੇ ਨਹੀਂ ਭੇਜਿਆ, ਉਹਨੂੰ ਉਦੋਂ ਦਾਲ ਨੂੰ ਤੜਕਾ ਲਾਉਣਾ ਵੀ ਆ ਜਾਂਦਾ ਸੀ, ਸਬਜ਼ੀ ਬਣਾਉਣੀ ਵੀ ਉਹਨੇ ਕਦੇ ਸਾਗ ਛਿਲਣਾ। ਤੇ ਮੁੰਡੇ ਜਦੋਂ ਨੇੜੇ ਖੇਡਦੇ ਹੁੰਦੇ ਸੀ, ਕਈ ਵਾਰੀ ਔਖਾ ਲੱਗਦਾ, ਸਾਰੇ ਨਹੀਂ ਸੀ ਕਰਦੇ ਪਰ ਹੁੰਦਾ ਸੀ। ਦੇਖੋ ਮੁੰਡੇ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਖੇਡਦੇ ਰਹੇ ਆ। ਆਪਾਂ ਕਈ ਖੇਡਾਂ ਦਾ ਜ਼ਿਕਰ ਕਰ ਲਿਆ, ਪਰ ਮੈਨੂੰ ਪਤਾ ਛੋਟੇ ਹੁੰਦਿਆਂ ਸੀ ਉਹ ਸ਼ਾਇਦ ਖੱਡਾ ਕਹਿੰਦੇ ਸੀ, ਉਹ ਵਾਇਆ ਹੁੰਦਾ ਸੀ, ਅੱਡਾ ਖੱਡਾ ਉਹ ਖੇਡਣਾ, ਜਾਂ ਗੀਟੇ ਜਾਂ ਰੋੜੇ। ਕੁੜੀਆਂ ਸਿਰਫ ਬਹੁਤੀਆਂ ਇਹੀ ਖੇਡਾਂ ਖੇਡਦੀਆਂ ਸੀ। ਪਰ ਇੱਕ ਗੱਲ ਹੋਰ ਵੀ ਸੀ, ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਉਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਘਰਾਂ ਦੇ ਅੰਦਰ ਵਾੜਨਾ ਬੜਾ ਔਖਾ ਹੁੰਦਾ ਸੀ, ਤੇ ਹੁਣ ਬੱਚਿਆਂ ਨੂੰ ਘਰੋਂ ਕੱਢਣਾ ਬਹੁਤ ਔਖਾ ਹੋਇਆ। ਉਹਨਾਂ ਵੇਲਿਆਂ ਦੇ ਵਿੱਚ ਇੱਕ ਚੀਜ਼ ਤਾਂ ਸਪਸ਼ਟ ਹੈ, ਸਾਫ਼ ਹੈ ਕਿ ਜਦੋਂ ਲੁਕਣ ਮੀਚੀ ਖੇਡਣਾ, ਮੁੰਡੇ ਕੁੜੀਆਂ ਨੇ ਇਕੱਠੇ ਹੀ ਖੇਡੀ ਜਾਣਾ। ਜੀ। ਆਹ ਹੁਣ ਵਾਲਾ ਜ਼ਮਾਨਾ ਇੰਨਾ ਖਤਰਨਾਕ ਜਿਹਾ ਜ਼ਮਾਨਾ ਨਹੀਂ ਸੀ ਜੀ ਕਿ ਮਾਪੇ ਸਮਝਣ ਜਾਂ ਫਿਕਰਮੰਦ ਹੋਣ ਕਿ ਉਹ ਮੁੰਡਿਆਂ ਨਾਲ ਖੇਡ ਰਹੀਆਂ ਨੇ ਜਾਂ ਕੁੜੀਆਂ ਨਾਲ ਨਹੀਂ ਖੇਡ ਰਹੀਆਂ। ਉਹਨਾਂ ਵੇਲਿਆਂ ਦੇ ਵਿੱਚ ਇਹ ਵੀ ਨਹੀਂ ਸੀ ਕੋਈ ਦੇਖਦਾ, ਕਿਸ ਤੋਂ ਆਗਿਆ ਲੈਣ ਦੀ ਸੀ ਲੋੜ ਪੈਂਦੀ ਹੁੰਦੀ। ਲੁਕਣ ਮਿੱਟੀ ਖੇਡਣਾ, ਕਈ ਵਾਰੀ ਗੁਆਂਢੀਆਂ ਦੇ ਘਰ ਜਾ ਕੇ ਲੁਕ ਜਾਣਾ, ਤੇ ਰਾਤ ਨੂੰ 10-10 ਵਜੇ ਤੱਕ 11-11 ਵਜੇ ਤੱਕ ਲੁਕੇ ਬੈਠੇ ਰਹਿਣਾ। ਉਹਨਾਂ ਨੂੰ ਵੀ ਪਤਾ ਹੁੰਦਾ ਸੀ ਭਾਈ ਬੱਚੇ ਸਾਡੇ ਘਰ ਲੁਕਣ ਖੇਡਣ ਆਏ ਹੋਏ ਨੇ। ਕਈ ਵਾਰੀ ਦੇਖਣਾ ਯਾਰ ਮੈਨੂੰ ਕੋਈ ਲੱਭਣੇ ਨਹੀਂ ਆਇਆ, ਫਿਰ 11 ਵੱਜ ਜਾਣੇ, ਆਪ ਹੀ ਨਿਕਲ ਕੇ ਉਹ ਲੱਭਦੇ ਵੀ ਹੋ, ਬੱਤੀ ਗਈਓ ਹੋਣੀ, ਨਿਆਣੇ ਲਿਬੜੇ ਹੋਣੇ, ਮੂੰਹ ਧੋ ਕੇ ਬੀਬੀਆਂ ਨੇ ਪਛਾਣਨੇ ਸਾਡੇ ਵਾਲਾ ਕਿਹੜਾ। ਬੈਨੀਪਾਲ ਸਾਹਿਬ, ਚਲੋ ਇੱਥੇ ਇਦਾਂ ਕਿ ਬਹੁਤ ਸਾਰੀਆਂ ਗੱਲਾਂ ਕਈ ਉਲਾਂਭੇ ਵਾਲੀਆਂ ਵੀ ਹੈ, ਕੋਈ ਸਹਿਮਤ ਹੋਏਗਾ, ਕੋਈ ਅਸਹਿਮਤ ਹੋਏਗਾ, ਪਰ ਆਪਾਂ ਦਰਸ਼ਕਾਂ ਦੇ ਉੱਤੇ ਇਹ ਗੱਲ ਛੱਡਦੇ ਹਾਂ, ਪਰਿਵਾਰ ਦੇ ਮੈਂਬਰਾਂ ਤੇ ਗੱਲ ਛੱਡਦੇ ਹਾਂ। ਤੁਸੀਂ ਦੂਰ ਦਰਾਜ ਦੇ ਵਿੱਚ ਬੈਠੇ ਹੋ, ਇਹ ਸਾਰੀਆਂ ਗੱਲਾਂ ਦੇ ਵਿੱਚ ਤੁਹਾਨੂੰ ਕੀ ਲੱਗਾ? ਕੋਈ ਟੀਕਾ ਟਿੱਪਣੀ ਜਾਂ ਕਰਿਓ ਜ਼ਰੂਰ, ਅਸੀਂ ਉਡੀਕਦੇ ਰਹਿੰਦੇ ਹਾਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਬਹੁਤ ਕੁਝ ਸਾਨੂੰ ਜਿਹੜਾ ਉਹ ਲੱਭਣ ਨੂੰ, ਸਿੱਖਣ ਨੂੰ, ਅੱਗੋਂ ਕਰਨ ਨੂੰ ਮਿਲਦਾ। ਇਹ ਸਾਰੀਆਂ ਚੀਜ਼ਾਂ ਤੁਸੀਂ ਖੇਡੀਆਂ ਕਿ ਨਹੀਂ ਖੇਡੀਆਂ? ਲੇਕ ਲੂਇਸ ਤੋਂ ਸ਼ੁਰੂ ਹੋਏ ਸੀ, ਛੱਪੜਾਂ ਦਾ ਚੱਕਰ ਲਾਇਆ, ਲੁਕਣ ਮਚਾਈ ਖੇਡੀ, 12 ਟਾਣੀ, ਗੀਟਿਆਂ ਤੱਕ, ਹਾਕੀ ਤੱਕ ਤੇ ਗੁਲੇਲ ਤੱਕ ਗਏ। ਪ੍ਰੋਗਰਾਮ ਕਿਹੋ ਜਿਹਾ ਲੱਗਾ? ਤੇ ਸਭ ਤੋਂ ਵੱਡੀ ਗੱਲ, ਲੇਕ ਲੂਇਸ ਕਿਹੋ ਜਿਹੀ ਲੱਗੀ? ਪੰਜਾਬ ਦੇ ਛੱਪੜ ਆਪਾਂ ਇਦਾਂ ਦੇ ਕਰਨੇ ਆ, ਪੰਜਾਬ ਦਾ ਸਾਰਾ ਕੁਝ ਆਪਾਂ ਇਦਾਂ ਦਾ ਕਰਨਾ ਹੈ, ਪਰ ਇਕੱਠੇ ਹੋ ਕੇ ਕਰਨ ਦੀ ਲੋੜ ਨਹੀਂ। ਜਿੱਥੇ ਜਿੱਥੇ ਬੈਠੇ ਹੋ, ਜਿੰਨੇ ਜੋਗੇ ਹੈਗੇ ਹੋ, ਜੇ ਆਪਾਂ 4 ਲਿਫਾਫਿਆਂ 'ਚ ਸਬਜ਼ੀ ਲਿਆਉਣੇ ਆ, 3 'ਚ ਲਿਆਉਣ ਲੱਗ ਪਈਏ, ਫਿਰ 2 'ਚ ਝੋਲਾ ਘਰੋਂ ਲੈ ਜਾਈਏ, ਇਹੀ ਸਾਡੀ ਪ੍ਰਾਪਤੀ ਹੋਊ। ਬਾਠ ਸਾਹਿਬ, ਅਸਲ ਦੇ ਵਿੱਚ ਨਾ ਪੂਰੇ ਸਮਾਜ ਨੂੰ ਸਮਝਾਉਣਾ ਔਖਾ ਹੁੰਦਾ ਜੀ। ਇਕੱਲਾ ਬੰਦਾ ਜੇਕਰ ਆਪਣੀ ਜ਼ਿੰਮੇਵਾਰੀ ਚੁੱਕ ਲੇ, ਮੈਨੂੰ ਲੱਗਦਾ ਸਮਾਜ ਆਪਣੇ ਆਪ ਸਮਝ ਜਾਂਦਾ। ਆਪਾਂ ਹੁਣ ਆਪਣੀ ਜ਼ਿੰਮੇਵਾਰੀ ਤੇ ਕੁਰਸੀਆਂ ਚੱਕ ਲਈਏ ਕਿ ਨਹੀਂ? ਆਪਾਂ ਆਪਣੀ ਜ਼ਿੰਮੇਵਾਰੀ ਸੀ ਇੱਥੇ ਤੱਕ ਪਹੁੰਚੇ ਆ, ਆਪਣੀ ਜ਼ਿੰਮੇਵਾਰੀ ਨਾਲ ਆਪਾਂ ਕੈਲਗਰੀ ਸਟੂਡੀਓ ਪਹੁੰਚਣਾ ਹੈ, ਆਪਣੀ ਜ਼ਿੰਮੇਵਾਰੀ ਨਾਲ ਆਪਾਂ ਵੈਨਕੂਵਰ ਵਾਪਸ ਜਾਣਾ। ਇਸੇ ਤਰੀਕੇ ਨਾਲ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਦੇਖੋ ਪੂਰੇ ਸਮਾਜ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਜੀ। ਤੁਸੀਂ ਇਕੱਲਾ ਕੋਈ ਵੀ ਵਿਅਕਤੀ ਹੈ, ਉਹ ਆਪਣੇ ਆਪ ਸਮਝ ਵੀ ਅੱਜ ਤੋਂ ਮੈਂ ਪਲਾਸਟਿਕ ਨਹੀਂ ਸੁੱਟਣਾ, ਅੱਜ ਤੋਂ ਮੈਂ ਛੱਪੜ ਜਾਂ ਟੋਬੇ ਦੇ ਵਿੱਚ ਗੰਦ ਨਹੀਂ ਪਾਉਣਾ, ਅੱਜ ਤੋਂ ਮੈਂ ਨਜਾਇਜ਼ ਟੋਬਾ ਡੱਕਣਾ ਨਹੀਂ ਜੀ। ਪੰਚਾਇਤ ਮੈਂਬਰ ਇਹ ਸਮਝ ਲੈਣਾ ਕਿ ਟੋਬਾ ਡੱਕਣ ਨਹੀਂ ਦੇਣਾ। ਇਕੱਲਾ ਬੰਦਾ ਜੇਕਰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝ ਲਵੇ ਨਾ ਜੀ, ਮੈਨੂੰ ਲੱਗਦਾ ਸਾਰਾ ਸਮਾਜ ਆਪਣੇ ਆਪ ਠੀਕ ਹੋ ਜਾਣਾ, ਸਾਰਾ ਕੁਝ ਇਹ ਤਾਣਾ ਬਾਣਾ ਉਲਝਿਆ ਹੋਇਆ ਦਰੁਸਤ ਹੋ ਜਾਣਾ। ਸੋ ਬਾਠ ਸਾਹਿਬ, ਲੇਕ ਲੂਇਸ ਤੋਂ ਹੁਣ ਜਾਣਾ ਪੈਣਾ ਆਪਾਂ ਨੂੰ। ਦੇਖੋ, ਆਰਜੀ ਤੌਰ ਦੇ ਉੱਤੇ ਕੁਝ ਘੰਟਿਆਂ ਦੇ ਲਈ ਆਪਾਂ ਕੈਨੇਡਾ ਅਲਬਰਟਾ ਦੇ ਲੇਕ ਲੂਇਸ ਤੇ ਸਟੂਡੀਓ ਬਣਾਇਆ ਸੀ। ਹੁਣ ਚੱਕੀਏ ਝੋਲਾ, ਕੁਰਸੀਆਂ ਵੀ ਚੱਕ ਲਈਏ। ਸੋ ਕੁਰਸੀ ਨਹੀਂ ਛੱਡਣੀ ਚਾਹੀਦੀ। ਬਿਲਕੁਲ ਜੀ। ਸੋ ਇਸ ਦੇ ਨਾਲ ਹੀ ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ ਦੋਸਤੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰਾਈਮ ਫੋਕਸ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਅਸੀਂ ਲੀਕ ਤੋਂ ਹਟ ਕੇ ਕੁਝ ਗੱਲਾਂ ਬਾਤਾਂ ਕੀਤੀਆਂ ਨੇ। ਹਲਕਾ ਵੀ ਹੈ, ਫੁਲਕਾ ਵੀ ਹੈ, ਤਾਜ਼ਾ ਵੀ ਹੈ, ਨਵਾਂ ਵੀ ਹੈ, ਕੁਝ ਨਵਾਂ ਦੇਖਣ ਵਾਲਾ ਵੀ ਸੀ। ਤੁਹਾਨੂੰ ਇਹ ਕਿਵੇਂ ਦਾ ਪ੍ਰੋਗਰਾਮ ਲੱਗਿਆ? ਅਸੀਂ ਫਿਰ ਕੋਸ਼ਿਸ਼ ਕਰਿਆ ਕਰਾਂਗੇ, ਜੇਕਰ ਤੁਹਾਨੂੰ ਸਾਡੀ ਇਹ ਵਿਲੱਖਣ ਪੇਸ਼ਕਾਰੀ ਚੰਗੀ ਲੱਗੀ ਹੈ, ਤਾਂ ਕਿ ਵੀਕਐਂਡ ਦੇ ਪ੍ਰੋਗਰਾਮ ਅਸੀਂ ਸਟੂਡੀਓ ਤੋਂ ਬਾਹਰ ਕੱਢ ਲਈਏ, ਕੁਝ ਇੱਕ ਨਵੀਆਂ ਥਾਵਾਂ ਤੋਂ ਉਹ ਪੇਸ਼ ਕਰ ਸਕੀਏ,
ਤੁਸੀਂ ਇਹ ਸਾਨੂੰ ਦੱਸਣਾ ਹੈ ਕਿ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ। ਨਹੀਂ, ਸਿਆਸਤ ਦੀਆਂ ਗੱਲਾਂ ਸਾਡੇ ਕੋਲ ਵਾਧੂ ਹੈ, ਅਸੀਂ ਉਹ ਸਾਰੀਆਂ ਗੱਲਾਂ ਬਾਤਾਂ ਵੀ ਰੋਜ਼ਾਨਾ ਤੁਹਾਡੇ ਨਾਲ ਕਰਦੇ ਹਾਂ, ਵੀਕਐਂਡ ਤੇ ਵੀ ਉਹੀ ਕਰ ਲਿਆ ਕਰਾਂਗੇ, ਪਰ ਤੁਹਾਡਾ ਕਹਿਣਾ ਸਾਨੂੰ ਸਿਰ ਮੱਥੇ ਹੋਏਗਾ। ਸੋ ਹੁਣ ਸਮਾਂ ਸਮਾਪਤ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।